शुद्ध का मतलब ये हैगा कि हाँ भाई आ साडा एक थॉट है, ये शुद्ध हैगा। सिੱਖੀ ਐ ਹੁੰਦੀ ਹੈ ਤੇ ਸਾਰੇ ਐ ਸਿੱਖ ਬਣ ਜਾਓ। ਜੇ ਕਿਸੇ ਹੋਰ ਪ੍ਰੈਕਟਿਸ ਦਾ ਸਿੱਖ ਹੋਊਗਾ ਅਸੀਂ ਉਹਨੂੰ ਨਹੀਂ ਮੰਨਾਂਗੇ, ਜਿਹੜਾ ਨਹੀਂ ਮੰਨਾਂਗੇ ਜਾਂ ਫਿਰ ਉਹਦੇ ਡਾਂਗ ਵੀ ਵਹਾਂਗੇ। ਇਹ ਮੈਨੂੰ ਲੱਗਦਾ ਵੀ ਆਪਣੇ ਆਪ ਦੇ ਵਿੱਚ ਹੀ ਇਹ ਮਤਲਬ ਇੱਕ ਤੰਗ ਸੋਚ ਹੈ। ਇਹ ਤੋਂ ਉੱਪਰ ਉੱਠ ਕੇ ਸਾਨੂੰ ਸੋਚਣਾ ਚਾਹੀਦਾ। ਇਹ ਤਾਂ ਨਹੀਂ ਹੋਣਾ ਚਾਹੀਦਾ ਵੀ ਸਿੱਖ ਹੀ ਸਿੱਖ ਦਾ ਦੁਸ਼ਮਣ ਹੋ ਰਹੇ, ਵੀ ਸਿੱਖ ਹੀ ਹੁਣ ਮੈਂ ਜੇ ਮੋਨਾ ਵੈ ਜਾਂ ਮੈਂ ਕਹਿ ਲਓ ਕਿ ਮੈਂ ਨਾਨਕ ਪੰਥੀ ਹਾਂ, ਕੱਲ੍ਹ ਨੂੰ ਕੋਈ ਉੱਠ ਕੇ ਕਹਿ ਦੇ ਵੀ ਤੂੰ ਕੌਣ ਹੈਗਾ ਸਿੱਖੀ ਦੇ ਬਾਰੇ ਬੋਲਣ ਵਾਲਾ। ਇੱਕ ਧੜਾ ਸਪੈਸੀਫਿਕ ਧੜਾ ਇਹ ਨਹੀਂ ਤੈਅ ਕਰ ਸਕਦਾ ਵੀ ਤੂੰ ਸਿੱਖ ਹੈਗਾ ਜਾਂ ਨਹੀਂ ਹੈਗਾ। ਇਹ ਕੋਈ ਮਤਲਬ ਕੋਈ ਇੱਕ ਧੜਾ ਦੂਜੇ ਦੀ ਆਈਡੈਂਟੀਟੀ ਨਹੀਂ ਉਹ ਕਰ ਸਕਦਾ। ਇਹ ਤਾਂ ਫਿਰ ਉਹੀ ਹੋ ਗਿਆ ਵੀ ਜਿੱਦਾਂ ਇਸਲਾਮ ਦੇ 72 ਫਿਰਕੇ ਆ ਉਹ ਆਪਸ 'ਚ ਲੜੀ ਜਾ ਰਹੇ। ਸ਼ੀਆ ਸੁੰਨੀ ਦਾ ਸ਼ੀਆ 72 73 ਹੈ, ਉਹਨਾਂ ਵਿੱਚ ਹਾਲੇ ਤੱਕ ਕਲੈਸ਼ ਹੈ ਦੁਨੀਆ 'ਚ ਚੱਲ ਰਹੀ। ਜਦੋਂ ਇੰਨੀਆਂ ਬਾਉਂਡਰੀਜ਼ ਉੱਚੀਆਂ ਹੋ ਜਾਂਦੀਆਂ ਨੇ ਕਿ ਸਿੱਖੀ ਨੂੰ ਵੀ ਤੁਸੀਂ ਸ਼ੀਆ ਸੁੰਨੀ ਵਾਲੇ ਪਾਸੇ ਲੈ ਜਾਓਗੇ, ਫਿਰ ਇਹੀ ਹੋਊਗਾ। ਹੋਰ ਕੀ ਹੋਊਗਾ? ਜਦੋਂ ਕੰਟਰਡਿਕਸ਼ਨ ਤਿੱਖੀਆਂ ਹੁੰਦੀਆਂ ਜਾਣਗੀਆਂ, ਫਾਲਟ ਲਾਈਨ ਤਿੱਖੀਆਂ ਹੁੰਦੀਆਂ ਜਾਣਗੀਆਂ, ਅਲਟੀਮੇਟਲੀ ਗੱਲ ਉੱਥੇ ਹੀ ਮੁੱਕਣੀ ਹੈਗੀ। ਕੋਈ ਬੰਦਾ ਬਾਹਰ ਹੋ ਜਾਊਗਾ, ਕੋਈ ਬੰਦਾ ਦਿੱਕਤ ਹੀ ਇੱਥੇ ਆ ਰਹੀ ਹੈ। ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀ 'ਚ ਵੀ ਜ਼ਿਕਰ ਆ ਕਿ ਜਦੋਂ ਹੰਟਰ ਕਮੇਟੀ ਆਉਂਦੀ ਹੈ ਇੱਥੇ, ਉਦੋਂ ਇੱਥੇ ਪਹਿਲੀ ਵਾਰ ਜਨਗਣਨਾ ਜਦੋਂ ਹੁੰਦੀ ਆ, ਉਦੋਂ ਲੋਕਾਂ ਤੋਂ ਪੁੱਛਿਆ ਜਾਂਦਾ ਧਰਮ ਦਾ, ਜਾਤਾਂ ਦੇ ਜਦੋਂ ਮਸਲੇ ਪੁੱਛੇ ਜਾਂਦੇ ਨੇ ਤਾਂ ਲੋਕ ਇੰਨੇ ਵਿਚਾਰੇ ਮਤਲਬ ਭੋਲੇ ਕਹੋ ਜਾਂ ਇੰਨੇ ਜ਼ਿਆਦਾ ਰੌ ਕਹੋ, ਉਹਨਾਂ ਨੂੰ ਜਦੋਂ ਪੁੱਛਦੇ ਆ ਤੁਹਾਡੀ ਪਛਾਣ ਕੀ ਆ ਜਾਤ ਦੇ ਆਧਾਰ 'ਤੇ ਜਾਂ ਕਿਸੇ ਹੋਰ ਆਧਾਰ 'ਤੇ, ਬਹੁਤਿਆਂ ਨੂੰ ਖਾਨਾ ਭਰਨਾ ਨਹੀਂ ਆਉਂਦਾ। ਕਾਰਨ ਕੀ ਹੈ ਕਿ ਉਹ ਸਿੱਖੀ ਨੂੰ ਬੜੇ ਹੋਰ ਹਿਸਾਬ ਨਾਲ ਦੇਖ ਰਹੇ ਆ। ਉਹ ਸਿੱਖੀ ਨੂੰ ਸਿੱਖੀ ਦੇ ਪ੍ਰੋਸਪੈਕਟ ਤੋਂ ਨਹੀਂ ਦੇਖ ਰਹੇ। ਦਿੱਕਤ ਉੱਥੇ ਹੈ। ਤੁਸੀਂ ਕਿਸੇ ਬੰਦੇ ਨੂੰ ਅੰਦਰ ਲੈ ਕੇ ਆਉਣ ਦੀ ਥਾਂ ਪਹਿਲੀ ਬਾਹਰ ਕਰ ਰਹੇ ਹੋ, ਐਕਸਕਲੂਡ ਕਰਕੇ ਕਰ ਰਹੇ ਹੋ, ਇਨਕਲੂਡ ਕਰਨ ਦੀ ਥਾਂ। ਕਲਟ ਦੀ ਪੋਲਿਟਿਕਸ ਆ ਹਾਂ। ਧਰਮਾਂ 'ਚ ਹੀ ਹੋਇਆ ਨਾ ਕਲਟ ਦੀ ਪੋਲਿਟਿਕਸ। ਉਹ ਕਲਟ ਵਿਆਖਿਆ ਕਰਦਾ ਕਿ ਧਰਮ ਇਹ ਆ। ਦੁਨੀਆ 'ਚ ਹਰ ਜਗ੍ਹਾ ਹੀ ਦਿੱਕਤ ਇਹੀ ਆਉਂਦੀ ਹੈ ਵੀ ਜਦੋਂ ਮੈਂ ਮੰਨ ਲਵਾਂ ਕਿ ਦੁਨੀਆ ਭਰ ਦੇ ਵਿੱਚ ਅੰਤਮ ਸੱਚ ਮੇਰੇ ਕੋਲ ਹੈ, ਵੀ ਇਹ ਤੋਂ ਅੱਗੇ ਕੋਈ ਸੱਚ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ, ਉਹ ਤਾਂ ਆਉਂਦੇ ਵੀ ਸੱਚ ਆਉਂਦਾ ਹੀ ਰਹਿਣਾ, ਕੋਈ ਸਿਰਾ ਨਹੀਂ ਹੈ। ਡੇਰਿਆਂ ਦਾ ਕਲਚਰ ਵੀ ਗੁਰੂ ਸਾਹਿਬ ਦੇ ਟਾਈਮ ਦਾ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਬੜੇ ਆਰਗੈਨਿਕ ਨੇ ਤੇ ਜਿਹੜੇ ਬੜੇ ਰॉ ਨੇ। ਸੂਫੀਆਂ ਦੇ ਨੇ ਬਹੁਤ ਸਾਰੇ ਜਿਹੜੇ ਉਦੋਂ ਦੇ ਚੱਲੇ ਆ ਰਹੇ। ਉਹਨਾਂ ਨੂੰ ਵੀ ਜਦੋਂ ਡੇਰਾਵਾਦ ਸ਼ਬਦ ਬਣ ਗਿਆ ਉਸੇ ਕੈਟਾਗਰੀ 'ਚ ਪਾ ਲਿਆ ਗਿਆ। ਜੋ ਡੇਰਾਵਾਦ ਸ਼ਬਦ ਬਣਿਆ, ਕੋਈ 4 ਡੇਰੇ ਕੰਟਰੋਵਰਸ਼ੀਅਲ ਹੋਣਗੇ ਆਪਾਂ ਨੂੰ ਪਤਾ ਜਿਹੜੇ ਹੈਗੇ ਨੇ, ਉਹ ਬਾਕੀਆਂ ਨੂੰ ਵੀ ਸਿੱਖ ਨੇ ਜਿਹੜੇ ਆਮ ਸਿੱਖ ਆ ਉਹ ਤਾਂ ਉਵੇਂ ਰਿਸੀਵ ਕਰ ਰਹੇ ਨਾ ਘਰੇ ਬੈਠਾ। ਜਦੋਂ ਸਾਡੇ ਪ੍ਰਚਾਰਕ ਬੋਲਦੇ ਨੇ ਤਿੱਖਾ ਉਹ ਬਾਕੀ ਡੇਰਿਆਂ ਨੂੰ ਮੈਂ ਦੇਖ ਰਿਹਾ ਨੇ ਪਿੰਡਾਂ 'ਚ ਜਿਨ੍ਹਾਂ 'ਚ ਬੜੀ ਸ਼ਰਧਾ, ਜਿਨ੍ਹਾਂ 'ਚ ਬੜਾ ਪਿਆਰ ਸਤਿਕਾਰ ਉਹ ਹੁੰਦਾ ਸੀਗਾ, ਉੱਥੇ ਮੈਂ ਦੇਖ ਰਿਹਾ ਹੁਣ ਹੋਰ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ, ਖਾਸ ਤੌਰ 'ਤੇ ਸ਼ਹਿਰਾਂ 'ਚ। ਪਿੰਡਾਂ 'ਚ ਤਾਂ ਜੀ ਘੱਟ ਆ। ਉਹਨਾਂ ਦੇ ਇੱਕ ਆਪਣੇ ਮਾਨਤਾਵਾਂ ਨੇ, ਉਹਨਾਂ ਦੇ ਇੱਕ ਆਪਣਾ ਮੰਨਣਾ। ਗੁਰੂ ਸਾਹਿਬ ਨੇ ਵੀ ਕਿਸੇ ਨੂੰ ਧੱਕੇ ਨਾਲ ਤਾਂ ਨਹੀਂ ਮਨਾਇਆ, ਜਦੋਂ ਕਨਵਿੰਸ ਕੀਤਾ। ਸਿੱਧ ਗੋਸ਼ਟ ਹੋਏ, ਜਿੰਨੀਆਂ ਵੀ ਗੋਸ਼ਟੀਆਂ ਨੇ ਸਿੱਧਾਂ ਨਾਲ ਹੋਰਾਂ ਨਾਲ, ਉਹਦੇ 'ਚ ਉਹ ਪਾਵਰ ਸੀ। ਗੁਰੂ ਸਾਹਿਬ ਨੇ ਆਪਦੀ ਗੱਲ ਰੱਖੀ ਟਿਕਾ ਕੇ, ਤੇ ਉਹ ਧਾਰਾ ਵੱਡੀ ਸੀ ਉਦੋਂ, ਆਪਾਂ ਨੂੰ ਪਤਾ। ਉਹ ਧਾਰਾ ਛੋਟੀ ਹੁੰਦੀ ਗਈ ਤੇ ਗੁਰੂ ਸਾਹਿਬ ਨਾਲ ਲੋਕ ਜੁੜਦੇ ਗਏ। ਉਹ ਗੁਰੂ ਸਾਹਿਬ ਕੋਲ ਗੱਲ ਸੀਗੀ। ਅਸਲ 'ਚ ਇਹੀ ਤਾਂ ਦਿੱਕਤ ਆ ਰਹੀ ਹੈ ਕਿ ਜਿਹੜਾ ਸਿੱਖਾਂ ਦੇ ਵਿੱਚ ਇੱਕ ਵੱਡਾ ਜਿਹੜਾ ਐਗਰੈਸ਼ਨ ਦਾ ਜਿਹੜਾ ਆ ਰਿਹਾ ਹੈ, ਉਹ ਉਹਨਾਂ ਗੱਲਾਂ 'ਤੇ ਆ ਰਿਹਾ ਜਿਹੜੇ ਵੱਡੇ ਕੋਈ ਮਸਲੇ ਨਹੀਂ ਹੋਣੇ ਚਾਹੀਦੇ। ਜਿੱਦਾਂ ਹੁਣ ਆਪਾਂ ਐਡੀ ਵੱਡੀ ਧਰਤੀ ਨੂੰ ਬੇਦਾਵਾ ਦੇ ਕੇ ਜਾ ਰਹੇ ਹਾਂ, ਇਹਦੇ ਬਾਰੇ ਸਾਡੇ ਮਨ 'ਚ ਐਗਰੈਸ਼ਨ ਨਹੀਂ ਹੋ ਰਿਹਾ। ਬਹੁਤ ਸਾਰੀਆਂ ਸਤਿਕਾਰ ਕਮੇਟੀਆਂ, ਬਹੁਤ ਸਾਰਾ ਕੁਝ ਹੋਇਆ, ਤੁਹਾਨੂੰ ਪਤਾ ਉਹ ਕਿਵੇਂ, ਬਹੁਤ ਸਾਰੀਆਂ ਮਸਜਿਦ, ਬਹੁਤ ਸਾਰਾ ਕੁਝ ਹੋਇਆ। ਤੁਸੀਂ ਜਾਣਦੇ ਹੋ ਕੀ ਹੋਇਆ ਹੈਗਾ। ਨਹੀਂ ਉਹ ਦਿੱਕਤ ਹੈ ਨਾ, ਉਹੀ ਤਾਂ ਗੱਲ ਹੈ। ਜਿਹੜੀ ਲੋਕਧਾਰਾ ਚੀਜ਼ਾਂ ਪਈਆਂ ਉਹਨਾਂ ਨੂੰ ਬਿਲਕੁਲ ਹੀ ਨਿਗੇਟ ਕੀਤਾ। ਉਹ ਲੋਕਾਂ ਦੀਆਂ ਜਾ ਕੇ ਜਠੇਰੇ ਦੀਆਂ ਸਮਾਧਾਂ ਢਾਹਤੀਆਂ, ਲੋਕਾਂ ਦੀਆਂ ਜਾ ਕੇ ਈਵਨ ਕਿ ਜਿਹੜੀਆਂ ਪੰਜਾਬ ਦੀਆਂ ਹਿਸਟੋਰੀਕਲ ਥਾਵਾਂ ਸੀਗੀਆਂ ਉਹ ਢਾਉਣ ਤੱਕ ਚਲੇ ਗਏ ਲੋਕ। ਅਸਲ 'ਚ ਤਾਂ ਦਿੱਕਤ ਇਹੀ ਹੈ। ਹੁਣ ਮਸਲਾ ਇਹ ਆ ਗਿਆ, ਇੱਕ ਬੰਦਾ ਆ ਕੇ ਕਹਿੰਦਾ ਮੈਂ ਦੱਸਦਾ ਵੀ ਆਹ ਧਰਮ। ਉਹ ਮਹਾਰਾਜ ਨੇ ਵੀ ਉਸ ਚੀਜ਼ ਨੂੰ ਸਿੰਪਲੀਫਾਈ ਕੀਤਾ ਵੀ ਤੂੰ ਉਹ ਨਹੀਂ ਹੈ, ਤੂੰ ਰੱਬ ਦੇ ਵਿੱਚ ਵਿਚੋਲਾ ਨਾ ਬਣ। ਸੋ ਮਸਲਾ ਉੱਥੇ ਆ ਜਾਂਦਾ ਹੈ। ਹੁਣ ਵੀ ਜਿਹੜੀ ਆ ਰਹੀ ਹੈ ਵੀ ਮਾਡਰਨ, ਉਹਦੇ ਵਿੱਚ ਲੋਕ ਧਾਰਾ ਨੂੰ ਲੋਕਾਂ ਨੇ ਸਮਝਿਆ ਨਹੀਂ। ਧੰਨਾ ਭਗਤ ਹੈ, ਧੰਨਾ ਭਗਤ ਪੱਥਰ ਨੂੰ ਪੂਜ ਰਿਹਾ, ਠੀਕ ਹੈ ਨਾ। ਸਾਹਿਬ ਦੇ ਵਿੱਚ ਆਰਤੀ ਹੁੰਦੀ ਉਹਨਾਂ ਦੀ ਬਕਾਇਦਾ ਤੌਰ ਤੇ। ਹਾਂ, ਤੇ ਉਹ ਈਵਨ ਜੈਦੇਵ ਹੈ, ਠੀਕ ਹੈ ਨਾ। ਸੋ ਮਸਲਾ ਮੂਰਤੀ ਵਾਲੇ ਬੰਦੇ ਨਾ ਹੀ ਰੱਖਦੇ, ਫਿਰ ਭਗਤ ਤਾਂ ਨਾ ਹੀ ਆਉਂਦੇ ਮੈਨੂੰ ਲੱਗਦਾ ਬਾਣੀ 'ਚ। ਸਿੱਖ ਸਕੋਲਰ ਸੀਗਾ, ਉਹਨੇ ਮੈਨੂੰ ਕਿਹਾ ਵੀ ਆਪਾਂ ਇਹ ਕੰਮ ਤਾਂ ਕੀਤਾ ਵੀ ਮੜੀਆਂ ਤੋੜਤੀਆਂ ਜਾਂ ਕਹਿ ਲਓ ਕਿ ਉਦਾਸੀਆਂ ਦਾ ਜਾਂ ਜਠੇਰਿਆਂ ਦੀਆਂ। ਕਹਿੰਦਾ ਉਹ ਜਿਹੜੇ ਲੋਕ ਟੁੱਟ ਗਏ ਉਹ ਕਿਸੇ ਨਾ ਕਿਸੇ ਡੇਰੇ ਨਾਲ ਜੁੜ ਗਏ।
ਜਾਂ ਕਿਸੇ ਨਾ ਕਿਸੇ ਹੋਰ। ਕਦੇ ਇਹ ਮਸਲਾ ਵੀ ਇੰਨਾ ਸੈਂਸਿਟਾਈਜ਼ ਹੋ ਸਕਦਾ ਗਾ ਕਿ ਯਾਰ ਅਸੀਂ ਆਪਦੀ ਆਇਡੈਂਟੀਟੀ ਦੀ ਪੋਲਿਟਿਕਸ ਲਈ ਤਾਂ ਲੜ ਰਹੇ ਹਾਂਗੇ, ਪਛਾਣ ਦੀ ਗੱਲ ਤਾਂ ਦੁਨੀਆ 'ਚ ਕਰ ਰਹੇ ਹਾਂ, ਸਾਡੀ ਹੋਂਦ ਦੇ ਖਤਰੇ ਦੀ ਗੱਲ ਕਰ ਰਹੇ ਹਾਂ। ਜੋ ਸਾਡੇ ਵਿਦਨ ਪਛਾਣਾਂ ਨੂੰ ਅਸੀਂ ਨਗੇਟ ਕੀਤਾ ਜਾਂ ਸਪਰੈਸ ਕੀਤਾ ਜਾਂ ਉਹਨਾਂ ਦੇ ਨਾਲ ਕੋਈ ਡਾਇਲੌਗ 'ਚ ਨਹੀਂ ਆ, ਜਾਂ ਜਿਹੜੇ ਸਾਡੇ ਹਿੱਸਾ ਸੀ ਉਹਨਾਂ ਨੂੰ ਅਸੀਂ ਐ ਮੰਨ ਰਹੇ ਜਿਵੇਂ ਬਾਹਰੀ ਹੁੰਦੇ ਨੇ। ਮਾਡਰਨ ਥੋਟ ਦੇ ਵਿੱਚ ਵੀ ਜਿਹੜਾ ਟਕਰਾਅ ਆ ਰਿਹਾ, ਚਾਹੇ ਉਹ ਸ਼ਾਇਦ ਸਤਿਕਾਰ ਕਮੇਟੀਆਂ ਦਾ ਵੀ ਆ ਰਿਹਾ, ਉਹ ਕਹਿ ਦੇਣਾ ਵੀ ਅਸੀਂ ਦੱਸਦੇ ਹਾਂ ਧਰਮ ਕੀ ਹੈ, ਤੁਸੀਂ ਆਹ ਨਹੀਂ ਕਰ ਸਕਦੇ। ਮੈਨੂੰ ਲੱਗਦਾ ਵੀ ਮੇਰੀ ਉਸ ਚੀਜ਼ ਨਾਲ ਸਹਿਮਤੀ ਨਹੀਂ ਹੈ। ਆਪਾਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਉਹ ਕਰ ਸਕਦੇ। ਜੋ ਸਿੱਖਾਂ ਦੇ ਵਿੱਚ ਵੀ ਮਾਡਰਨ ਪ੍ਰੈਕਟਿਸ ਦੇ ਵਿੱਚ ਆ ਰਿਹਾ, ਉਹਦੇ ਵਿੱਚੋਂ ਉਹ ਸਾਨੂੰ ਜ਼ਿਆਦਾ ਡਿਪਰੈਸ਼ਨ ਜ਼ਿਆਦਾ ਦੇ ਰਿਹਾ, ਉਹਦੇ ਵਿੱਚ ਮਨ ਦੀ ਸ਼ਾਂਤੀ ਘੱਟ ਹੈ। ਗੁਰੂ ਸਾਹਿਬ ਦੇ ਘਰੇ ਹੀ ਆਪਾਂ ਗੱਲ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਕਰਦੇ ਹਾਂ। ਉਹਨਾਂ ਦੇ ਘਰ 'ਚ ਦਾਸੀ ਪਰੰਪਰਾ ਸੀ, ਪਰ ਨਗੇਟ ਕਰਨ ਦੀ ਪੋਲਿਟਿਕਸ ਤਾਂ ਨਹੀਂ ਸੀ, ਨਗੇਟ ਤਾਂ ਨਹੀਂ ਕੀਤਾ ਗਿਆ ਨਾ ਕਿਸੇ ਗੱਲ ਨੂੰ। ਤੇ ਪੰਜਾਬ ਤੋਂ ਬਾਹਰ ਜੇ ਸਿੱਖ ਸਿਲਸਿਲੇ ਨੂੰ ਜਾਂ ਸਿੱਖ ਪਰੰਪਰਾਵਾਂ ਨੂੰ ਜਾਂ ਧਰਮ ਨੂੰ ਕਿਤੇ ਸਾਂਭਿਆ ਤਾਂ ਉਹਨਾਂ ਵਿੱਚ ਉਦਾਸੀਆਂ ਦਾ ਕੰਟਰੀਬਿਊਸ਼ਨ ਆਪਾਂ ਮਨਾ ਨਹੀਂ ਕਰ ਸਕਦੇ ਜਾਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ। ਜਿਵੇਂ ਨਿਰਮਲੇ ਨੂੰ ਤਾਂ ਗੁਰੂ ਸਾਹਿਬ ਨੇ ਮਤਲਬ ਬਣਾਈ ਇਸ ਕਰਕੇ ਕਿ ਵੀ ਭਾਈ ਜਾ ਕੇ ਸੰਵਾਦ ਆ ਜਿਹੜਾ, ਜਾ ਕੇ ਨਾ ਕਾਸ਼ੀ 'ਚ ਜਾ ਕੇ, ਬਨਾਰਸ ਜਾ ਕੇ ਤੁਸੀਂ ਜਿਹੜਾ ਹੈਗਾ ਮਤਲਬ, ਜਾਂ ਜਦੋਂ ਯੁੱਧ ਵੀ ਹੋ ਰਹੇ ਸੀ ਉਹਨਾਂ ਨੂੰ ਕੋਈ ਯੁੱਧ 'ਚ ਸ਼ਾਮਲ ਨਹੀਂ ਸੀ, ਕੁਝ ਨਹੀਂ, ਉਹ ਆਪਣੀ ਪ੍ਰੈਕਟਿਸ ਕਰ ਰਹੇ ਸੀ ਹੈ ਨਾ, ਸੰਵਾਦ ਦੀ ਜਿਹੜੀ ਪਰੰਪਰਾ ਨੂੰ, ਕਿ ਆਪਣੀ ਸਿੱਖੀ ਨੂੰ ਇੱਕ ਆਰਟੀਕੂਲੇਟ ਕਰਕੇ, ਥਿਊਰਾਈਜ਼ ਕਰਕੇ ਲੋਕਾਂ ਸਾਹਮਣੇ ਰੱਖੋ। ਚਾਹੇ ਉਹ ਨਾਨਕਪੰਥੀ ਨੇ, ਚਾਹੇ ਸਿੰਧੀ ਨੇ, ਹੈ ਨਾ, ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ, ਧਾਰਾਵਾਂ ਜਾਂ ਸੰਪਰਦਾਵਾਂ ਕਹਿਦਾ ਮੈਂ ਰਹੀਆਂ ਨੇ। ਗੁਰੂ ਸਾਹਿਬ ਦੇ ਕਾਲ 'ਚ ਤਾਂ ਉਹਨਾਂ ਨਾਲ ਕੋਈ ਉਸ ਤਰ੍ਹਾਂ ਦਾ ਕਦੇ ਮਤਲਬ ਨਗੇਟ ਨਹੀਂ ਕੀਤਾ ਗਿਆ ਉਹਨਾਂ ਨੂੰ। ਬਿਲਕੁਲ ਨਹੀਂ ਕੀਤਾ ਗਿਆ ਜੀ, ਬਿਲਕੁਲ ਨਹੀਂ ਕੀਤਾ। ਸੰਸਥਾ ਨੂੰ ਕਹਿ ਕੇ ਇਨੀਸ਼ੀਏਟਿਵ ਪਹਿਲ ਕਦਮੀ ਲਓ, ਨਹੀਂ ਅਸੀਂ ਕਰ ਰਹੇ ਹਾਂ। ਉਹਨਾਂ ਲੋਕਾਂ ਕੋਲ ਜਾਓ ਜਿਨ੍ਹਾਂ ਨੂੰ ਨਗੇਟ ਕੀਤਾ, ਜਿਨ੍ਹਾਂ ਨੂੰ ਬਾਹਰ ਨਹੀਂ ਕਰਨੀ ਚਾਹੀਦੀ ਹੈ, ਕਰ ਰਹੇ ਹਾਂ। ਸਿੱਖੀ ਜਿਹੜੀ ਆਈ ਹੈ ਆਪਣੇ ਆਪ 'ਚ ਹੀ ਇੱਕ ਐਡੀ ਵਿਲੱਖਣ ਤੇ ਡਾਇਵਰਸ ਚੀਜ਼ ਹੈ ਵੀ ਜਿਹਨੂੰ ਆਪਾਂ ਕਹਿ ਲਈਏ ਵੀ ਉਹਦੀ ਇੱਕ ਵਿਆਖਿਆ ਕਰ ਦੇਣੀ ਜਾਂ ਇੱਕ ਥੋਟ ਤੱਕ ਸੀਮਿਤ ਕਰ ਦੇਣਾ, ਮੈਨੂੰ ਲੱਗਦਾ ਵੀ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਬਾਊਂਡੇਸ਼ਨ ਹੋਊਗੀ ਜਾਂ ਬਹੁਤ ਛੋਟੀ ਗੱਲ ਹੋਊਗੀ। ਇਹ ਸੈਂਸਿਟਾਈਜੇਸ਼ਨ ਅਸੀਂ ਇਹ ਕੰਪੈਰੀਜ਼ਨ ਥੋੜ੍ਹੀ ਛੱਡ ਸਕਦੇ ਹਾਂ ਕਿ ਫਲਾਨਿਆਂ ਦੇ ਇਹ ਹੋ ਰਿਹਾ, ਧੌਂਕਿਆਂ ਦੇ ਇਹ ਹੋ ਰਿਹਾ। ਅਸੀਂ ਸਾਡੇ ਕੀ ਕਰਨਾ, ਕਿਸੇ ਦੀ ਪੋਲਿਟਿਕਸ ਕੋਈ ਮਰਜ਼ੀ ਹੋ ਸਕਦੀ ਹੈ, ਕਿਸੇ ਦੀ ਸਾਡੇ ਤੇ ਅਟੈਕ ਵਾਲੀ ਪੋਲਿਟਿਕਸ ਵੀ ਵੱਖਰੀ ਹੋ ਸਕਦੀ ਹੈ, ਸਾਡਾ ਰਿਸਪੌਂਡ ਤਾਂ ਉਹਦੀ ਅਟੈਕ ਵਰਗਾ ਨਹੀਂ ਹੋਊਗਾ ਨਾ। ਦਿੱਕਤ ਤਾਂ ਇਹ ਵੀ ਆ ਰਹੀ ਹੈ ਵੀ ਸਿੱਖਾਂ ਦਾ ਜਿਹੜਾ ਮਸਲਾ ਮਾਡਰਨ ਉਹ ਹੈ, ਉਹ ਥੋਟ ਦਾ ਮਸਲਾ ਆ ਰਿਹਾ, ਕਿਉਂਕਿ ਥੋਟ ਦੇ ਵਿੱਚ ਕੋਮਲਤਾ ਵੀ ਨਹੀਂ ਰਹੀ, ਅਤੇ ਉਹ ਮੌਜੂਦਾ ਦੌਰ ਦੇ ਵਿੱਚ ਤਾਂ ਉਹ ਥੋਟ ਵੀ ਨਹੀਂ ਆ ਰਿਹਾ, ਪੈਦਾ ਵੀ ਨਹੀਂ ਹੋ ਰਿਹਾ। ਅਤੇ ਈਵਨ ਮਤਲਬ ਜੋ ਸਾਡੀ ਪੋਲੀਟਿਕਸ ਵੀ ਹੈ, ਆਪਾਂ ਵੈਸਟ ਨੂੰ ਵਿਰੋਧ ਕਰਦੇ ਕਰਦੇ ਵੀ, ਪਰ ਸੋਚ ਆਪਾਂ ਉਸੇ ਨਜ਼ਰੀਏ ਤੋਂ ਰਹੇ ਹਾਂ। ਮਾਡਰਨ ਦੌਰ ਦੇ ਵਿੱਚ ਹਿੰਦੂ ਸਿੱਖ ਦਾ ਰੌਲਾ ਪਾਇਆ ਜਾਂਦਾ। ਮੈਨੂੰ ਲੱਗਦਾ ਵੀ ਜੇ ਸਤਿਆਰਥ ਪ੍ਰਕਾਸ਼ ਨਾ ਛਪਦਾ ਜਾਂ ਉਹਦੇ ਵਿੱਚ ਕੁਝ ਓਬਜੈਕਸ਼ਨੇਬਲ ਗੱਲਾਂ ਨਾ ਛਪਦੀਆਂ ਤੇ ਪੰਜਾਬ 'ਚ ਕੋਈ ਹਿੰਦੂ ਸਿੱਖ ਵਾਲਾ ਰੌਲਾ ਨਹੀਂ ਸੀਗਾ। ਸਿੱਖਾਂ ਦੀ ਇੱਕ ਖਾਸੀਅਤ ਹੈ, ਮਾੜੇ ਦੌਰ ਦੇ ਤੋਂ ਬਾਅਦ ਫਿਰ ਇਹ ਲਾਮਬੰਦ ਜ਼ਰੂਰ ਹੋ ਜਾਂਦੇ ਆ, ਮਤਲਬ ਢਹਿੰਦੇ ਵੀ ਹੈ, ਫਿਰ ਖੜ੍ਹੇ ਹੋ ਜਾਂਦੇ ਆ। ਉਹ ਜਿਹੜਾ ਸਪਿਰਿਟ ਹੈ ਨਾ, ਇੱਕ ਸਮੂਹਕਤਾ ਦੇ ਵਿੱਚ ਉਹ ਕਿਤੇ ਨਾ ਕਿਤੇ ਐਲੀਮੈਂਟ ਹੈਗਾ ਹੈ। ਮੈਨੂੰ ਲੱਗਦਾ ਵੀ ਮੁੜ ਕੇ ਗੱਲ ਹੋਊਗੀ। ਜਿਹੜੇ ਵੀ ਲੀਡਰ ਆਉਂਦੇ ਨੇ ਉਹਨਾਂ ਦਾ ਵਿਜ਼ਨ ਵੀ ਤਾਂ ਇਹ ਨਹੀਂ ਹੈਗਾ। ਗੰਗਵੀਰ ਆਪਾਂ ਪਿਛਲੇ 2-3 ਦਹਾਕਿਆਂ ਦੀ ਆਪਾਂ ਵੰਡ ਤੋਂ ਬਾਅਦ ਦੀ ਗੱਲ ਕਰ ਲਈਏ ਜਾਂ ਖਾਸ ਤੌਰ ਤੇ 66 ਤੋਂ ਬਾਅਦ ਦੀ ਗੱਲ ਕਰ ਲਈਏ, ਚਾਹੇ ਉਹ ਮੇਨ ਸਟ੍ਰੀਮ ਲੀਡਰ ਹੋਣ, ਚਾਹੇ ਉਹ ਕਿਸੇ ਮੂਵਮੈਂਟ ਦੇ ਹੋਣ, ਉਹਨਾਂ 'ਚ ਕੀ ਇਹ ਸੈਂਸਿਟਾਈਜੇਸ਼ਨ ਹੈ ਸੀ ਇਸ ਲੈਵਲ ਤੱਕ? ਪੰਜਾਬ 'ਚ ਦਿੱਕਤ ਆ ਰਹੀ ਹੈ, ਪੋਲੀਟੀਕਲ ਥੋਟ ਪ੍ਰੋਸੈਸ ਮਰ ਗਿਆ। ਇੱਕ ਯੂਨੀਵਰਸਿਟੀ ਤੋਂ, ਸਕੂਲ ਤੋਂ ਲੀਡਰਸ਼ਿਪ ਆਉਣੀ ਸੀਗੀ, ਮਾਸਟਰਸ 'ਚੋਂ ਨੌਜਵਾਨੀ ਦੀ ਲੀਡਰਸ਼ਿਪ ਆਉਣੀ ਸੀ, ਉਹ ਬਿਲਕੁਲ ਆਉਣੀ ਬੰਦ ਹੋ ਗਈ। ਪੰਜਾਬ ਦਾ ਮੈਂ ਠੇਕਾ ਨਹੀਂ ਲੈ ਸਕਦਾ, ਪੰਜਾਬ ਨੇ ਮੇਰਾ ਠੇਕਾ ਲਿਆ। ਮੇਰੀ ਜਿਹੜਾ ਮੋਹ ਹੈ ਇਸ ਧਰਤੀ ਨਾਲ, ਉਹ ਇਸ ਕਰਕੇ ਹੈ, ਮੈਨੂੰ ਆਪਦੇ ਪਿੰਡ ਦੇ ਸੀਵਿਆਂ ਨਾਲ ਇਸ ਕਰਕੇ ਮੋਹ ਹੈ ਕਿਉਂਕਿ ਮੇਰੀਆਂ 7 ਪੀੜ੍ਹੀਆਂ ਉੱਥੇ। ਭੱਜਾਂਗੇ ਕਿਸ ਦੁਨੀਆ ਦੇ ਕਿਸੇ ਹਿੱਸੇ 'ਚ ਜਾਊਂਗੇ ਤਾਂ ਉਹ ਤੁਹਾਨੂੰ ਉਹ ਨਹੀਂ ਦਿਖੂਗਾ। ਇਸੇ ਕਰਕੇ ਮੇਰਾ ਪੰਜਾਬ ਨਾਲ ਪਿਆਰ ਹੈ। ਸੋ ਇਹੀ ਮੇਰੀ ਇਹਦੇ ਨਾਲ, ਇਸ ਧਰਤੀ ਨਾਲ ਇੱਕ ਭਾਵੁਕਤਾ ਹੈ। ਉਹਦੇ ਵਿੱਚ ਕੋਈ ਮੈਨੂੰ ਸਿੱਖ ਮੰਨ ਲਵੇ, ਕੋਈ ਹਿੰਦੂ ਮੰਨ ਲਵੇ, ਮੈਨੂੰ ਕੋਈ, ਮੈਂ ਧਾਰਮਿਕ ਬੰਦਾ ਹੈ।
ਮੈਂ ਮੰਨਦਾ ਮੇਰੀ ਧਰਮ ਤੋਂ ਦਾਅਵੇਦਾਰੀ ਮੁਨਕਰ ਨਹੀਂ ਹੋ ਸਕਦੀ, ਮੈਂ ਧਰਮ ਨੂੰ ਮੰਨਦਾ, ਪਰ ਪਛਾਣ ਕੋਈ ਮੈਨੂੰ ਕੀ ਕਹਿੰਦਾ ਕੋਈ ਮੇਰੇ ਲਈ ਮੈਟਰ ਨਹੀਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਆਈਡੀਆ ਆਫ ਪੰਜਾਬ ਸ਼ੋਅ 'ਚ ਅੱਜ ਗੱਲ ਕਰਾਂਗੇ ਆਈਡੀਆ ਆਫ ਰਿਲੀਜਨ ਜਾਂ ਕਹੀਏ ਆਈਡੀਆ ਆਫ ਸਿੱਖਿਜ਼ਮ, ਯਾਨੀ ਧਰਮ ਦਾ ਆਈਡੀਆ ਕੀ ਹੈ, ਧਰਮ ਦਾ ਵਿਚਾਰ ਕੀ ਹੈ, ਜਾਂ ਕਹੀਏ ਸਿੱਖਿਜ਼ਮ ਦਾ ਵਿਚਾਰ ਕੀ ਸੀ। ਸਿੱਖ ਧਰਮ ਦੇ ਅੰਦਰ ਬਹੁਤ ਜ਼ਿਆਦਾ ਡਿਵਰਸਿਟੀ ਰਹੀ ਆ, ਹਾਲਾਂਕਿ ਸਾਰੇ ਧਰਮਾਂ 'ਚ ਹੀ ਬਹੁਤ ਵੱਡੀ ਡਿਵਰਸਿਟੀ ਰਹੀ ਹੈ, ਪਰ ਪਿਛਲੇ ਦੌਰ 'ਚੋਂ ਅਸੀਂ ਦੇਖ ਰਹੇ ਹਾਂ ਧਰਮਾਂ ਦੇ ਅੰਦਰ ਕੁਝ ਧਾਰਾਵਾਂ ਬਾਕੀਆਂ ਨੂੰ ਨਗੇਟ ਕਰਦੀਆਂ ਨੇ, ਯਾਨੀ ਜਿਹੜੀਆਂ ਬਾਕੀ ਧਾਰਾਵਾਂ 'ਚੋਂ ਇੱਕ ਧਾਰਾ ਵੱਡੀ ਕਰਕੇ ਉਹਨਾਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਉਸ ਤਰ੍ਹਾਂ ਉਹ ਘੇਰੇ 'ਚ ਨਹੀਂ ਆਉਂਦੇ ਜਿਨ੍ਹਾਂ ਨੂੰ ਸਾਰੀ ਸਿੱਖੀ ਨੇ ਸਮਾਇਆ ਹੋਇਆ ਸੀ। ਜਿਵੇਂ ਅਸੀਂ ਗੱਲ ਕਰੀਏ ਨਾਨਕ ਪੰਥੀਆਂ ਦੀ, ਜਿਵੇਂ ਗੱਲ ਕਰੀਏ ਸਿੰਧੀ ਸਿੱਖਾਂ ਦੀ, ਉਦਾਸੀਆਂ ਦੀ ਗੱਲ ਕਰ ਲਓ, ਸਤਨਾਮੀਆਂ ਦੀ ਗੱਲ ਕਰ ਲਓ, ਜਾਂ ਨਿਰਮਲਿਆਂ ਦੀ ਗੱਲ ਕਰ ਲਓ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਜਿਹੜੇ ਇਹ ਧਾਰਾਵਾਂ ਸੀ ਸਿੱਖੀ ਦੀਆਂ, ਇਹ ਨਗੇਟ ਹੋਈਆਂ ਨੇ। ਕਿਸੇ ਨੂੰ ਕਹਿ ਦਿੱਤਾ ਜਾਂਦਾ RSS ਦਾ, ਕਿਸੇ ਨੂੰ ਕੁਛ ਕਿਹਾ ਜਾਂਦਾ, ਕਿਸੇ ਨੂੰ ਕੁਛ ਕਿਹਾ ਜਾਂਦਾ। ਸਿੱਖੀ ਵੱਡੀ ਤਾਂ ਇਸੇ ਗੱਲ 'ਚ ਸੀ ਕਿ ਗੁਰੂ ਸਾਹਿਬ ਸਾਰੇ ਕਿਤੇ ਘੁੰਮੇ, ਉੱਤਰ ਪੂਰਬ ਪੱਛਮ ਦੱਖਣ, ਅਤੇ ਸਿੱਖ ਵੀ ਜੇ ਤੁਸੀਂ ਦੇਖੋਗੇ ਪੰਜ ਪਿਆਰਿਆਂ ਦੇ ਅੰਦਰ ਵੀ ਗੁਜਰਾਤ ਤੋਂ, ਬਾਕੀ ਥਾਵਾਂ ਤੋਂ, ਔਰ ਬਹੁਤ ਸਾਰੀਆਂ ਧਰਤੀਆਂ ਨਾਲ ਰਿਸ਼ਤੇ ਗੁਰੂ ਸਾਹਿਬ ਦੀਆਂ ਉਦਾਸੀਆਂ ਬੜੀਆਂ ਲੰਬੀਆਂ ਨੇ, ਰਹਿੰਦੇ ਨੇ। ਇਸੇ ਮਸਲੇ ਦੇ ਉੱਤੇ ਹਰਜੋਤ ਬਰਾਏ ਨੇ ਇੱਕ ਬੜੀ ਇੰਪੋਰਟੈਂਟ ਕਿਤਾਬ ਲਿਖੀ ਸੀਗੀ। ਕਿਤਾਬ ਦਾ ਨਾਂ ਸੀ ਦਾ ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼। ਇਹ ਕੀ ਧਰਮ ਦੀਆਂ ਜਿਹੜੀਆਂ ਕੰਧਾਂ ਦੀ ਉਸਾਰੀ ਹੁੰਦੀ ਆ ਉਹ ਕਿਸ ਤਰ੍ਹਾਂ ਹੁੰਦੀ ਹੈਗੀ, ਧਰਮ ਪਹਿਲਾਂ ਕੀ ਸੀ ਅਤੇ ਧਰਮ ਹੁਣ ਕੀ ਹੋ ਗਿਆ। ਧਰਮ ਦੇ ਲੋਕਲ ਗੋਡਸ ਦੀ ਉਹ ਗੱਲ ਕਰਦੇ ਨੇ ਕਿ ਕਿਵੇਂ ਸਥਾਨਕ ਰੱਬ ਨੇ, ਸਥਾਨਕ ਰੱਬ ਸੀ ਸਾਰਿਆਂ ਦੇ, ਮਤਲਬ ਸਾਰੇ ਬੰਦੇ ਵੱਖ-ਵੱਖ ਜੇ ਅੱਲਾ ਨੂੰ ਮੰਨ ਰਹੇ ਨੇ ਜਾਂ ਸ਼ਿਵ ਨੂੰ ਮੰਨ ਰਹੇ ਨੇ, ਜਾਂ ਜਿਨ੍ਹਾਂ ਨੂੰ ਵੀ ਮੰਨ ਰਹੇ ਨੇ ਉਹ ਆਪਣੇ ਸਥਾਨਕ ਹਵਾਲਿਆਂ ਦੇ ਨਾਲ ਮੰਨ ਰਹੇ ਨੇ। ਪਰ ਅਸੀਂ ਦੇਖ ਰਹੇ ਹਾਂ ਪਿਛਲੇ ਦੌਰ 'ਚ ਧਰਮ 'ਚ ਫਿਰ ਇੱਕ ਵਿਆਖਿਆ ਕਰਨੀ ਕੋਈ ਸ਼ੁਰੂ ਕਰ ਦਿੰਦਾ। ਧਰਮ ਦੀ ਜਦੋਂ ਵਿਆਖਿਆ ਕੋਈ ਇੱਕ ਸੰਸਥਾ ਕਰਦੀ ਆ, ਉਹ ਕਹਿੰਦੀ ਆ ਧਰਮ ਐ ਆ, ਹਿੰਦੂ ਧਰਮ ਐ ਆ, ਸਿੱਖ ਧਰਮ ਐ ਆ, ਬਾਕੀ ਧਰਮਾਂ ਦੀ ਵੀ ਆਪਾਂ ਗੱਲ ਕਰੀਏ ਐ ਨੇ। ਉਸ ਤੋਂ ਬਾਅਦ ਪੰਗੇ ਪੈਣੇ ਫਿਰ ਸ਼ੁਰੂ ਹੁੰਦੇ ਨੇ, ਕਿਉਂਕਿ ਉਹ ਜਿਹੜੇ ਸਪੇਸ ਨੇ, ਜਿਹੜੇ ਸਪੇਸ ਸਦੀਆਂ ਦੇ ਚੱਲੇ ਆ ਰਹੇ ਨੇ, ਉਹ ਜਾਂ ਤਾਂ ਕੁਚਲ ਦਿੱਤੇ ਜਾਂਦੇ ਨੇ, ਜਾਂ ਸਾਈਡਲਾਈਨ ਕਰ ਦਿੱਤੇ ਜਾਂਦੇ ਨੇ, ਜਾਂ ਉਹ ਵਿਚਾਰੇ ਬੋਲਣਾ ਹੀ ਬੰਦ ਕਰ ਦਿੰਦੇ ਨੇ। ਇੱਕੋ ਧਾਰਾ ਬੜੀ ਉੱਚੀ ਸਿਰ 'ਚ ਗੱਲ ਕਰਦੀ ਹੈ, ਉਹ ਨਗੇਟ ਹੋ ਜਾਂਦੀਆਂ ਨੇ। ਇਸ ਗੱਲ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਿੱਖ ਧਰਮ ਦਾ ਮੀਨਿੰਗ ਕੀ ਹੈ, ਸਿੱਖ ਧਰਮ ਦੀ ਜਿਹੜੀ ਆਇਡੈਂਟੀਟੀ ਹੈ, ਜਾਂ ਸਿੱਖ ਧਰਮ ਦੇ ਅੰਦਰ ਜਿਹੜੀ ਡਿਵਰਸਿਟੀ ਹੈ, ਸਿੱਖ ਧਰਮ ਦੀ ਜਿਹੜੀ ਪਛਾਣ ਦਾ ਮਸਲਾ, ਉਹ ਕਿੰਨੀਆਂ ਪਛਾਣਾਂ ਨਾਲ ਜੁੜਿਆ ਹੋਇਆ ਸੀ। ਕੀ ਉਹ ਕਿਸੇ ਇੱਕੋ ਪਛਾਣ 'ਚ ਸਮਾ ਸਕਦਾ? ਜਦੋਂ ਕੋਈ ਇੱਕ ਬੰਦਾ ਆਉਂਦਾ ਉਹ ਸਿੱਖੀ ਦੀ ਵਿਆਖਿਆ ਕਰਦਾ ਕਿ ਸਿੱਖੀ ਆ ਗਈ, ਜਦੋਂ ਕਿ ਦੂਜੀ ਧਾਰਾ ਜਿਹੜੀ ਪੈਰਲਲ ਚੱਲਦੀ ਹੁੰਦੀ ਹੈ ਉਹ ਸਿੱਖੀ ਨੂੰ ਕਿਸੇ ਹੋਰ ਤਰੀਕੇ ਨਾਲ ਮੰਨ ਰਹੀ ਹੁੰਦੀ ਆ, ਜਾਂ ਸਿੱਖੀ ਦੀ ਪਰਿਭਾਸ਼ਾ ਉਹਦੇ ਲਈ ਕੁਛ ਹੋਰ ਹੋਏਗੀ, ਜਾਂ ਸਿੱਖੀ ਦੀ ਵਿਆਖਿਆ ਉਹਦੇ ਲਈ ਕੁਛ ਹੋਰ ਹੋਏਗੀ। ਤਾਂ ਇਹਨਾਂ ਸਾਰੀਆਂ ਗੱਲਾਂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਗੰਗਵੀਰ ਰਠੌੜ ਨੇ। ਗੰਗਵੀਰ ਰਠੌੜ ਕੋਈ ਸਿੱਖਾਂ ਦੇ ਉਸ ਤਰ੍ਹਾਂ ਦਾ ਕਲੇਮ ਨਹੀਂ ਕਰਦੇ, ਨਾ ਹੀ ਉਹ ਸਿੱਖ ਨੇ। ਜੇ ਮੈਂ ਕਹਾਂ ਚਲੋ ਸਿੱਖ ਉਹ ਹੈ ਨੇ ਜਾਂ ਨਹੀਂ, ਉਹ ਆਪ ਦੱਸਣਗੇ। ਉਹ ਪਰਿਵਾਰ 'ਚੋਂ ਇੱਕ ਹੋਰ ਟਰਡੀਸ਼ਨ 'ਚੋਂ ਆਉਂਦੇ ਨੇ, ਹਿੰਦੂ ਪਰਿਵਾਰ 'ਚੋਂ ਆਉਂਦੇ ਨੇ। ਹਾਲਾਂਕਿ ਉਹਨਾਂ ਦੇ ਪਰਿਵਾਰ 'ਚ ਵੀ ਜਿਵੇਂ ਸਿੰਧੀਆਂ 'ਚ ਚੱਲਦਾ ਸੀ, ਬਹੁਤ ਸਾਰੇ ਪਰਿਵਾਰਾਂ 'ਚ ਇੱਕ ਬੱਚਾ ਹਿੰਦੂ ਇੱਕ ਸਿੱਖ, ਇਸ ਤਰ੍ਹਾਂ ਦਾ ਟਰਡੀਸ਼ਨ ਉਹਨਾਂ ਦੇ ਪਰਿਵਾਰ 'ਚ ਵੀ ਰਿਹਾ ਗਾ। ਤਾਂ ਅਸੀਂ ਗੰਗਵੀਰ ਰਠੌੜ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਘੋਖਦੇ ਵੀ ਨੇ, ਸਟੱਡੀ ਵੀ ਕਰਦੇ ਨੇ, ਅਤੇ ਉਹ ਇਹਨਾਂ ਚੀਜ਼ਾਂ 'ਤੇ ਟਿੱਪਣੀਆਂ ਵੀ ਕਰਦੇ ਨੇ, ਇਹਨਾਂ ਚੀਜ਼ਾਂ 'ਤੇ ਉੱਚੀ ਸੁਰ 'ਚ ਵੀ ਗੱਲ ਕਰਦੇ ਨੇ, ਨੀਵੇਂ ਵੀ ਹੋ ਜਾਂਦੇ ਨੇ, ਪਰ ਇੱਕ ਡਿਵਰਸਿਟੀ ਨੂੰ ਸਮਝਦੇ ਨੇ, ਜਾਂ ਡਿਵਰਸਿਟੀ ਦੇ ਨਾਲ ਇੱਕ ਰਿਲੇਸ਼ਨ ਦੀ ਗੱਲ ਉਹ ਸਿੱਖੀ ਦੀ ਕਰਦੇ ਨੇ। ਸਵਾਗਤ ਹੈ ਤੁਹਾਡਾ ਗੰਗਵੀਰ, ਬਹੁਤ ਬਹੁਤ ਪ੍ਰੋ ਪੰਜਾਬ ਟੀਵੀ 'ਤੇ। ਧੰਨਵਾਦ ਜੀ। ਮੈਂ ਗੱਲ ਇੱਥੇ ਸ਼ੁਰੂ ਕਰ ਦਾਂਗਾ ਕਿ ਸਿੱਖੀ ਜਦੋਂ ਸ਼ੁਰੂ ਹੁੰਦੀ ਹੈ ਹੈ ਨਾ, ਦੋ ਤਿੰਨ ਮੋਟੀਆਂ ਗੱਲਾਂ ਨੇ। ਗੁਰੂ ਸਾਹਿਬ ਨੂੰ ਆਪਾਂ ਜੋਤ ਕਹਿੰਦੇ ਹੈਗੇ, ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂਗੇ। ਅਤੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਆਉਂਦਾ ਆਉਂਦਾ ਇੱਕ ਪੂਰੇ ਪੰਥ 'ਚ ਤਬਦੀਲ ਹੋ ਜਾਂਦਾ, ਖਾਲਸਾ ਸਜ ਜਾਂਦਾ, ਸਿੰਘ ਸਜਦਾ। ਉਸ ਤੋਂ ਪਹਿਲਾਂ ਇੱਕ ਸਿੱਖ ਆ, ਉਸ ਤੋਂ ਬਾਅਦ ਫਿਰ ਇਹ ਸਾਰਾ ਪ੍ਰੋਸੈਸ ਹੁੰਦਾ ਗਾ। ਫਿਰ ਆਪਾਂ ਮਾਡਰਨ ਫੇਜ਼ ਦੇ ਅੰਦਰ ਆ ਜਾਂਦੇ ਹਾਂ, ਜਦੋਂ
ਇਸ ਕਿਤਾਬ ਦੇ ਅੰਦਰ ਵੀ ਜ਼ਿਕਰ ਆ, ਜਿਹੜਾ ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀ 'ਚ ਵੀ ਜ਼ਿਕਰ ਆ ਕਿ ਜਦੋਂ ਹੰਟਰ ਕਮੇਟੀ ਆਉਂਦੀ ਹੈ ਇੱਥੇ, ਉਦੋਂ ਇੱਥੇ ਪਹਿਲੀ ਵਾਰ ਜਨਗਣਨਾ ਜਦੋਂ ਹੁੰਦੀ ਆ, ਉਦੋਂ ਲੋਕਾਂ ਤੋਂ ਪੁੱਛਿਆ ਜਾਂਦਾ ਧਰਮ ਦਾ, ਜਾਤਾਂ ਦੇ ਜਦੋਂ ਮਸਲੇ ਪੁੱਛੇ ਜਾਂਦੇ ਨੇ, ਤਾਂ ਲੋਕ ਇੰਨੇ ਵਿਚਾਰੇ ਮਤਲਬ ਭੋਲੇ ਕਹੋ ਜਾਂ ਇੰਨੇ ਜ਼ਿਆਦਾ ਰੌ ਕਹੋ, ਉਹਨਾਂ ਨੂੰ ਜਦੋਂ ਪੁੱਛਦੇ ਆ ਤੁਹਾਡੀ ਪਛਾਣ ਕੀ ਆ ਜਾਤ ਦੇ ਆਧਾਰ 'ਤੇ ਜਾਂ ਕਿਸੇ ਹੋਰ ਆਧਾਰ 'ਤੇ, ਬਹੁਤਿਆਂ ਨੂੰ ਖਾਨਾ ਭਰਨਾ ਨਹੀਂ ਆਉਂਦਾ, ਬਹੁਤੇ ਦੱਸ ਨਹੀਂ ਪਾਉਂਦੇ ਕਿ ਜਿਹੜੀ ਬਾਉਂਡਰੀਜ਼ ਨੇ ਇੰਨੀਆਂ ਉੱਚੀਆਂ ਨਹੀਂ ਹੋਈਆਂ। ਜਿਹੜੀਆਂ ਕੰਸਟਰਕਸ਼ਨ ਹੋਈ ਧਰਮ ਦੀ ਉਸਾਰੀ ਦੀਆਂ ਬਾਉਂਡਰੀਜ਼ ਨੇ ਜਿਹੜੀਆਂ, ਉਹ ਐਡੀਆਂ ਵੱਡੀਆਂ ਨਹੀਂ ਸੀ ਕਿ ਬੰਦਾ ਪਛਾਣ ਨੂੰ ਲੈ ਕੇ ਹੁਣ ਤਾਂ ਫਿਕਰ ਪੈ ਜਾਂਦਾ। ਹੁਣ ਤਾਂ ਬੰਦਾ ਕਹਿੰਦਾ ਮੇਰੀ ਪਛਾਣ ਨੂੰ ਖਤਰਾ, ਜਾਂ ਸਿੱਖ ਕੌਮ ਨੂੰ ਖਤਰਾ, ਜਾਂ ਇਹ ਬਹੁਤ ਸਾਰੇ ਆਪਾਂ ਖਤਰੇ, ਹਿੰਦੂ ਕਹਿੰਦੇ ਅਸੀਂ ਖਤਰੇ 'ਚ ਹਾਂ, ਸਾਰੇ ਕਹਿੰਦੇ ਅਸੀਂ ਖਤਰੇ 'ਚ ਆਂਗੇ। ਤਾਂ ਮੈਂ ਇਹਦੇ 'ਤੇ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈਗਾ, ਸਿੱਖੀ ਕੀ ਸੀ? ਦੇਖੋ, ਸਿੱਖੀ ਜਿਹੜੀ ਆਈ ਆ ਆਪਣੇ ਆਪ 'ਚ ਹੀ ਇੱਕ ਐਡੀ ਵਿਲੱਖਣ ਅਤੇ ਡਾਈਵਰਸ ਚੀਜ਼ ਹੈ ਵੀ ਜਿਹਨੂੰ ਆਪਾਂ ਕਹਿ ਲਈਏ ਵੀ ਉਹਦੀ ਇੱਕ ਵਿਆਖਿਆ ਕਰ ਦੇਣੀ ਜਾਂ ਇੱਕ ਥੋਟ ਤੱਕ ਸੀਮਿਤ ਕਰ ਦੇਣਾ, ਮੈਨੂੰ ਲੱਗਦਾ ਵੀ ਆਪਣੇ ਆਪ ਦੇ ਵਿੱਚ ਹੀ ਇਹ ਬਹੁਤ ਹੀ ਇੱਕ ਬਾਊਂਡੇਸ਼ਨ ਹੋਊਗੀ ਜਾਂ ਬਹੁਤ ਛੋਟੀ ਗੱਲ ਹੋਊਗੀ। ਸਿੱਖੀ ਦਾ ਜਦੋਂ ਆਪਾਂ ਇੱਕ ਬੇਸਿਕ ਕਨਸੈਪਟ ਦੇਖਦੇ ਹਾਂ ਅਤੇ ਉਹਦੇ ਵਿੱਚ ਜਦੋਂ ਧਾਰਾ ਦੇਖਦੇ ਹਾਂ, ਇਹ ਪੂਰਬ ਅਤੇ ਪੱਛਮ ਦੀ ਜਿਹੜੀ ਫਿਲੋਸਫੀ ਹੈ ਉਹਦੇ ਵਿੱਚੋਂ ਜਿਹੜਾ ਤੀਸਰ ਪੰਥ ਨਾਨਕ ਸਾਹਿਬ ਦਾ ਲੈ ਕੇ ਆਉਂਦੇ ਹੈ, ਉਹ ਕੀ ਕਰਦਾ ਵੀ ਦੋਵਾਂ ਖਿੱਤਿਆਂ ਦੀਆਂ, ਦੋ ਸਿਵਲਾਈਜੇਸ਼ਨਸ ਨੂੰ ਬੈਲੈਂਸ ਕਰਦਾ ਹੈ। ਅਤੇ ਉਹਦੇ ਵਿੱਚੋਂ ਜਿਹੜਾ ਯੂਨੀਵਰਸਲ ਫਿਨੋਮੀਨਾ ਹੈ, ਜਿਹਦੇ ਵਿੱਚੋਂ ਸਭ ਕੁਛ ਚੰਗਾ ਹੈ, ਉਹ ਸਭ ਕੁਛ ਉਹ ਧਾਰਨ ਕਰ ਲੈਂਦੇ ਆ। ਉਹਦੇ ਵਿੱਚੋਂ ਤੁਸੀਂ ਇਹ ਦੇਖ ਲਓ ਵੀ ਅੱਜ ਸਿੱਖਾਂ ਦੇ ਵਿੱਚ ਅਸੀਂ ਬਾਬਾ ਫਰੀਦ ਸਾਹਿਬ ਨੂੰ ਨੌਨ ਸਿੱਖ ਤਾਂ ਨਹੀਂ ਮੰਨਦੇ, ਸਿੱਖੀ ਤੋਂ ਪਹਿਲਾਂ ਹੀ ਉਹ ਹੋਏ ਹੈ। ਜਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਜ਼ਿਕਰ ਹੈ, ਔਰ ਸਾਰੇ ਭਗਤਾਂ ਕੋਲੇ ਖੁਦ ਜਾਂਦੇ ਨੇ, ਗੁਰੂ ਸਾਹਿਬ ਚੱਲ ਕੇ ਉਹਨਾਂ ਦੀ ਬਾਣੀ ਇਕੱਠੀ ਕਰਦੇ ਨੇ। ਹਾਂ, ਈਵਨ ਰਵਿਦਾਸ ਬਾਬਾ ਫਰੀਦ ਜੀ ਦੇ ਵੀ ਕਹਿੰਦੇ ਜਿੱਥੇ ਰਵਿਦਾਸ ਮਹਾਰਾਜ ਜਾਂ ਕਬੀਰ ਸਾਹਿਬ ਜਾਂ ਜੈਦੇਵ ਜੀ, ਜਿਹੜੇ ਮਤਲਬ ਆਪਣੇ ਆਪ 'ਚ ਹੀ ਮਤਲਬ ਕ੍ਰਿਸ਼ਨ ਭਗਤ ਹੋਏ ਆ ਉਸ ਦੌਰ ਦੇ ਵਿੱਚ, ਜਾਂ ਵੈਸ਼ਨਵ ਮਤ ਦੇ ਆਏ ਹੈ। ਤਾਂ ਇਹ ਦੇਖ ਲਓ ਵੀ ਪੂਰਬ ਪੱਛਮ ਦੇ ਵਿੱਚੋਂ ਜੋ ਮਾਡਰਨ ਉਹਦੇ ਵਿੱਚ ਉਸ ਦੌਰ ਦੇ ਵਿੱਚ ਚੱਲਦਾ ਪਿਆ ਸੀਗਾ, ਉਹਦੇ ਵਿੱਚੋਂ ਆਪਾਂ ਕਹਿ ਲਈਏ ਕਿ ਇੱਕ ਸਮੁੰਦਰ ਦੇ ਵਿੱਚੋਂ ਜਿਹੜੇ ਮੋਤੀ ਚੁਣ ਕੇ ਜੋ ਉਸ ਦੌਰ ਦੇ ਵਿੱਚ ਦੇ ਸਕਦੇ ਸੀਗੇ, ਅਤੇ ਮਾਸਿਸ ਨੂੰ ਉਹ ਧਰਮ ਨੂੰ ਸਿੰਪਲੀਫਾਈ ਕਰਕੇ ਕੀ ਦਿੱਤਾ ਜਾ ਸਕਦਾ ਸੀ, ਉਹ ਮਹਾਰਾਜ ਨੇ ਦਿੱਤਾ ਹੈ। ਅਤੇ ਉਹਦਾ ਜਿਹੜਾ ਬੁਨਿਆਦ ਹੀ ਜਿਹੜਾ ਸੀਗਾ, ਉਹਦੇ ਵਿੱਚ ਯੂਨੀਵਰਸਲ ਬ੍ਰਦਰਹੁੱਡ ਸੀ, ਉਹਦੇ ਵਿੱਚ ਕੋਈ ਊਚ ਨੀਚ ਦਾ ਫਿਨੋਮੀਨਾ ਨਹੀਂ ਸੀਗਾ, ਉਹਦੇ ਵਿੱਚ ਇਹ ਵੀ ਨਹੀਂ ਸੀਗਾ ਕਿ ਆਪਾਂ ਕਿਸੇ ਨੂੰ ਢਾਣਾ ਜਾਂ ਕਿਸੇ ਨੂੰ ਹਰਾ ਕੇ ਉੱਤੇ ਰਾਜ ਕਰਨਾ ਜਾਂ ਕਿਸੇ ਨੂੰ ਦੱਬਣਾ ਜਾਂ ਕੋਈ ਕਲਟ ਬਣਾਉਣਾ। ਜਿਹੜੀ ਕਲਟ ਦੀ ਪੋਲਿਟਿਕਸ ਆ ਧਰਮਾਂ 'ਚ ਹੀ ਹੋਇਆ ਨਾ, ਕਲਟ ਦੀ ਪੋਲਿਟਿਕਸ। ਉਹ ਕਲਟ ਵਿਆਖਿਆ ਕਰਦਾ ਕਿ ਧਰਮ ਇਹ ਆ, ਅਸਲ 'ਚ ਕਲਟ ਬਣ ਜਾਂਦਾ। ਉਹ ਕਲਟ ਕਹਿੰਦਾ ਮੈਂ ਵਿਆਖਿਆ ਕਰੂੰਗਾ। ਉਹ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਧਰਮਾਂ 'ਚ ਵੱਖ-ਵੱਖ ਲੋਕ ਨੇ ਜਿਹੜੇ ਕਹਿੰਦੇ ਆਹੀ ਡੈਫੀਨੇਸ਼ਨ ਹੈ। ਉਹਨਾਂ ਦੀ ਡੈਫੀਨੇਸ਼ਨ ਵੀ ਠੀਕ ਹੋ ਸਕਦੀ ਹੈ, ਪਰ ਕੋਈ ਹੋਰ ਵਿਆਖਿਆਵਾਂ ਵੀ ਤਾਂ ਹੋ ਸਕਦੀਆਂ ਨੇ ਨਾ। ਅਸਲ 'ਚ ਕੋਈ ਦਿੱਕਤ ਕਿਸੇ ਚੀਜ਼ ਫਾਈਨਲ ਵਿਆਖਿਆ ਦਾ ਜਿਹੜਾ ਕਲੇਮ ਕਰਨਾ, ਉਹ ਬਹੁਤ ਜਿਹੜਾ ਆਪਣੇ ਆਪ 'ਚ ਬੜਾ ਖਤਰਨਾਕ ਹੈਗਾ ਕਿ ਨਹੀਂ ਆਹੀ ਫਾਈਨਲ ਆ ਬਸ। ਅਸਲ 'ਚ ਇਹ ਦੁਨੀਆ 'ਚ ਹਰ ਜਗ੍ਹਾ ਹੀ ਦਿੱਕਤ ਇਹੀ ਆਉਂਦੀ ਹੈ ਵੀ ਜਦੋਂ ਮੈਂ ਮੰਨ ਲਵਾਂ ਕਿ ਦੁਨੀਆ ਭਰ ਦੇ ਵਿੱਚ ਅੰਤਮ ਸੱਚ ਮੇਰੇ ਕੋਲ ਹੈ, ਵੀ ਇਹ ਤੋਂ ਅੱਗੇ ਕੋਈ ਸੱਚ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਸੱਚ ਹੈ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ, ਉਹ ਤਾਂ ਆਉਂਦੇ ਵੀ ਸੱਚ ਆਉਂਦਾ ਹੀ ਰਹਿਣਾ, ਕੋਈ ਸਿਰਾ ਨਹੀਂ ਹੈ, ਨਾ ਹੀ ਸਮੇਂ ਦਾ ਕੋਈ ਸਿਰਾ, ਕਿੱਥੋਂ ਸ਼ੁਰੂ ਹੁੰਦਾ ਅਤੇ ਕਿੱਥੇ ਖਤਮ ਹੋਇਆ। ਅਤੇ ਇਹੀ ਚੀਜ਼ ਹੈ ਵੀ ਅੰਤਮ ਸੱਚ ਕੋਈ ਦੁਨੀਆ 'ਚ ਨਹੀਂ ਹੋ ਸਕਦਾ। ਸੋ ਜਦੋਂ ਸਾਡੀ ਦਾਅਵੇਦਾਰੀਆਂ ਉਸ ਜਗ੍ਹਾ 'ਤੇ ਆ ਕੇ ਖੜ੍ਹ ਜਾਂਦੀਆਂ ਵੀ ਜੋ ਮੈਂ ਕਹਿ ਦਿੱਤਾ ਵੀ ਇਹੀ ਸੱਚ ਹੈ, ਅਤੇ ਉੱਥੇ ਅਸੀਂ ਰਿਜਿਡਿਟੀ ਨਾਲ ਖੜ੍ਹ ਜਾਂਦੇ ਹਾਂ। ਮੈਨੂੰ ਲੱਗਦਾ ਵੀ ਉਸ ਚੀਜ਼ ਨਾਲ ਜਿਹੜਾ ਰਿਲੀਜੀਅਸ ਪ੍ਰੈਕਟਿਸ ਹੈ ਜਾਂ ਕਿਸੇ ਵੀ ਕਲਟ ਦੀ ਜਿਹੜੀ ਲਿਮੀਟੇਸ਼ਨ ਹੈ, ਉਹਦੀ ਸਮੱਸਿਆ ਆ ਕੇ ਖੜੀ ਹੋ ਜਾਂਦੀ ਹੈ। ਜਦ ਕਿ ਕੋਈ ਵੀ ਧਰਮ ਜਿਹੜਾ ਹੈ ਉਹ ਬਿਯੋਂਡ ਬਾਊਂਡਰੀਜ਼ ਹੈ। ਕਿਸੇ ਜੇ ਕਹਿਣਾ ਵੀ ਧਰਮ ਦਾ ਰੈਜੀਮੈਂਟਾਈਜੇਸ਼ਨ ਹੁੰਦਾ ਜਦੋਂ, ਹਾਂਜੀ ਰਿਜਿਡ ਹੋ ਜਾਂਦਾ ਸਾਰਾ ਕੁਛ। ਜਦੋਂ ਹੋ ਜਾਂਦਾ ਨਾ ਵੀ ਕੋਈ ਚੀਜ਼ ਰਿਜਿਡ ਹੋ ਜਾਣੀ, ਉਹਦੀ ਜਿਹੜੀ ਕੋਮਲਤਾ ਹੈ, ਉਹਦੇ ਲਚਕੀਲਾਪਣ ਹੈ, ਉਹ ਖਤਮ ਹੋ ਜਾਂਦਾ ਹੈ। ਕਰੁਣਾ ਤੇ ਵਿਰਾਗ ਧਰਮ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਹੈ ਕਿਸੇ ਵੀ ਧਰਮ ਦੇ ਅੰਦਰ। ਕਿਸੇ ਧਰਮ ਦੇ ਵਿੱਚ ਦੇਖੋ ਕੋਈ ਵੀ ਚੀਜ਼ ਹੈ, ਇੱਕ ਬੇਸਿਕਲੀ ਧਰਮ ਜਿਹੜਾ ਹੁੰਦਾ ਹੈ, ਮੇਰਾ ਆਪਣਾ ਨਿੱਜੀ ਵਿਚਾਰ ਇਹ ਹੈ ਵੀ ਧਰਮ ਦੁਨੀਆ 'ਚ ਹਰ ਜਗ੍ਹਾ ਹੈ। ਉਹ ਚਾਹੇ ਕੋਈ ਨਾਸਤਿਕ ਬੰਦਾ ਹੈ, ਉਹਦਾ ਵੀ ਧਰਮ ਹੋਊਗਾ। ਤਾਂ ਉਹਦੇ ਵਿੱਚ ਮੈਂ ਇਹੀ ਉਸ ਚੀਜ਼ ਨੂੰ ਧਰਮ ਨੂੰ ਇਹ ਮੰਨਦਾ ਵੀ ਸਾਡਾ ਸੋਸ਼ਲ ਬਿਹੇਵੀਅਰ, ਸਾਡੇ ਐਥਿਕਸ, ਉਹਨਾਂ 'ਤੇ ਖੜ੍ਹਾ ਧਰਮ। ਜਿਹੜਾ ਮੂਲ ਹੈ ਉਹਦੇ ਵਿੱਚ ਨਿਆਏ ਹੈ।
ਜੇ ਹੁਣ ਮੈਂ ਆਪਣੇ ਆਪ ਨੂੰ ਕਦੀ ਵੀ ਮਤਲਬ ਕਿ ਕਿਉਂਕਿ ਵੈਸਟ ਨੇ ਕਈ ਚੀਜ਼ਾਂ ਦੀ ਲਿਮਿਟੇਸ਼ਨ ਕੀਤੀ ਹੈ ਵੀ ਜਿਵੇਂ ਕਿ ਸੈਕੂਲਰਿਜ਼ਮ ਦੀ ਵਿਆਖਿਆ ਹੈ, ਬਹੁਤ ਸਾਰੇ ਉਹ ਉਹਨਾਂ ਦੇ ਕਹਿੰਦੇ ਆ concept ਨੇ, ਕਿ ਜਿਹੜੇ ਸੈਕੂਲਰਿਜ਼ਮ ਇੱਥੇ ਦਾ fit ਨਹੀਂ ਹੁੰਦੇ ਸੀ। ਹਾਂ ਮਤਲਬ ਸੈਕੂਲਰਿਜ਼ਮ ਜਾਂ ਦਾ ਆਪਾਂ ਨਾਲ ਮਤਲਬ ਸ਼ਬਦ ਹੋਵੇ ਆਪਸੀ ਸਹਿ ਹੋਂਦ, ਮੈਨੂੰ ਸਭ ਤੋਂ ਵਧੀਆ ਸ਼ਬਦ ਲੱਗਦਾ। ਹਾਂ ਮਤਲਬ ਉਹ ਕਹਿ ਦਿੰਦੇ ਆ ਵੀ ਸੈਕੂਲਰ ਦਾ ਮਤਲਬ ਉਹ ਹੈ ਵੀ ਜਿਹੜਾ ਬੰਦਾ ਧਰਮ ਨੂੰ ਨਾ ਮੰਨੇ। ਕੋਐਗਜ਼ਿਸਟੈਂਸ ਆਪਣਾ ਸਭ ਤੋਂ ਬਿਹਤਰ ਸ਼ਬਦ ਆ ਮੈਨੂੰ ਲੱਗਦਾ। ਤੇ ਸੈਕੂਲਰ ਦਾ ਜੇ ਆਪਾਂ ਇੱਥੇ ਕੋਈ ਸ਼ਬਦ ਲੱਭਣਾ ਹੋਵੇ ਇੰਡੀਆ 'ਚ ਹਾਂ ਜਾਂ ਸਾਡੀ ਧਰਤੀ ਲਈ, ਤਾਂ ਕੋਐਗਜ਼ਿਸਟੈਂਸ ਜਿਹੜੀ ਸਾਡੇ ਕੋਲ ਰਹੀ ਹੈ ਸਹਿ ਹੋਂਦ, ਹਾਂ ਆਪਸੀ ਸਹਿ ਹੋਂਦ ਸਦੀਆਂ ਦੀ ਰਹੀ ਹੈ। ਹਾਂ ਤੇ ਹੁਣ ਉਹੀ ਹੈ ਵੀ ਧਰਮ ਦੇ ਵਿੱਚ ਧਰਮ ਦਾ ਬੇਸ ਨਿਆਂ ਹੈ। ਜੇ ਕਿਤੇ ਨਿਆਂ ਹੈ, ਉਹ ਨਿਆਂ ਜਿਹੜਾ ਹੁੰਦਾ ਹੈ ਕਦੀ ਵੀ ਵਿਤਕਰਾ ਨਹੀਂ ਕਰਦਾ। ਨਿਆਂ ਦਾ ਕਨਸੈਪਟ ਹੀ, ਸਿਧਾਂਤ ਹੀ ਇਹ ਹੈ। ਨਿਆਂ ਜਿਸ ਫਲਸਫੇ ਤੇ ਖੜਾ ਹੈ, ਉਹ ਨਿਆਂ ਤੁਹਾਡਾ ਪੁੱਤ ਤੇ ਜਿਹੜਾ ਦੁਸ਼ਮਣ ਵੀ ਹੈ ਉਹਦੇ ਵਿੱਚ ਜਦੋਂ ਨਿਆਂ ਦਾ ਪੱਖ ਹੋਊਗਾ ਤੇ ਉਹਦੇ ਦੋਵਾਂ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਊਗਾ। ਨਿਆਂ ਇਹ ਜਿਹੜਾ ਹੈ ਉਹ ਨਿਆਂ ਦਾ ਪੱਖ ਲਊਗਾ, ਉਹ ਐਥਿਕਸ ਦਾ ਪੱਖ ਲਊਗਾ ਤੇ ਉਹ ਸੱਚ ਦਾ ਪੱਖ ਲਊਗਾ। ਸੋ ਜਦੋਂ ਕੋਈ ਵੀ ਚੀਜ਼ ਇਸ ਚੀਜ਼ ਤੋਂ ਥੁੜ ਜਾਂਦੀ ਹੈ, ਉਹ ਚਾਹੇ ਦੁਨੀਆ ਦਾ ਕੋਈ ਵੀ ਧਰਮ ਹੋਵੇ, ਕੋਈ ਵੀ ਸਮਾਜ ਹੋਵੇ, ਜਾਂ ਕੋਈ ਨਾਸਤਿਕ ਆਸਤਿਕ ਤੇ ਰੋਲੇ ਤੋਂ ਹੋਵੇ, ਤਾਂ ਉਹ ਸਾਰਾ ਕੁਝ ਹਿੱਲੇਗਾ। ਚਲੋ ਮੈਂ ਹੁਣ ਆਪਾਂ ਸਪੈਸੀਫਿਕਲੀ ਥੋੜ੍ਹਾ ਜਿਹਾ ਆਉਂਦੇ ਹਾਂ। ਜਿਹੜੀਆਂ ਇਹ ਮੈਂ ਗੱਲ ਕਰ ਰਿਹਾ ਸੀਗਾ, ਇਹ ਜਿਹੜੀਆਂ ਧਰਾਵਾਂ ਰਹੀਆਂ, ਜਿਵੇਂ ਗੁਰੂ ਸਾਹਿਬ ਦੇ ਘਰ ਹੀ ਆਪਾਂ ਗੱਲ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਤੋਂ ਗੱਲ ਸ਼ੁਰੂ ਕਰਦੇ ਹਾਂ। ਉਹਨਾਂ ਦੇ ਘਰ 'ਚ ਉਦਾਸੀ ਪਰੰਪਰਾ ਸੀਗੀ। ਦੇਖੋ ਇਹ ਤਾਂ ਉਦਾਸੀ ਪਰੰਪਰਾ ਤਾਂ ਉਹਨਾਂ ਦੇ ਪੁੱਤਰ ਤੋਂ ਮੈਂ ਉਹੀ ਗੱਲ ਕਰ ਰਿਹਾ। ਤਾਂ ਗੁਰੂ ਸਾਹਿਬ ਦਾ ਉਹ ਜਿਹੜਾ ਕੋਐਗਜ਼ਿਸਟੈਂਸ ਵਾਲਾ ਰਿਲੇਸ਼ਨ ਆ, ਚਾਹੇ ਗੁਰੂ ਸਾਹਿਬ ਨੇ ਠੀਕ ਆ ਗੱਦੀ ਤਾਂ ਵੈਸੇ ਹੀ ਚਲੋ ਇੱਕ ਅਲੱਗ ਮਸਲਾ ਹੋ ਸਕਦਾ, ਪਰ ਨਗੇਟ ਕਰਨ ਦੀ ਪੋਲੀਟਿਕਸ ਤਾਂ ਨਹੀਂ ਸੀ, ਨਗੇਟ ਤਾਂ ਨਹੀਂ ਕੀਤਾ ਗਾ ਨਾ ਕਿਸੇ ਗੱਲ ਨੂੰ ਉਦੋਂ ਵੀ। ਦੇਖੋ ਗੁਰੂ ਸਾਹਿਬ ਨੇ ਇੱਕ ਚੀਜ਼ ਸਾਫ਼ ਕਰ ਦਿੱਤੀ ਵੀ ਜਿਹੜਾ ਕੋਈ ਵੀ ਚੀਜ਼ ਪਿਤਾ ਪੁਰਖੀ ਨਹੀਂ ਹੁੰਦਾ, ਉਹਦੇ ਵਿੱਚ ਸ੍ਰੇਸ਼ਟਤਾ ਦੇਖੀ ਜਾਊਗੀ। ਕੋਈ ਵੀ ਜਦੋਂ ਤੁਹਾਨੂੰ ਕੋਈ ਵੀ ਜ਼ਿੰਮੇਵਾਰੀ ਵੀ ਦੇਣੀ ਹੈ, ਈਵਨ ਸਿੱਖ ਮਿਸਲ ਕਾਲਜ ਦੇ ਵਿੱਚ ਵੀ ਇਹੀ ਚੱਲਦਾ ਸੀਗਾ ਵੀ ਗੁਰੂ ਸਾਹਿਬ ਨੇ ਜਿਹੜਾ ਆਪਦੇ ਕਿਹਾ ਇਹ ਵੀ ਵਾਰਸ ਚੁਣਿਆ ਹੈ, ਉਹ ਆਪਣੇ ਟੱਬਰ 'ਚੋਂ ਨਹੀਂ ਚੁਣਿਆ। ਉਹਨਾਂ ਨੂੰ ਜੇ ਇੱਕ ਤਰ੍ਹਾਂ ਇਹ ਕਹੀਏ ਵੀ ਉਹਨਾਂ ਨੇ ਉਸ ਵੇਲੇ ਸਭ ਤੋਂ ਬਿਹਤਰ ਜੋ ਚੀਜ਼ ਸੀ ਉਹੀ ਚੁਣਿਆ, ਤਾਂ ਉਹ ਜ਼ਿਆਦਾ ਵਧੀਆ ਹੋਊਗਾ। ਇਹਦਾ ਮਤਲਬ ਇਹ ਨਹੀਂ ਮੈਂ ਤਾਂ ਕਹਿ ਰਿਹਾ, ਮੈਂ ਤਾਂ ਵੈਸੇ ਗੱਲ ਕਰ ਰਿਹਾ ਕਿ ਜਿਹੜੀ ਪੈਰਲਲ ਧਰਾਵਾਂ ਚੱਲਦੀਆਂ, ਉਸ ਨਾਲ ਸੰਵਾਦ ਕੀਤਾ, ਉਹਨਾਂ ਦੀ ਗੋਸ਼ਟੀਆਂ ਆਪਾਂ ਨੂੰ ਪਤਾ, ਉਹਨਾਂ ਦੀ ਆਲੋਚਨਾ ਵੀ ਕੀਤੀ, ਬਿਲਕੁਲ, ਪਰ ਇੱਕ ਰਿਲੇਸ਼ਨ ਰਿਹਾ ਜਿਹੜਾ ਮੈਂ ਕਹਿੰਦਾ ਕਿ ਕੋਐਗਜ਼ਿਸਟੈਂਸ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂਗੇ। ਜਿਹੜੀਆਂ ਬਾਕੀ ਧਰਾਵਾਂ ਸੀਗੀਆਂ, ਜਿਹੜੀਆਂ ਆਪਾਂ ਅੱਜ ਵੀ ਕਹਿੰਦਾ ਸਿੱਖੀ ਦੇ ਅੰਦਰ, ਉਹ ਧਰਾਵਾਂ ਹੌਲੀ 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 ਹਾਸ਼ੀਏ 'ਤੇ ਤੱਕ ਦਿੱਤੀਆਂ ਗਈਆਂ। ਹਾਂ ਦੇਖੋ ਜਿਵੇਂ ਕਿ ਉਦਾਸੀ ਪਰੰਪਰਾ ਹੈ, ਜੇ ਆਪਾਂ ਦੇਖੀਏ ਪੰਜਾਬ ਤੋਂ ਬਾਹਰ ਜਿੱਦਾਂ ਸਿੰਧ ਹੋਇਆ ਜਾਂ ਦੱਖਣ ਵੱਲ ਨੂੰ ਪ੍ਰਚਾਰ ਹੈ। ਈਵਨ ਤੁਸੀਂ ਦੇਖੋ ਕਿ ਅਫਗਾਨਿਸਤਾਨ ਤੋਂ ਉੱਪਰਲੇ ਪਾਸੇ ਵੀ ਉਜ਼ਬੇਕਿਸਤਾਨ ਤੱਕ ਵੀ ਉਦਾਸੀਆਂ ਦੇ ਨਿਸ਼ਾਨ ਮਿਲਦੇ ਪਏ ਹੈ। ਅਤੇ ਪੰਜਾਬ ਤੋਂ ਬਾਹਰ ਜੇ ਸਿੱਖ ਸਿਲਸਿਲੇ ਨੂੰ ਜਾਂ ਸਿੱਖ ਪਰੰਪਰਾਵਾਂ ਨੂੰ ਜਾਂ ਧਰਮ ਨੂੰ ਕਿਤੇ ਸਾਂਭਿਆ ਤਾਂ ਉਹਨਾਂ ਵਿੱਚ ਉਦਾਸੀਆਂ ਦਾ ਕੰਟਰੀਬਿਊਸ਼ਨ ਆਪਾਂ ਮਨਾ ਨਹੀਂ ਕਰ ਸਕਦੇ ਜਾਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਤਾਂ ਇਸੇ ਤਰ੍ਹਾਂ ਦੀ ਮੈਂ ਗੱਲ ਕਰਦਾ, ਜਿਵੇਂ ਨਿਰਮਲੇ ਨੂੰ ਤਾਂ ਗੁਰੂ ਸਾਹਿਬ ਨੇ ਮਤਲਬ ਬਣਾਈ ਇਸ ਕਰਕੇ ਕਿ ਵੀ ਭਾਈ ਜਾ ਕੇ ਸੰਵਾਦ ਆ ਜਿਹੜਾ, ਜਾ ਕੇ ਨਾ ਕਾਸ਼ੀ 'ਚ ਜਾ ਕੇ, ਬਨਾਰਸ ਜਾ ਕੇ ਤੁਸੀਂ ਜਿਹੜਾ ਹੈਗਾ ਮਤਲਬ, ਜਾਂ ਜਦੋਂ ਯੁੱਧ ਵੀ ਹੋ ਰਹੇ ਸੀ ਉਹਨਾਂ ਨੂੰ ਕੋਈ ਯੁੱਧ 'ਚ ਸ਼ਾਮਲ ਨਹੀਂ ਸੀ, ਕੁਛ ਨਹੀਂ, ਉਹ ਆਪਣੀ ਪ੍ਰੈਕਟਿਸ ਕਰ ਰਹੇ ਸੀਗੇ ਨਾ ਸੰਵਾਦ ਦੀ ਜਿਹੜੀ ਪਰੰਪਰਾ ਨੂੰ, ਕਿ ਆਪਣੀ ਸਿੱਖੀ ਨੂੰ ਇੱਕ ਆਰਟੀਕੂਲੇਟ ਕਰਕੇ, ਥਿਊਰਾਈਜ਼ ਕਰਕੇ ਲੋਕਾਂ ਸਾਹਮਣੇ ਰੱਖਣਾ। ਹਾਂਜੀ ਬਿਲਕੁਲ। ਦੇਖੋ ਨਾ ਜੇ ਮਹਾਰਾਜ ਦਸਮ ਪਾਤਸ਼ਾਹ ਨੇ ਨਿਰਮਲੇ ਭੇਜੇ ਉੱਥੇ, ਤਾਂ ਉਹ ਖੁਦ ਮਤਲਬ ਪਰਸ਼ੀਅਨ ਅਤੇ ਇਸਲਾਮਿਕ ਮਸਲਿਆਂ ਦੇ ਵੀ ਜਾਣਕਾਰ ਸੀਗੇ। ਉਹਨਾਂ ਨੇ ਭਾਸ਼ਾਵਾਂ ਸਿੱਖੀਆਂ, ਬਹੁਤ ਸਾਰੀਆਂ ਭਾਸ਼ਾਵਾਂ ਸਿੱਖੀਆਂ ਨਾ, ਤਾਂ ਇਹਦਾ ਮਤਲਬ ਇਹ ਹੈ ਵੀ ਰਿਲੀਜੀਅਸ ਥੋਟ ਨੂੰ ਤਾਂ ਸਮਝਣਾ ਹੀ ਪਊਗਾ ਵੀ ਦੂਸਰੇ ਦੀ ਵਿਚਾਰਧਾਰਾ ਕੀ ਹੈ। ਆਪਾਂ ਕਿਸੇ ਨੂੰ ਬਿਨਾਂ ਦੇਖੇ ਪਰਖੇ ਜਾਂ ਸੰਵਾਦ ਰਚਾਏ ਹੀ ਉਹਦੇ ਨੂੰ 'ਤੇ ਸਵਾਲ ਚੱਕ ਦਾਂਗੇ ਜਾਂ ਉਹਨੂੰ ਅਛੂਤ ਬਣਾ ਦੇਵਾਂਗੇ, ਉਹਦੇ ਨਾਲ ਦੁਨੀਆ ਦੇ ਵਿੱਚ ਹੀ ਟਕਰਾਅ ਹੁੰਦਾ ਹੈ। ਅਤੇ ਮੈਨੂੰ ਲੱਗਦਾ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਟਕਰਾਅ ਹੀ ਇਹ ਹੈ। ਜਿਵੇਂ ਫਿਰ ਮੈਂ ਅਗਲੇ ਇਹੀ ਹੈਗਾ, ਚਾਹੇ ਉਹ ਨਾਨਕਪੰਥੀ ਨੇ, ਚਾਹੇ ਸਿੰਧੀ ਨੇ, ਹੈ ਨਾ, ਜਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ, ਧਰਾਵਾਂ ਜਾਂ ਸੰਪਰਦਾਵਾਂ ਕਹਿਦਾ ਮੈਂ ਰਹੀਆਂ ਨੇ, ਗੁਰੂ ਸਾਹਿਬ ਦੇ ਕਾਲ 'ਚ ਤਾਂ ਉਹਨਾਂ ਨਾਲ ਕੋਈ ਉਸ ਤਰ੍ਹਾਂ ਦਾ ਕਦੇ ਮਤਲਬ ਨਗੇਟ ਨਹੀਂ ਕੀਤਾ ਗਿਆ ਉਹਨਾਂ ਨੂੰ? ਬਿਲਕੁਲ ਨਹੀਂ ਕੀਤਾ ਗਿਆ ਜੀ, ਬਿਲਕੁਲ ਨਹੀਂ ਕੀਤਾ ਗਿਆ। ਪਰ ਆਪਾਂ ਬਾਅਦ 'ਚੋਂ ਦੇਖਦੇ ਆਂਗੇ ਕਿ ਨਗੇਸ਼ਨ ਆਉਂਦੀ ਹੈਗੀ, ਖਾਸ ਤੌਰ ਦੇ ਉੱਤੇ ਜੇ ਆਪਾਂ ਯਾਦ ਕਰੀਏ ਸਿੰਘ ਸਭਾ ਵਾਲਾ, ਚਾਹੇ ਉਹ ਉਦੋਂ ਪਹਿਲਾਂ ਆਪਾਂ ਨੂੰ ਪਤਾ ਵੀ ਆਰੀਆ ਸਮਾਜ ਮੂਵਮੈਂਟ ਚੱਲ ਰਹੀ ਸੀ ਨਾ, ਉਹਦੇ ਰਿਐਕਸ਼ਨ 'ਚ ਬਹੁਤ ਸਾਰਾ ਇੱਕ ਪਾਸੇ ਕ੍ਰਿਸਚਨਾਂ ਦੀ ਅਵਧੀ ਚੱਲ ਰਹੀ ਸੀਗੀ ਨਾ, ਉਹਦੇ ਉਸੇ ਤਰ੍ਹਾਂ ਦਾ ਇੱਕ ਪ੍ਰਚਾਰ, ਉਸੇ ਤਰ੍ਹਾਂ ਦੇ ਮਾਡਰਨ ਥਾਟ ਦੇ ਨਾਲ, ਮਾਡਰਨਿਟੀ ਦੇ ਥਾਟ ਦੇ ਨਾਲ, ਜਾਂ ਕਹੀਏ ਵੈਸਟ ਦੇ ਥਾਟ ਦੇ ਨਾਲ ਸਿੱਖਿਜ਼ਮ ਜਿਹੜੀ ਪ੍ਰੈਕਟਿਸ ਨਹੀਂ ਸੀ ਸਿੰਘ ਸਭਾ ਹੋਂਦ 'ਚ ਆਉਂਦੀ ਹੈਗੀ, ਜਿਸ ਤੋਂ ਬਾਅਦ ਇਹ ਲਾਈਨਸ ਜ਼ਿਆਦਾ ਵੱਡੀਆਂ ਡਰੋ ਹੋ ਜਾਂਦੀਆਂ ਨੇ, ਜਿਹੜੀਆਂ ਰਿਲੀਜੀਅਸ ਬਾਊਂਡਰੀਜ਼ ਦੀ ਕੰਸਟਰਕਸ਼ਨ ਆ ਜਿਹੜੀ ਉਹ ਤੇਜ਼ ਹੋ ਜਾਂਦੀ ਹੈਗੀ, ਜਿਸ 'ਚੋਂ ਬਹੁਤ ਸਾਰੇ ਲੋਕ ਨਗੇਟ ਹੁੰਦੇ ਨੇ। ਦੇਖੋ ਯਾਦਵਿੰਦਰ ਜੀ, ਜੇ
ਆਪਾਂ ਦੇਖਦੇ ਹਾਂ ਵੀ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਈ ਹੈ, ਉਹ ਇੱਕ ਵਪਾਰੀ ਦੇ ਤੌਰ 'ਤੇ ਇਸ ਖਿੱਤੇ ਦੇ ਵਿੱਚ ਆਈ, ਅਤੇ 15-20 ਹਜ਼ਾਰ ਅੰਗਰੇਜ਼ ਸੀਗੇ ਕੰਪਨੀ, ਕੋਈ ਐਡੀ ਜ਼ਿਆਦਾ। ਜੇ ਉਹ ਇੱਥੇ ਰਾਜ ਕਰਕੇ ਗਏ ਆ 200-300 ਸਾਲ, ਬੰਗਾਲ 'ਚ ਤਾਂ ਪਹਿਲਾਂ ਆ ਗਏ ਸੀਗੇ, 1700 ਆਪਾਂ ਕਹਿੰਦੇ 57 'ਚ ਜਾਂ 85 'ਚੋਂ ਹੀ ਆ ਗਏ ਸੀ। ਐਂਟਰੀ ਉਹਨਾਂ ਨੇ ਉੱਥੇ ਕੀਤੀ। ਹਾਂ, ਈਵਨ ਜਹਾਂਗੀਰ ਦੇ ਟਾਈਮ 'ਚ ਆਏ ਸੀ ਇੱਥੇ, ਤਾਂ ਉਹ ਇੱਥੇ ਦਾ ਬਿਹੇਵੀਅਰ ਵੀ ਪੜ੍ਹਦੇ ਸੀ, ਪ੍ਰੈਕਟਿਸ ਨੂੰ ਦੇਖਦੇ ਸੀ, ਅਤੇ ਉਹਨਾਂ ਨੇ ਫਿਰ ਜਿਹੜਾ ਵੈਸਟਰਨ ਥੋਟ ਲੈ ਕੇ ਆਏ ਆ ਇਹਦੇ ਵਿੱਚ, ਉਹਨਾਂ ਨੇ ਜਿਹੜੇ ਸੱਟ ਜਿਹੜਾ ਮਾਰੇ ਆ ਸਾਡੇ ਸਮਾਜਿਕ ਤੌਰ 'ਤੇ, ਉਹਨਾਂ ਨੇ ਪਛਾਣਾਂ ਦੀ ਪੋਲੀਟਿਕਸ 'ਤੇ ਮਾਰਿਆ, ਅਤੇ ਉਹ ਬੜੀ ਖਤਰਨਾਕ ਪੋਲੀਟਿਕਸ ਖੇਡੀ ਹੈ। ਤੁਸੀਂ ਇਹ ਦੇਖੋ, ਆਰੀਆ ਸਮਾਜ ਤਾਂ ਮਤਲਬ ਬਹੁਤ ਲੇਟ ਆਈ ਹੈ, 50-60 ਸਾਲ ਬਾਅਦ ਆਈ ਹੈ। 1804 ਦੇ ਵਿੱਚ ਫੋਰਟ ਵਿਲੀਅਮ ਦੇ ਵਿੱਚ ਹੀ ਉਰਦੂ ਅਤੇ ਹਿੰਦੀ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ, ਅਤੇ ਉਦੋਂ ਹੀ ਟੂ ਨੇਸ਼ਨ ਥਿਊਰੀ ਦਾ ਕੰਸੈਪਟ ਖੜ੍ਹਾ ਕਰ ਦਿੱਤਾ ਸੀਗਾ, ਜਿਹਦੇ 'ਤੇ ਜਾ ਕੇ 150 ਸਾਲ ਬਾਅਦ ਦੇਸ਼ ਵੰਡਿਆ ਗਿਆ। ਸੋ ਜਦੋਂ ਵੈਸਟ ਦੇ ਖਾਂਚਿਆਂ 'ਚ ਆਪਾਂ ਸਾਰਾ ਕੁਛ ਮਾਡਰਨ ਥੋਟ ਦੇਖ ਲਿਆ, ਆਪਣੀਆਂ ਪਛਾਣਾਂ ਦੇਖ ਲਈਆਂ, ਤਾਂ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਆਊਟਕਮ ਸੀਗਾ ਉਹ ਇਸੇ ਤਰ੍ਹਾਂ ਦਾ ਹੋਣਾ ਸੀਗਾ। ਹੁਣ ਆਪਾਂ ਇਹਦੇ ਲਈ ਇਹ ਨਹੀਂ ਕਹਿ ਸਕਦੇ ਵੀ ਕੋਈ ਧਿਰ ਚੰਗੀ ਸੀ ਜਾਂ ਮਾੜੀ ਸੀ, ਪਰ ਕੀ ਹੋ ਗਿਆ ਕਿ ਮੈਂ ਕਹਿੰਦਾ ਇੱਕ ਵਿਜ਼ਡਮ ਸੀ ਨਾ ਸਾਡੇ ਕੋਲ, ਇੱਕ ਧਰਮ ਦਾ ਆਪਣੇ ਦਾ ਵਿਜ਼ਡਮ ਸੀਗਾ। ਅਸੀਂ ਉਹ ਵਿਜ਼ਡਮ ਨੂੰ ਛੱਡ ਕੇ ਜਿਹੜੀ ਪੋਲੀਟਿਕਸ ਉਹ ਕਰ ਰਹੇ ਸੀ ਗੋਰੇ, ਉਸੇ ਟਰੈਪ 'ਚ ਫਸ ਕੇ ਸਾਡੀਆਂ ਸੰਸਥਾਵਾਂ ਨੇ ਵੀ, ਸਾਡੇ ਲੋਕਾਂ ਨੇ ਵੀ, ਮੈਂ ਕਹਿ ਦਿੰਦਾ ਸਾਡੀਆਂ ਸੰਪਰਦਾਵਾਂ ਵੀ ਹੋਣਗੀਆਂ ਉਹਦੇ 'ਚ ਕੁਛ, ਜਿਨ੍ਹਾਂ ਨੇ ਨੈਗੇਸ਼ਨ ਦੀ ਪੋਲੀਟਿਕਸ ਕੀਤੀ। ਦੇਖੋ ਦੁਨੀਆ ਦੇ ਵਿੱਚ ਨਾ ਫਿਰ ਆਇਡੈਂਟੀਟੀ, ਜੇ ਆਪਾਂ ਆਪਦੀ ਆਇਡੈਂਟੀਟੀ ਕਹਿ ਰਹੇ ਹਾਂ, ਤਾਂ ਥੱਲੜੀਆਂ ਜਿਹੜੀਆਂ ਸਬ ਆਇਡੈਂਟੀਟੀਜ਼ ਜਿਨ੍ਹਾਂ ਨੂੰ ਤੁਸੀਂ ਕਹੋਗੇ, ਉਹ ਵੀ ਤਾਂ ਉਨਾ ਹੀ ਮੈਟਰ ਕਰਦੀਆਂ ਨੇ। ਉਹਨਾਂ ਨੂੰ ਤਾਂ ਐਂ ਲੱਗਿਆ ਹੋ ਜਿਵੇਂ ਤੁਹਾਨੂੰ ਲੱਗਦਾ ਗੋਰਿਆਂ ਨੇ ਸਾਡੇ ਨਾਲ ਐਂ ਕੀਤਾ, ਉਵੇਂ ਉਹਨਾਂ ਨੂੰ ਵੀ ਤਾਂ ਐਂ ਲੱਗਦਾ ਹੋਊਗਾ ਕਿ ਯਾਰ ਸਾਡਾ ਕੀ ਕਸੂਰ ਸੀਗਾ, ਅਸੀਂ ਇੱਕ ਇਸੇ ਪਰੰਪਰਾ ਦਾ ਹਿੱਸਾ ਰਹੇ ਹਾਂਗੇ। ਮੈਂ ਉਹੀ ਕਹਿ ਰਿਹਾ ਵੀ ਦੁਨੀਆ 'ਚ ਨਾ ਰੂਲ ਕਰਨ ਦਾ ਜਿਹੜਾ ਪ੍ਰੋਸੈਸ ਜਿਹੜਾ ਉਹ ਚੇਂਜ ਹੋ ਗਿਆ। ਇੰਡਸਟਰੀਅਲਾਈਜੇਸ਼ਨ ਤੋਂ ਬਾਅਦ ਦੁਨੀਆ ਦਾ ਮਾਹੌਲ ਬਦਲ ਰਿਹਾ, ਅਤੇ ਈਵਨ ਉਸ ਵੇਲੇ ਤੁਸੀਂ ਇਹ ਦੇਖ ਲਓ ਕਿ ਮਾਡਰਨ ਈਸਾਈ ਕਲਟ ਆ ਗਿਆ ਸੀ ਦੁਨੀਆ 'ਚ, ਉਹ ਜਿਹੜੇ ਹਿਊਮਨ ਰਾਈਟਸ ਦੇ ਪ੍ਰੋਟੋਕਾਲਸ ਆ ਗਏ ਸੀਗੇ, ਅਤੇ ਆਪਾਂ ਮਤਲਬ ਅਜਿਹੇ ਕਈ ਚੀਜ਼ਾਂ ਆ ਗਈਆਂ ਸੀਗੀਆਂ, ਅਤੇ ਦੁਨੀਆ ਦੇ ਵਿੱਚ ਮਾਡਰਨ ਐਜੂਕੇਸ਼ਨ ਆ ਗਈ ਸੀ, ਅਤੇ ਲੋਕਾਂ ਨੂੰ ਲੱਗਦਾ ਸੀਗਾ ਕਿ ਇੰਡਸਟਰੀਅਲਾਈਜੇਸ਼ਨ ਦਾ ਲਾਹਾ ਲੈਣਾ ਪਊਗਾ, ਅਤੇ ਮਾਡਰਨ ਪਛਾਣਾਂ ਜਾਂ ਮਾਡਰਨ ਹਿਸਾਬ ਨਾਲ ਸਾਨੂੰ ਅਪਡੇਟ ਹੋਣਾ ਪਊਗਾ। ਜਿਵੇਂ ਆਪਾਂ ਹੁਣ ਵੀ ਸੋਚਦੇ ਹਾਂ ਵੀ ਆਪਾਂ ਗਲੋਬਲਾਈਜੇਸ਼ਨ ਦੇ ਹਿਸਾਬ ਨਾਲ ਚੱਲਾਂਗੇ, ਅਤੇ ਇਹ ਵੀ ਪ੍ਰੋਜੈਕਟ ਫੇਲ ਹੋ ਗਿਆ ਦੁਨੀਆ 'ਚ। ਗਲੋਬਲਾਈਜੇਸ਼ਨ ਦਾ ਪ੍ਰੋਜੈਕਟ ਇੱਕ ਤਰ੍ਹਾਂ ਫੇਲ ਹੀ ਹੈਗਾ, ਆਪਾਂ ਇੱਥੇ ਵੀ ਆਵਾਂਗੇ, ਲੈ ਕੇ ਰੀਥਿੰਕ ਹੋ ਰਿਹਾ ਦੁਨੀਆ 'ਚ। ਅਤੇ ਉਹ ਜੇ ਉਸ ਵੇਲੇ ਵੀ ਉਹ ਦੌਰ ਹੋ ਰਿਹਾ ਸੀਗਾ ਵੀ ਦੁਨੀਆ ਦੇ ਵਿੱਚ ਨਵੀਆਂ ਚੀਜ਼ਾਂ ਆ ਰਹੀਆਂ, ਟੈਕਨੋਲੋਜੀ ਆ ਰਹੀ ਹੈ, ਕੰਮ ਆ ਰਿਹਾ ਦੁਨੀਆ 'ਚ, ਡੈਮੋਕ੍ਰੇਸੀ ਆ ਰਹੀ ਹੈ, ਜਾਂ ਹੋਰ ਚੀਜ਼ਾਂ ਦੇ ਨਵੇਂ ਇੰਸਟੀਟਿਊਸ਼ਨਸ ਖੜ੍ਹੇ ਹੋ ਰਹੇ ਹੈ, ਤਾਂ ਉਹਦੇ ਵਿੱਚੋਂ ਹਰੇਕ ਕੌਮ ਦੇ ਵਿੱਚ ਕੋਈ ਚੀਜ਼ ਜਿਹੜੀ ਸੀਗੀ, ਸਿਰਕੱਢ ਲੋਕ ਸੀਗੇ ਜਾਂ ਐਲੀਟ ਜੇ ਕਹੀਏ, ਈਵਨ ਜਿਹੜੇ ਆਪਾਂ ਆਰੀਆ ਸਮਾਜ ਵੀ ਕਹਿ ਲਈਏ, ਉਹਨੂੰ ਅਡੋਪਟ ਕਰਨ ਵਾਲੇ ਐਲੀਟ ਸੀਗੇ, ਜਾਂ ਈਵਨ ਅਲੀਗੜ੍ਹ ਮੁਸਲਿਮ ਲੀਗ ਦੇ ਵਿੱਚ ਵੀ ਐਲੀਟ ਨੇ ਦੇਖਿਆ ਵੀ 1857 ਤੋਂ ਬਾਅਦ ਕੀ ਹੋਇਆ ਵੀ ਉਹਨਾਂ ਨਾਲ, ਅਤੇ ਉਹਦੇ ਵਿੱਚੋਂ ਹੀ ਫਿਰ ਸਿੱਖਾਂ ਤੋਂ ਵੀ, ਕਿਉਂਕਿ ਇੱਕ ਬਹੁਤ ਛੋਟੀ ਜਿਹੀ ਇਹਨਾਂ ਦੀ ਪਾਪੂਲੇਸ਼ਨ ਸੀਗੀ, ਜਦ ਬਾਕੀ ਚੀਜ਼ਾਂ ਆਪਣੇ ਆਪ ਨੂੰ ਲਾਮਬੰਦ ਕਰਦੀਆਂ ਸੀ, ਤਾਂ ਉਹ ਵੀ ਕਹਿੰਦੇ ਸੀ ਵੀ ਕਿਤੇ ਅਸੀਂ ਨਾ ਪਿੱਛੇ ਹੋ ਜਾਈਏ, ਤਾਂ ਉਹਦੇ ਵਿੱਚੋਂ ਉਹਨਾਂ ਦੀ ਵੀ ਫਾਰਮੇਸ਼ਨ ਉਸੀ ਪੈਟਰਨ 'ਤੇ ਹੋਈ। ਪਰ ਇਹ ਤਾਂ ਤੁਸੀਂ ਮੰਨਦੇ ਹੋ ਕਿ ਉਹ ਸਪਰੈਸ ਹੋਈਆਂ ਉਸ ਦੌਰ ਦੇ ਅੰਦਰ? ਬਿਲਕੁਲ, ਉਦੋਂ ਉਹਦੀ ਸ਼ੁਰੂਆਤ ਹੁੰਦੀ ਹੈਗੀ ਉਦੋਂ ਕਿ ਜਦੋਂ ਇਹ ਚਾਹੇ ਆਪਣਾ ਉਦਾਸੀ ਮਤ ਹੋਵੇ, ਚਾਹੇ ਨਿਰਮਲੇ ਹੋਣ, ਚਾਹੇ ਨਾਨਕ ਪੰਥੀ ਹੋਣ, ਚਾਹੇ ਸਿੰਧੀ ਸਿੱਖ ਹੋਣ, ਚਾਹੇ ਹੋਰ ਤਰ੍ਹਾਂਵਾਂ ਹੋਣ। ਅਸਲ 'ਚ ਇਹਦੇ ਵਿੱਚ 3-4 ਕਾਰਨ ਹੈ। ਸਿੰਧੀ ਸਿੱਖਾਂ ਦਾ ਤਾਂ ਖੈਰ ਅਲੱਗ ਮਸਲਾ ਹੈ ਵੀ, ਈਵਨ ਆਪਾਂ ਦੇਖੀਏ ਵੀ ਡਿਊਰਿੰਗ ਦੀ ਮਹਾਰਾਜਾ ਸਾਹਿਬ ਜਿਹੜੇ ਰਣਜੀਤ ਸਿੰਘ ਸਾਹਿਬ ਦੇ ਪੀਰੀਅਡ ਦੇ ਵਿੱਚ ਹੀ, ਜਦੋਂ ਧਾਰਮਿਕ ਸਥਾਨਾਂ ਨੂੰ ਜ਼ਗੀਰਾਂ ਮਿਲੀਆਂ, ਵੱਡੀਆਂ ਜ਼ਗੀਰਾਂ ਲਾਈਆਂ ਗਈਆਂ, ਤਾਂ ਉਦਾਸੀਆਂ ਦਾ ਮਾਡਲ ਵੀ ਇੱਕ ਕਰਪਟ ਹੋ ਗਿਆ ਸੀਗਾ। ਉਹਦੇ ਵਿੱਚੋਂ ਇੱਕ ਕਲਟ ਉਸ ਤਰ੍ਹਾਂ ਦਾ ਆ ਗਿਆ ਸੀ, ਉਹਨਾਂ ਦੀ ਜਿਹੜੀ ਪ੍ਰੈਕਟਿਸ ਸੀਗੀ ਉਹ ਐਥਿਕਸ 'ਤੇ ਨਹੀਂ ਰਹੀ ਸੀ, ਅਤੇ ਉਹ ਇੱਕ ਗਿਰਾਵਟ ਵੀ ਆਈ ਸੀਗੀ। ਅਤੇ ਉਸ ਚੱਕਰ 'ਚ ਫਿਰ ਮਾਡਰਨ ਦੌਰ ਦੇ ਵਿੱਚ ਇਹ ਫਿਨੋਮੀਨਾ ਵੀ ਆਇਆ ਵੀ, ਜਿੱਦਾਂ ਅੱਜ ਆਪਾਂ ਕਹਿੰਦੇ ਹਾਂ ਵੀ SGPC ਜੀ ਦੇਖੋ ਜੀ ਕਰਪਟ ਹੋ ਗਈ ਹੈ ਜੀ, ਥਾਵਾਂ 'ਤੇ ਗੁਰਦੁਆਰੇ ਬਣੇ ਬਾਅਦ 'ਚੋਂ। ਹਾਂ, ਉੱਥੇ ਕੀ ਹੋ ਗਿਆ ਕਿ ਜਿਹੜਾ ਮਹੰਤ ਸਿਸਟਮ ਸੀਗਾ ਉਹ ਵੀ ਆਪਣੇ ਆਪ ਨੂੰ ਇੱਕ ਗੁਰੂ ਦੇ ਬਰਾਬਰ ਦਾ ਹੀ ਉਹ ਕਰਨ ਲੱਗ ਗਏ। ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਵੀ ਹੋਇਆ ਸੀਗਾ, ਤਾਂ ਉਹ ਜਿਹੜਾ ਸੀਗਾ ਜ਼ਿਆਦਾ, ਈਵਨ ਆਪਾਂ ਕਹਿ ਦਈਏ ਕਿ ਕੋਈ ਚੀਜ਼ ਜਦੋਂ ਇਸਟੈਬਲਿਸ਼ਮੈਂਟ ਦਾ ਸ਼ਿਕਾਰ ਹੋ ਜਾਂਦੀ ਹੈ, ਕੋਈ ਇੰਸਟੀਟਿਊਸ਼ਨ ਜਿਹੜਾ ਜ਼ਿਆਦਾ ਇਸਟੈਬਲਿਸ਼ਮੈਂਟ ਦਾ ਸ਼ਿਕਾਰ ਹੋ ਜਾਵੇ, ਤਾਂ ਉਹਦੇ ਵਿੱਚ
ਮੈਨੂੰ ਲੱਗਦਾ ਵੀ ਕੁਝ ਬੰਦੇ ਗਲਤ ਆ ਕੇ ਰਲ ਜਾਂਦੇ ਆ, ਜਾਂ ਬੰਦਿਆਂ ਦਾ ਆਪਣੇ ਮੋਰਲ ਡਿਊਟੀਜ਼ ਤੋਂ ਭਟਕਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ। ਈਵਨ ਮਤਲਬ ਸੱਤਾ ਦਾ ਵੀ ਇਹੀ ਹੈ, ਮਤਲਬ ਸੁਣਦੇ ਆ ਨਾ ਵੀ ਸੱਤਾ ਵੀ ਜਦੋਂ ਕਿਸੇ ਨੂੰ ਮਿਲਦੀ ਹੈ ਤਾਂ ਬੰਦਾ ਆਪ ਦੇ ਮੂਲ ਤੋਂ ਭਟਕ ਜਾਂਦਾ ਜਾਂ ਜ਼ਿਆਦਾ ਡਿਕਟੇਟਰ ਬਣ ਜਾਂਦਾ। ਸੋ ਇਹੀ ਚੀਜ਼ ਜਿਹੜੀ ਆ ਗਈ ਧਾਰਮਿਕ ਇੰਸਟੀਟਿਊਸ਼ਨਸ ਦੀ ਪ੍ਰੈਕਟਿਸ 'ਚ ਆ ਗਈ, ਅਤੇ ਉਹਦੇ ਵਿੱਚੋਂ ਜਿਹੜੇ ਸੀਗੇ ਉਸ ਦੌਰ ਦੇ ਵਿੱਚ ਕੁਛ ਮਹੰਤ ਸਿਸਟਮ ਸੀਗਾ, ਜਾਂ ਉਹ ਲੋਕ ਜ਼ਿਆਦਾ ਕਰਪਟ ਹੋ ਗਏ ਸੀ, ਅਤੇ ਉਹਨਾਂ ਦਾ ਵੀ ਇੱਕ ਕ੍ਰਾਈਸਿਸ ਆ ਗਿਆ ਸੀਗਾ। ਪਰ ਇਹ ਹੁੰਦਾ ਕਿ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਥੋੜ੍ਹੇ ਹੁੰਦੇ ਆ, ਪਰ ਫਿਰ ਵੀ ਸਵਾਲ ਪੂਰੇ ਇੰਸਟੀਟਿਊਸ਼ਨ 'ਤੇ ਖੜਾ ਹੁੰਦਾ ਹੈ। ਸੋ ਮੈਨੂੰ ਲੱਗਦਾ ਵੀ ਇਹ ਦੌਰ ਜਿਹੜਾ ਸੀਗਾ ਉਸ ਪ੍ਰੈਕਟਿਸ ਦੇ ਵਿੱਚੋਂ ਪ੍ਰਿੰਸੀਪਲੀ ਪੁੱਛਣਾ ਚਾਹੁੰਦਾ, ਤਾਂ ਚਲੋ ਇੱਕ ਦੌਰ ਹੋ ਗਿਆ, ਜਾਂ ਪ੍ਰਿੰਸੀਪਲੀ ਤਾਂ ਇਹ ਹੋਇਆ ਨਾ ਕਿ ਜਿਹੜੀ ਮੈਂ ਬਾਰ-ਬਾਰ ਗੱਲ ਕਰ ਰਿਹਾ ਤੁਹਾਡੇ ਨਾਲ, ਜਿਹੜੀ ਨਗੇਸ਼ਨ ਆਈ, ਜਿਹੜੇ ਬਹੁਤ ਸਾਰੀਆਂ ਧਰਾਵਾਂ ਸੀ ਸਿੱਖੀ ਦੇ ਨਾਲ ਚੱਲਦੀਆਂ ਹੋਈਆਂ, ਉਹਨਾਂ ਨੂੰ ਨਗੇਟ ਕੀਤਾ ਗਿਆ। ਹਾਂ, ਇਹ ਚੀਜ਼ ਹੋਈ ਹੈ। ਇਹਦਾ ਇੱਕ ਹੋਰ ਕਾਰਨ ਮੈਨੂੰ ਲੱਗਿਆ, ਜਿਹੜਾ ਮੇਰੀ ਸਮਝ 'ਚ ਆ ਰਿਹਾ। ਮੇਰਾ ਮੰਨਣਾ ਹੈ ਕਿ ਜਿਵੇਂ ਕਿ ਹੁਣ ਮਾਡਰਨ ਦੌਰ ਦੇ ਵਿੱਚ ਹਿੰਦੂ ਸਿੱਖ ਦਾ ਰੌਲਾ ਪਾਇਆ ਜਾਂਦਾ ਹੈ, ਮੈਨੂੰ ਲੱਗਦਾ ਵੀ ਜੇ ਸਤਿਆਰਥ ਪ੍ਰਕਾਸ਼ ਨਾ ਛਪਦਾ, ਜਾਂ ਉਹਦੇ ਵਿੱਚ ਕੁਝ ਓਬਜੈਕਸ਼ਨੇਬਲ ਗੱਲਾਂ ਨਾ ਛਪਦੀਆਂ, ਤੇ ਪੰਜਾਬ 'ਚ ਕੋਈ ਹਿੰਦੂ ਸਿੱਖ ਵਾਲਾ ਰੌਲਾ ਨਹੀਂ ਸੀਗਾ। ਅਤੇ ਉਹ ਜਦੋਂ ਹਿੰਦੂ ਸਿੱਖ ਵਾਲਾ ਰੌਲਾ ਖੜਾ ਹੋਇਆ ਸਤਿਆਰਥ ਪ੍ਰਕਾਸ਼ ਤੋਂ ਬਾਅਦ, ਉਹਦੇ ਵਿੱਚੋਂ ਫਿਰ ਹਮਲਾ ਹੋ ਗਿਆ ਕਸਟਮਸ 'ਤੇ। ਉਹਦੇ ਵਿੱਚੋਂ ਕਿਉਂਕਿ ਉਦਾਸੀਆਂ ਦੀ ਜਿਹੜੀ ਪ੍ਰੈਕਟਿਸ ਸੀਗੀ ਉਹ ਕੁਛ ਹਿੰਦੂਆਂ ਵਾਲੀ ਸੀ। ਦਯਾਨੰਦ ਸਰਸਵਤੀ ਜੀ ਨੇ ਲਿਖਿਆ ਇਹ। ਹਾਂ, ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ 'ਤੇ ਓਬਜੈਕਸ਼ਨ ਚੱਕਿਆ ਨਾ, ਅਤੇ ਬੜੇ ਵੱਡੇ ਢੰਗ ਨਾਲ ਚੱਕਿਆ। ਅਤੇ ਇਹ ਵੀ ਸੁਣਿਆ ਜਾਂਦਾ ਕਿ ਉਹ ਕਹਿੰਦੇ ਸੀਗੇ ਵੀ ਜਾਟਾਂ ਬਾਰੇ ਵੀ ਚੱਕਿਆ, ਜੱਟਾਂ ਬਾਰੇ ਵੀ ਚੱਕਿਆ, ਉਹਦੇ ਬਾਰੇ ਮੈਂ ਉੱਥੇ ਹੀ ਆ ਰਿਹਾ ਵੀ ਉਹ ਦਯਾਨੰਦ ਸਰਸਵਤੀ ਉਹਨਾਂ ਦਾ ਵਿਚਾਰ ਸੀਗਾ ਕਿ ਜੋ ਮੈਂ ਗੁਰੂ ਨਾਨਕ ਸਾਹਿਬ ਬਾਰੇ ਮੈਂ ਲਿਖਿਆ ਹੈ ਵੀ ਇਹ ਮੈਂ ਪੰਜਾਬ ਆਉਣ ਤੋਂ ਪਹਿਲਾਂ ਲਿਖਿਆ, ਵੀ ਪੰਜਾਬ ਆ ਕੇ ਮੈਨੂੰ ਲੱਗਿਆ ਕਿ ਮੈਂ ਗਲਤ ਸੀਗਾ। ਹਾਲਾਂਕਿ ਉਹ ਮੈਂਡੇਟ ਹੋਏ ਬਾਅਦ ਚੋਂ। ਹਾਂ, ਉਹ ਫਿਰ ਪੁਰਾਣੇ ਤੁਹਾਨੂੰ ਪ੍ਰਕਾਸ਼ਨਾਂ 'ਚ ਮਿਲਦੇ, ਜਿਹੜੇ ਨਵੇਂ ਛਪ ਕੇ ਆਏ ਉਹਨਾਂ 'ਚ ਨਹੀਂ ਹੈ, ਹਾਲੇ ਵੀ ਆ, ਕਿਉਂਕਿ ਉਸ ਦੌਰਾਨ ਉਹਨਾਂ ਦੀ ਡੈਥ ਹੋ ਗਈ ਸੀ ਵਾਪਸ ਜਾਂਦੇ ਹੋਏ। ਤਾਂ ਮੈਨੂੰ ਲੱਗਦਾ ਵੀ ਉਸ ਦੌਰ ਦੇ ਵਿੱਚੋਂ ਜਿਹੜਾ ਆਈਡੈਂਟੀਟੀਆਂ ਦਾ ਜਿਹੜਾ ਟਕਰਾਵ ਹੈ ਉਹ ਜ਼ਿਆਦਾ ਉਹ ਹੋਇਆ। ਉਹਦੇ ਵਿੱਚੋਂ ਫਿਰ ਆ ਗਈ ਵੀ ਫਿਰ ਗੱਲ ਪੁੱਜ ਗਈ ਵੀ ਇਹਨਾਂ ਵਿੱਚ ਥੋੜ੍ਹੀ ਜਿਹੀ ਹਿੰਦੂ ਪ੍ਰੈਕਟਿਸ ਆ ਗਈ ਕਿਸੇ ਦੀ ਜਾਂ ਕਿਸੇ, ਉਹਦੇ ਵਿੱਚ ਫਿਰ ਇੱਕ ਦੂਜੇ 'ਤੇ ਉਂਗਲੀ ਚੱਕਣੀ ਸ਼ੁਰੂ ਕਰ ਦਿੱਤੀ ਵੀ ਇਹ ਪ੍ਰੋ ਹਿੰਦੂ ਹੈ, ਜਾਂ ਇਹ ਸਿੱਖ ਨਹੀਂ ਹੈ, ਜਾਂ ਕੁਛ ਹੋਰ ਪ੍ਰੈਕਟਿਸ ਨੂੰ ਫੋਲੋ ਕਰਦਾ ਹੈ। ਸੋ ਮੈਨੂੰ ਲੱਗਦਾ ਵੀ ਟਕਰਾਅ ਜਿਹੜਾ ਉੱਥੋਂ ਕੁ ਸ਼ੁਰੂ ਹੋ ਰਿਹਾ। ਮੈਂ ਇਹੀ ਕਹਿ ਰਿਹਾ ਕਿ ਜਿਹੜੀਆਂ ਗੱਲਾਂ ਦਾ ਅਸੀਂ ਕਈ ਵਾਰ ਹੁੰਦਾ ਨਾ, ਕਹਿੰਦੇ ਤੁਸੀਂ ਵਿਰੋਧ ਕਰਦੇ ਕਰਦੇ ਵਿਰੋਧੀ ਵਰਗੇ ਹੋ ਜਾਂਦੇ ਹੋ, ਹੈ ਨਾ। ਤੁਸੀਂ ਕਿਸੇ ਦੁਸ਼ਮਣ ਦਾ ਵਿਰੋਧ ਕਰਦੇ ਹੋ, ਤੁਸੀਂ ਲੜਦੇ ਲੜਦੇ ਕਈ ਵਾਰ ਉਹਦੇ ਵਰਗੇ ਹੋ ਜਾਂਦੇ ਹੋਗੇ। ਜੋ ਗੋਰੇ ਕਰ ਰਹੇ ਸੀਗੇ, ਜੋ ਸਾਨੂੰ ਇਹ ਗੱਲਾਂ ਤੁਸੀਂ ਕਹਿੰਦੇ ਹੋ ਪ੍ਰਿੰਸੀਪਲੀ ਦੁਖਦੀਆਂ ਸੀ, ਜੋ ਇਹਨਾਂ ਨੇ ਕੀਤਾ ਇੱਥੇ, ਹੈ ਨਾ, ਜਾਂ ਸਤਿਆਰਥ ਪ੍ਰਕਾਸ਼ 'ਚ ਹੋਈਆਂ, ਜਾਂ ਗੋਰਿਆਂ ਦੀ ਇੱਕ ਪੋਲੀਟਿਕਸ ਸੀ, ਉਹਨੂੰ ਗੋਰਿਆਂ ਨੇ ਹੋਰ ਜ਼ਿਆਦਾ ਤਿੱਖਾ ਕੀਤਾ, ਉਸ ਕੰਟਰਾਡਿਕਸ਼ਨ ਨੂੰ, ਹੈ ਨਾ, ਉਸ ਜਿਹੜੀਆਂ ਫਾਲਟ ਲਾਈਨਸ ਨੂੰ ਤਿੱਖਾ ਕਰਤਾ ਸੋਸਾਇਟੀ 'ਚ। ਅਤੇ ਇਹ ਗੱਲ ਕੀ ਸਿੱਖਾਂ ਦੇ ਕੋਲ ਤਾਂ ਐਡਾ ਵੱਡਾ ਵਿਜ਼ਡਮ ਸੀਗਾ, ਇਹ ਗੱਲ ਨਹੀਂ ਸਮਝ ਆ ਰਹੀ ਸੀ ਉਦੋਂ ਸਾਡੇ ਕਿਸੇ ਵੀ ਰਵਾਇਤੀ ਬੰਦੇ ਨੂੰ, ਜਾਂ ਉਹਨੂੰ ਕਿ ਯਾਰ ਇਹ ਹੋ ਕੀ ਰਿਹਾ ਗਾ। ਇਹ ਤਾਂ ਸਾਡੀ ਜਿਹੜੀ ਡਿਵਰਸਿਟੀ ਆ ਸਿੱਖੀ ਦੀ, ਜਿਹਦਾ ਬਹੁਤ ਸੈਲੀਬ੍ਰੇਸ਼ਨ ਆ ਸਿੱਖੀ 'ਚ, ਹੈ ਨਾ, ਉਹ ਸਾਡੇ ਥਾਟ ਦੇ ਉੱਤੇ ਅਟੈਕ ਆ ਗਾ। ਇਹ ਦੇਖੋ, ਜਿਹੜੀ ਗੋਰੇ ਦਾ ਪ੍ਰੋਸੈਸ ਹੈਗਾ, ਮਾਡਰਨ ਕੰਟੈਕਸ ਹੈ, ਉਹ ਸਿਰਾਂ ਦੀ ਗਿਣਤੀ 'ਤੇ ਹੈ। ਉਹਦੇ ਵਿੱਚ ਜਿਹੜੀ ਘੱਟ ਗਿਣਤੀ ਹੋਊਗੀ ਉਹਨੂੰ ਹਮੇਸ਼ਾ ਮੈਜੋਰੀਟੇਰੀਅਨ ਸਟੇਟ ਤੋਂ ਖਤਰਾ ਰਹਿੰਦਾ ਹੈ। ਜਦੋਂ ਗੁਰੂ ਸਾਹਿਬ ਦੇ ਵੇਲੇ ਸਿੱਖੀ ਸੀ, ਜਾਂ ਈਵਨ ਘੱਲੂਘਾਰਿਆਂ ਵੇਲੇ ਸਿੱਖੀ ਸੀ, ਤਾਂ ਸਿੱਖਾਂ ਦੇ ਵਿੱਚ ਕੋਈ ਮਾਈਨੋਰਿਟੀ ਹੋਣ ਦਾ ਡਰ ਨਹੀਂ ਸੀਗਾ। ਅਤੇ ਜਿਹੜੀ ਮਾਡਰਨ ਥੋਟ ਦੇ ਵਿੱਚ ਜਿਹੜਾ ਈਵਨ ਆਪਾਂ ਵੰਡ ਤੱਕ ਵੀ ਚਲੇ ਜਾਂਦੇ ਹਾਂ, ਉਹ ਮਸਲਾ ਤਾਂ ਇਹੀ ਹੈ ਵੀ ਦੋਵਾਂ ਦੇ ਵਿੱਚੋਂ ਵੀ ਸਿਰਾਂ ਦੀ ਗਿਣਤੀ ਹੈ, ਵੀ ਜਿਹੜਾ ਜ਼ਿਆਦਾ ਹੋਊਗਾ ਉਹ ਰੂਲ ਕਰੂਗਾ ਅਤੇ ਦੂਸਰੇ ਨੂੰ ਦਬਾਊਗਾ ਜਾਂ ਦੂਸਰੇ ਜ਼ੁਲਮ ਕਰੂਗਾ। ਸੋ ਇਸ ਡਰ ਦੇ ਵਿੱਚੋਂ ਜਦ ਸੋਸਾਇਟੀ 'ਚ ਇਹ ਡਰ ਆ ਗਿਆ ਵੀ ਜਦ ਗਿਣਤੀ ਮਿਣਤੀਆਂ ਹੀ ਸਿਰਾਂ ਦੀ ਗਿਣਤੀ 'ਤੇ ਹੋਣੀਆਂ, ਅਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਵੀ ਇਹੋ ਜਿਹੀਆਂ ਪ੍ਰੋਬਲਮ ਖੜੀਆਂ ਹੋਣੀਆਂ, ਮੈਨੂੰ ਲੱਗਦਾ ਵੀ ਸਾਹਮਣੇ ਆਉਣੀਆਂ ਹੀ ਸੀਗੀਆਂ, ਅਤੇ ਉਹ ਆਈਆਂ ਵੀ ਹੈ, ਅਤੇ ਉਹ ਹੁਣ ਤੱਕ ਪੇਸ਼ ਆ ਰਹੀਆਂ। ਉਹ ਫਿਰ ਇਸ ਸਾਰਾ ਸਿੱਖ ਫਲਸਫਾ ਤਾਂ ਧੁੰਦਲਾ ਹੋ ਗਿਆ ਨਾ। ਧੁੰਦਲਾ ਕਿਉਂ ਹੋ ਗਿਆ? ਬਲੈਕ ਹੋ ਗਿਆ ਇੱਕ ਤਰ੍ਹਾਂ ਦਾ। ਇਹ ਸਿਲਸਿਲਾ ਇਕੱਲਾ ਸਿੱਖ ਹੀ ਨਹੀਂ ਬਲੈਕ ਹੋਇਆ, ਇਹ ਸਾਰੇ ਰਿਲੀਜੀਅਸ ਆਈਡੈਂਟੀਟੀਆਂ ਨੇ ਜਦੋਂ ਵੈਸਟ ਦੇ ਨਜ਼ਰੀਏ ਤੋਂ ਆਪਦੀ ਪੋਲੀਟਿਕਸ ਘੜਨੀ ਸ਼ੁਰੂ ਕਰ ਦਿੱਤੀ, ਉਹ ਸਾਰੇ ਹੀ ਬਲੈਕ ਹੋਏ ਆ। ਇਹ ਇਕੱਲਾ ਸਿੱਖੀ ਦੇ ਵਿੱਚ ਨਹੀਂ, ਕਿਉਂਕਿ ਸਿੱਖਾਂ ਨੂੰ ਤਾਂ ਐਂ ਦਿਖ ਜਾਂਦਾ ਨਾ, ਕਿਉਂਕਿ ਸਿੱਖਾਂ ਕੋਲ ਤਾਂ ਇਸ ਟਾਈਮ ਕੋਈ ਸਟੇਟ ਨਹੀਂ ਹੈ, ਸਟੇਟਲੈਸ ਫਿਰ ਰਹੇ ਹੈ, ਇਸ ਕਰਕੇ ਉਹਨਾਂ ਦਾ ਮਸਲਾ ਦਿਖ ਜਾਂਦਾ ਹੈ। ਉਹਨਾਂ ਦੇ ਵਿੱਚ ਆਪਸੀ ਜਿਹੜਾ ਰੌਲਾ ਕਲਟਾਂ ਤੱਕ ਦਿਖ ਜਾਂਦਾ ਹੈ। ਪਰ ਦੇਖੋ ਤੁਸੀਂ ਦੁਨੀਆ ਦੇ ਵਿੱਚ ਈਰਾਨ ਜਾਂ ਅਰਬ ਦਾ ਰੌਲਾ ਜਿਹੜਾ ਚੱਲ ਰਿਹਾ ਹੈ, ਜਾਂ ਕ੍ਰਿਸਚਨਸ ਦਾ ਰੌਲਾ ਚੱਲ ਰਿਹਾ, 3000 ਫਿਰਕੇ ਕ੍ਰਿਸਚਨਸ ਦੇ ਵਿੱਚ ਹੀ ਹੈ। ਆਇਰਲੈਂਡ ਦਾ ਇੰਗਲੈਂਡ ਨਾਲ ਮਸਲਾ ਸੀਗਾ, ਇੰਗਲੈਂਡ ਦਾ ਫਰਾਂਸ ਨਾਲ ਮਸਲਾ ਸੀਗਾ, ਉਹ ਵੀ ਕਲਟਾਂ ਦਾ ਮਸਲਾ ਹੀ ਸੀਗਾ, ਇੰਟਰਪ੍ਰੀਟੇਸ਼ਨ ਦਾ ਹੀ ਮਸਲਾ ਹੈ। ਪਰ ਮੈਂ ਕਹਿ ਰਿਹਾ ਗਾ ਕਿ ਠੀਕ ਹੈਗਾ, ਕੋਈ ਕਿਤੇ ਕੀ ਹੋ ਰਿਹਾ ਗਾ, ਇਹ ਗੱਲ ਮਾਨਤ ਰੱਖਦੀ ਹੈਗੀ ਇਹ ਗੱਲ। ਜਦੋਂ ਅਸੀਂ ਕੋਈ ਗੱਲ ਕਰ ਰਹੇ ਹੁੰਦੇ ਹਾਂ, ਰੈਫਰੈਂਸ ਤਾਂ ਉਹ 'ਚ ਬੜੇ ਇੰਪੋਰਟੈਂਟ ਹੁੰਦੇ ਨੇ,
ਪਰ ਆਪਣੀ ਪੋਲਿਟਿਕਸ ਨੂੰ ਤਾਂ ਬੰਦਾ ਆਪ ਹੀ ਘੜਦਾ ਨਾ। ਆਪਦੀਆਂ ਗੱਲਾਂ ਨੂੰ ਤਾਂ ਜੇ ਹੁਣ ਸਿੱਖਾਂ ਦੇ ਅੰਦਰ ਇਹ ਗੱਲਾਂ ਦੇ ਅੰਦਰ ਕੋਈ ਸੈਂਸਿਟਾਈਜੇਸ਼ਨ ਆਉਣ ਲੱਗੀ ਹੋ ਜਾਂ ਸੋਚਦੇ ਹੋਣਗੇ ਜਾਂ ਜਿਵੇਂ ਤੁਸੀਂ ਗੱਲਾਂ ਕਈ ਵਾਰ ਕਰਦੇ ਹੋਗੇ ਹੈ ਨਾ, ਤਾਂ ਇਹ ਸੈਂਸਿਟਾਈਜੇਸ਼ਨ ਅਸੀਂ ਇਹ ਕੰਪੈਰੀਜ਼ਨਸ ਥੋੜ੍ਹੀ ਛੱਡ ਸਕਦੇ ਹਾਂ ਕਿ ਫਲਾਨਿਆਂ ਦੇ ਇਹ ਹੋ ਰਿਹਾ, ਧੌਂਕਿਆਂ ਦੇ ਇਹ ਹੋ ਰਿਹਾ। ਅਸੀਂ ਸਾਡੇ ਕੀ ਕਰਨਾ, ਕਿਸੇ ਦੀ ਪੋਲਿਟਿਕਸ ਕੋਈ ਮਰਜ਼ੀ ਹੋ ਸਕਦੀ ਹੈ, ਕਿਸੇ ਦੀ ਸਾਡੇ 'ਤੇ ਅਟੈਕ ਵਾਲੀ ਪੋਲਿਟਿਕਸ ਵੀ ਵੱਖਰੀ ਹੋ ਸਕਦੀ ਹੈ। ਸਾਡਾ ਰਿਸਪੌਂਡ ਤਾਂ ਉਹਦੀ ਅਟੈਕ ਵਰਗਾ ਨਹੀਂ ਹੋਊਗਾ ਨਾ। ਦੇਖੋ ਇਹ ਘਟਨਾ ਸਾਡੇ 'ਚ ਵੀ ਤਾਂ ਰਹੀਆਂ, ਮੈਂ ਕਹਿ ਰਿਹਾ। ਦੇਖੋ ਬੰਦਾ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਬੰਦੇ ਤੇ ਰੱਬ ਦਾ ਫਰਕ ਇਹੀ ਹੈ। ਹੁਣ ਰਿਐਕਟਿਵ ਹੋ ਕੇ ਇੱਕ ਸਧਾਰਨ ਬੰਦਾ ਕਿੰਨੀ ਕੁ ਦੇਰ ਤੱਕ ਬਚ ਜਾਊਗਾ, ਠੀਕ ਹੈ ਨਾ। ਜੇ ਉਹ ਬਚੂਗਾ ਵਿਦਵਾਨ ਉਹੀ ਹੋਊਗਾ। ਹੁਣ ਦਿੱਕਤ ਤਾਂ ਇਹ ਵੀ ਆ ਰਹੀ ਹੈ ਵੀ ਸਿੱਖਾਂ ਦਾ ਜਿਹੜਾ ਮਸਲਾ ਮਾਡਰਨ ਉਹ ਹੈ, ਉਹ ਥੋਟ ਦਾ ਮਸਲਾ ਆ ਰਿਹਾ, ਕਿਉਂਕਿ ਥੋਟ ਦੇ ਵਿੱਚ ਕੋਮਲਤਾ ਵੀ ਨਹੀਂ ਰਹੀ ਅਤੇ ਉਹ ਮੌਜੂਦਾ ਦੌਰ ਦੇ ਵਿੱਚ ਤਾਂ ਉਹ ਥੋਟ ਵੀ ਨਹੀਂ ਆ ਰਿਹਾ, ਪੈਦਾ ਵੀ ਨਹੀਂ ਹੋ ਰਿਹਾ। ਅਤੇ ਈਵਨ ਮਤਲਬ ਜੋ ਸਾਡੀ ਪੋਲੀਟਿਕਸ ਵੀ ਹੈ, ਆਪਾਂ ਵੈਸਟ ਨੂੰ ਵਿਰੋਧ ਕਰਦੇ ਕਰਦੇ ਵੀ ਪਰ ਸੋਚ ਆਪਾਂ ਉਸੀ ਨਜ਼ਰੀਏ ਤੋਂ ਰਹੇ ਹਾਂ। ਦਿੱਕਤ ਇੱਥੇ ਆ ਰਹੀ ਹੈ। ਆਪਾਂ ਮਤਲਬ ਆਪ ਦੇ ਇੰਸਟੀਟਿਊਸ਼ਨਸ ਜਾਂ ਰਿਲੀਜੀਅਸ ਥੋਟ ਤੋਂ ਨਹੀਂ ਸੋਚ ਕੇ ਗੱਲ ਕਰ ਰਹੇ, ਕਿਉਂਕਿ ਕਾਰਨ ਇਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਨਹੀਂ ਕੱਢ ਸਕਦੇ। ਕਾਰਨ ਕੀ ਹੈ ਕਿ ਦੁਨੀਆ ਹੀ ਇਸ ਤਰ੍ਹਾਂ ਦੀ ਹੈ। ਦੁਨੀਆ ਅੱਜ ਦੇ ਦੌਰ 'ਚ ਦੇਖੋਗੇ ਫਿਰ, ਕਿਉਂਕਿ ਲੋਕ ਕਹਿ ਦੂਗੇ ਵੀ ਤੁਸੀਂ ਜੀ ਸਕੂਲਾਂ 'ਚ ਬੰਦੇ ਭੇਜਣੇ ਬੰਦ ਕਰ ਦੂੰਗੇ, ਤੁਸੀਂ ਯੂਨੀਵਰਸਿਟੀਆਂ 'ਚ ਭੇਜਣੇ ਬੰਦ ਕਰ ਦੂੰਗੇ। ਅਸਲ 'ਚ ਤਾਂ ਕੀ ਹੈ ਵੀ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜਾ ਸਾਡਾ ਥੋਟ 'ਤੇ ਕੰਮ ਹੋਣਾ ਚਾਹੀਦਾ ਸੀਗਾ, ਉਹ ਸਾਡੇ ਆਪਣੇ ਲੋਕਾਂ ਵੱਲੋਂ ਵੀ ਉਸ ਲੈਵਲ ਦਾ ਹੋਇਆ ਨਹੀਂ, ਜਾਂ ਹੋਇਆ ਬਹੁਤ ਘੱਟ ਹੋਇਆ। ਅਤੇ ਇਹਦੀ ਰਿਸਪੌਂਸਿਬਿਲਿਟੀ ਤਾਂ ਗੰਗਵੀਰ ਕੋਈ ਲਊਗਾ। ਮੈਂ ਜਿਵੇਂ ਕਹਿ ਰਿਹਾ ਗਾ ਕਿ ਇੱਕ ਪੰਥ ਪ੍ਰਕਾਸ਼ ਦੇ ਚਾਹੇ 100 ਤਰ੍ਹਾਂ ਦੇ ਸਵਾਲ ਪੰਥ ਪ੍ਰਕਾਸ਼ ਨੂੰ ਲੈ ਕੇ ਵੀ ਹੁੰਦੇ ਨੇ, ਤੁਹਾਨੂੰ ਪਤਾ ਹੀ ਹੈਗਾ ਹੈ ਨਾ। ਬਹੁਤ ਸਾਰੇ ਪ੍ਰਚਾਰਕ ਵੀ ਪੰਥ ਪ੍ਰਕਾਸ਼ ਬਾਰੇ ਬੋਲਦੇ ਨੇ, ਉਹ ਇੱਕ ਅਲੱਗ ਡਿਬੇਟ ਹੋ ਸਕਦੀ ਹੈਗੀ। ਪਰ ਇੱਕ ਵਿਆਖਿਆ ਪੰਥ ਪ੍ਰਕਾਸ਼ ਦੇ ਦੌਰ ਦੀ ਹੈ ਸਿੱਖੀ ਦੀ, ਇੱਕ ਸਿੱਖੀ ਦੀ ਮਾਡਰਨ ਵਿਆਖਿਆ ਹੈਗੀ, ਜਿਹਦੇ 'ਚੋਂ ਨਿਕਲਦਾ ਬਹੁਤ ਸਾਰਾ ਕੁਛ ਨਿਕਲਦਾ, ਜਿਹਦੇ 'ਚੋਂ ਨਾ ਜਿਹਦੇ 'ਚੋਂ ਬਹੁਤ ਸਾਰਾ ਕੁਛ ਨਿਕਲਦਾ ਗਾ, ਜਿਹਦੇ 'ਚੋਂ ਆਇਡੈਂਟੀਟੀ ਦੀ ਪੋਲੀਟਿਕਸ ਖੜੀ ਹੁੰਦੀ ਜਿਹੜੀ ਮੈਂ ਕਹਿੰਦਾ ਨਗੇਸ਼ਨ ਵੱਲ ਚਲੀ ਜਾਂਦੀ ਹੈਗੀ। ਆਪਦੀ ਇੱਕ ਲਾਰਜਰ ਆਇਡੈਂਟੀਟੀ ਨੂੰ ਛੱਡ ਕੇ ਉਹ ਆਪਦੀ ਆਇਡੈਂਟੀਟੀ ਨੂੰ ਮਿਨੀਮਾਈਜ਼ ਕਰ ਲੈਂਦੀ, ਆਪਦੀ ਆਇਡੈਂਟੀਟੀ ਨੂੰ, ਆਪਦੀ ਪਛਾਣ, ਇੱਕ ਵੱਡੀ ਪਛਾਣ, ਆਪਦੀ ਪਛਾਣ ਨੂੰ ਛੋਟੀ ਕਰ ਲੈਂਦੀ ਹੈ, ਕੁੱਜੇ 'ਚ ਬੰਦ ਕਰ ਲੈਂਦੀ ਹੈ। ਇਹ ਤਾਂ ਹੋਇਆ ਨਾ, ਹੋ ਰਿਹਾ ਟਿਲ ਡੇਟ ਹੋ ਰਿਹਾ। ਹੁਣ ਤੁਸੀਂ ਵੱਡੀ ਪਛਾਣ ਤਾਂ ਇਹੀ ਸੀ ਕਿ ਸਾਰੇ ਕਲਾਵੇ 'ਚ ਲਏ ਹੋਏ ਨੇ, ਨਿਰਮਲੇ ਵੀ, ਉਦਾਸੀ ਵੀ, ਜਿੱਥੇ ਜੋ ਬੈਠਾ ਗਾ ਆਪਦੇ ਹਿਸਾਬ ਦੇ ਨਾਲ ਇੱਕ ਨਾ। ਅਤੇ ਆਪਦੀ ਆਇਡੈਂਟੀਟੀ ਦੀ ਪੋਲੀਟਿਕਸ ਹੀ ਲੜਦੇ ਐਂ ਹੋ ਗਏ ਕਿ ਆਪਦੀ ਆਇਡੈਂਟੀਟੀ ਨੂੰ ਬਚਾਉਂਦੇ ਆਪਦੀ ਆਇਡੈਂਟੀਟੀ ਹੀ ਛੋਟੀ ਕਰ ਲਈ ਤੁਸੀਂ। ਅਸਲ 'ਚ ਦਿੱਕਤ ਤੁਹਾਡੀ ਆਇਡੈਂਟੀਟੀ ਤਾਂ ਬਹੁਤ ਵੱਡੀ ਸੀ। ਦਿੱਕਤ ਇਹ ਵੀ ਆਈ ਹੈ ਵੀ ਜਿਹੜੀ ਇੱਕ ਮਤਲਬ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ ਕਿਉਂਕਿ ਅੰਤਮ ਸੱਚ ਮੇਰੇ ਕੋਲ ਵੀ ਨਹੀਂ ਹੈ, ਜਿਹੜਾ ਇੱਕ ਫਿਲੋਸਫੀਕਲ ਜਿਹੜਾ 1947 ਤੋਂ ਬਾਅਦ ਕੰਮ ਹੋਇਆ ਪੰਜਾਬ ਦੇ ਵਿੱਚ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਲੈਫਟ ਦਾ ਬਹੁਤ ਵੱਡਾ ਬੋਲਬਾਲਾ ਰਿਹਾ, ਚਾਹੇ ਉਹ ਮਤਲਬ ਬੋਲੀ ਦੇ ਵਿੱਚ, ਠੀਕ ਆ। ਅਤੇ ਉਸ ਥੋਟ ਦੇ ਵਿੱਚੋਂ ਦੇਖ ਆ ਰਿਹਾ ਵੀ ਕਿਸੇ ਚੀਜ਼ ਨੂੰ, ਚਾਹੇ ਉਦਾਸੀ ਹੋਈ ਹੈ ਜਾਂ ਨਿਰਮਲੇ ਆਏ ਜੀ ਪੁਜਾਰੀ ਹੈ, ਨਿਗੇਟ ਕਰਨ ਦੀ ਮਤਲਬ ਜਿਹੜੇ ਕਹਿੰਦੇ ਵੀ ਸਿੱਖੀ ਤਾਂ ਵੀ ਪਖੰਡਾਂ ਨੂੰ ਨਹੀਂ ਉਹ ਕਰਦੀ, ਆਹ ਚੀਜ਼ ਪਖੰਡ ਹੈ ਵੀ, ਫਿਰ ਉਹ ਕਹਿੰਦੇ ਆ ਵੀ ਦੁਨੀਆ ਦੇ ਵਿੱਚ ਮਾਨਵਤਾਵਾਦ ਹੋਣਾ ਚਾਹੀਦਾ। ਮਤਲਬ ਸਿੱਖੀ ਦੇ ਇੰਸਟੀਟਿਊਸ਼ਨ ਤੋਂ ਟੁੱਟ ਕੇ ਤਾਂ ਉਹੀ ਬੰਦਿਆਂ ਨੇ ਜਿਹੜੇ ਨੇ ਪ੍ਰਸੰਗ ਘੜੇ ਹੈ, ਸ਼ੁਰੂਆਤ ਤਾਂ ਇੱਥੋਂ ਹੋਈ ਹੈ, ਮਿਸ਼ਨਰੀਆਂ ਨੇ। ਮੈਂ ਮਿਸ਼ਨਰੀ ਨਹੀਂ ਕਹਿੰਦਾ, ਮੈਂ ਕੋਈ ਮਿਸ਼ਨਰੀ ਜਾਂ ਟਕਸਾਲੀ ਇਹ ਨਹੀਂ ਕਹਿੰਦਾ। ਮੈਂ ਕਹਿ ਰਿਹਾ ਵੀ ਜਿਹੜਾ ਐਕਚੁਅਲ 'ਚ ਮਿਸ਼ਨਰੀ ਹੋਣਾ ਜਾਂ ਟਕਸਾਲੀ ਹੋਣਾ ਮਸਲਾ ਬਾਅਦ ਦਾ ਹੈ। ਅਸਲ 'ਚ ਤਾਂ ਜਿਹੜਾ ਉੱਥੇ ਥੋਟ ਪ੍ਰੋਸੈਸ ਆਇਆ ਹੈ ਥਰੂ, ਚਾਹੇ ਸਾਡੇ ਕਾਲਜਸ ਦੇ ਥਰੂ ਆਇਆ ਹੈ, ਉਹਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੈਫਟ ਦਾ, ਖਾਸ ਕਰਕੇ ਨਾਸਤਿਕਵਾਦ ਦਾ ਵੱਡਾ ਅਸਰ ਸੀਗਾ। ਨਹੀਂ, ਪਰ ਉਹ ਤੋਂ ਪਹਿਲਾਂ ਤਾਂ ਮੈਂ ਕਹਿਣਾ ਨਾਸਤਿਕਵਾਦ ਦਾ ਤਾਂ ਬਾਅਦ 'ਚੋਂ ਯੂਨੀਵਰਸਿਟੀਆਂ 'ਚ ਕਬਜ਼ਾ ਹੁੰਦਾ। ਉਹ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਇਹ ਸਾਰੀ SGPC ਵੀ ਤਾਂ ਇੱਕ ਮਾਡਰਨ ਥੋਟ ਦੇ ਨਾਲ ਬਣੀ ਹੋਈ ਸੰਸਥਾ ਨਾ, ਉਹਦੇ 'ਚ ਮਿਸ਼ਨਰੀ ਕਾਲਜ ਨਿਕਲਦੇ ਆ, ਉਹਨਾਂ ਦੀ ਹੈ ਨਾ ਮਿਸ਼ਨਰੀ ਕਾਲਜ। SGPC ਦਾ ਤਾਂ ਜਿਹੜਾ ਫਿਨੋਮੀਨਾ ਆਇਆ ਨਾ, ਉਹ ਤਾਂ ਆਪਾਂ ਕਹਿ ਲਈਏ ਕਿ ਉਸ ਦੌਰ ਦੇ ਵਿੱਚੋਂ ਆਇਆ ਜਦੋਂ ਟੂ ਨੇਸ਼ਨ ਥਿਊਰੀਆਂ, ਜਦੋਂ ਕੌਮੀਅਤਾਂ ਦੀ ਪਛਾਣਾਂ ਹੋ ਰਹੀਆਂ ਸੀਗੀਆਂ। ਤੁਸੀਂ ਇਹ ਦੇਖ ਲਓ ਵੀ ਪੰਜਾਬ ਦੇ ਵਿੱਚ ਪਹਿਲਾਂ, ਹੁਣ ਜੇ ਤਾਂ ਸਾਡੇ ਘਰਾਂ 'ਚ ਹੀ ਹੈ, ਸਾਡੇ ਘਰਾਂ 'ਚ ਮੇਰੇ ਫਾਦਰ ਦਾ ਨਾਮ ਸੁਰੇਸ਼ ਕੁਮਾਰ ਜੀ ਸੀ, ਵੀ ਉਹਨਾਂ ਦੀ ਡੈਥ ਹੋ ਗਈ ਹੈ। ਤਾਏ ਦੋਨੀ ਸਿੱਖ ਸੀਗੇ, ਜਸਵੰਤ ਸਿੰਘ, ਦਰਸ਼ਨ ਸਿੰਘ, ਦਾਦਾ ਸਾਡਾ ਸਿੱਖ ਸੀਗਾ, ਸਾਡੇ ਨਾਨਕੇ ਮੋਨੇ ਹੈ। ਅਤੇ ਸਾਡੇ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਨਾਨਾ ਜੀ ਸੀਗੇ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸੀਗੇ, ਮੂੰਹ ਜ਼ਬਾਨੀ ਸੀ ਉਹਨਾਂ ਨੂੰ, ਕੰਠਸਥ ਸੀਗੇ, ਬਾਣੀਆਂ ਸਾਰੀਆਂ ਉਹਨਾਂ ਨੂੰ ਕੰਠਸਥ ਸੀਗੀਆਂ। ਅਤੇ ਉਹਦੇ ਵਿੱਚ ਕੋਈ ਇਹ ਨਹੀਂ ਸੀਗਾ ਵੀ ਆਪਾਂ ਉਹਨਾਂ ਦੀ ਪਛਾਣ 'ਤੇ ਇਹ ਨਹੀਂ ਕਰ ਸਕਦੇ ਸੀ ਵੀ ਤੂੰ ਹਿੰਦੂ ਹੈ ਕਿ ਤੂੰ ਸਿੱਖ ਹੈ।
ਇੱਦਾਂ ਮਤਲਬ ਈਵਨ ਪੰਜਾਬ ਦੇ ਵਿੱਚ ਕਈ ਮਤਲਬ ਬ੍ਰਿਟਿਸ਼ ਦੌਰ ਦੇ ਵਿੱਚ ਹੀ ਇਹ ਜਿਹੜੇ ਜਦੋਂ ਮਰਦਮਸ਼ੁਮਾਰੀ ਹੁੰਦੀ ਆ ਕਈ ਘਰਾਂ ਦੇ ਵਿੱਚ ਹੀ ਕੋਈ ਸਖੀ ਸਰਵਰੀਆ ਸੀਗਾ, ਖਾਸ ਕਰ ਸਾਡੇ ਦੁਆਬੇ 'ਚ ਹੀ ਜੱਟਾਂ ਦੇ ਵਿੱਚ ਵੀ ਜ਼ਿਆਦਾ ਇੱਦਾਂ ਦੀ ਸੀ, ਕੋਈ ਸਖੀ ਸਰਵਰੀਆ ਸੀਗਾ, ਕੋਈ ਗੁੱਗੇ ਵਾਲਾ ਸੀਗਾ, ਕੋਈ ਸਿੱਖ ਸੀਗਾ, ਕੋਈ ਦੇਵੀ ਪੂਜਕ ਸੀਗਾ। ਤਾਂ ਉਹ ਜਿਹੜੀ ਰਿਲੀਜੀਅਸ ਬਾਊਂਡਰੀਆਂ ਉਹ ਐਡੀਆਂ ਕਲੀਅਰ ਨਹੀਂ ਸੀ ਹੋਈਆਂ, ਅਤੇ ਉਹ ਇੱਕ ਘਰ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਵੀ ਸੀਗੀਆਂ, ਉਹਦੀ ਐਕਸੈਪਟੇਬਿਲਿਟੀ ਵੀ ਸੀਗੀ, ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਸੀ। ਪਰ ਜਦੋਂ ਫਿਰ ਉਹ ਥੋਟ ਹੀ ਆ ਗਿਆ, ਇੱਕ ਸਿਸਟਮ ਹੀ ਉਹ ਆ ਗਿਆ ਵੀ ਜਦੋਂ ਤੁਹਾਨੂੰ ਇੱਕ ਲਾਮਬੰਦੀ ਉਹ ਆ ਗਈ ਵੀ ਤੁਹਾਡੀ ਕੌਮਵਾਦ ਦੀ ਇੱਦਾਂ ਘੜਨਾ ਹੈ, ਅਤੇ ਮੈਨੂੰ ਲੱਗਦਾ ਵੀ ਉਹ ਦਿੱਕਤ ਹੀ ਸਾਰੀ ਉਹਦੇ ਵਿੱਚੋਂ ਆਈ ਹੈ। ਅਤੇ SGPC ਵੀ ਤਾਂ ਉਸੀ ਚੀਜ਼ ਤੋਂ ਹੀ ਆਈ ਹੈ ਨਾ, ਉਸ ਮਾਡਰਨ ਫਿਨੋਮੀਨੇ 'ਚੋਂ ਹੀ ਆਈ ਹੈ, ਮਾਡਰਨ ਇੰਸਟੀਟਿਊਸ਼ਨਸ 'ਚੋਂ ਹੀ ਆਈ ਹੈ ਨਾ। ਤਾਂ ਮਾਡਰਨ ਇੰਸਟੀਟਿਊਸ਼ਨ ਦੀ ਆ ਜਿਹੜੀ ਲਿਮਿਟੇਸ਼ਨ ਹੈ ਜਾਂ ਉਹਦੇ ਜਿਹੜੇ ਡੀਮੈਰਿਟਸ ਹੈ ਉਹ ਸਾਹਮਣੇ ਆ ਰਹੇ ਹੈ, ਅਤੇ ਉਹ ਆਉਣੇ ਹੀ ਸੀਗੇ। ਪਰ ਮਤਲਬ ਮੈਂ ਇਹ ਕਹਿ ਰਿਹਾ ਗਾ ਕਿ ਕੋਈ ਪੀਅਰ ਗਰੁੱਪ ਉਦੋਂ ਤਾਂ ਹੋਊਗਾ ਹੀ ਨਾ ਜਿਹੜਾ ਇਹ ਗੱਲਾਂ ਨੂੰ ਅੰਡਰਸਟੈਂਡ ਕਰ ਰਿਹਾ ਹੋਊਗਾ ਕਿ ਜਿਹੜੀਆਂ ਅਸੀਂ ਰਿਐਕਸ਼ਨ 'ਚ ਲਹਿਰਾਂ ਚਲਾ ਰਹੇ ਹਾਂਗੇ ਇਹ ਸਿੱਖੀ ਨੂੰ ਵੱਡਾ ਨਹੀਂ ਕਰ ਰਹੀਆਂ, ਛੋਟਾ ਕਰ ਰਹੀਆਂ ਨੇਗੀਆਂ। ਦੇਖੋ ਮੈਨੂੰ ਲੱਗਦਾ ਵੀ ਉਦੋਂ ਇੱਦਾਂ ਦਾ ਮਸਲਾ ਨਹੀਂ ਸੀਗਾ, ਇਹ ਸੈਂਸਿਟਾਈਜੇਸ਼ਨ ਨਹੀਂ ਸੀ ਦਾ ਮਤਲਬ। ਗੱਲ ਸੁਣੋ ਕਿ ਉਹ ਗੱਲਾਂ ਤਾਂ ਬਾਅਦ 'ਚ ਉਹਦੇ ਰਿਜ਼ਲਟ ਦੇਖੇ ਨਾ, ਉਹਦੇ ਰਿਜ਼ਲਟ ਆਪਾਂ ਦੇਖੇ ਨਾ ਪੰਜਾਬ 'ਚ ਕਿ ਕਿੰਨੀਆਂ ਬਾਊਂਡਰੀਜ਼ ਤਿੱਖੀਆਂ ਹੋ ਗਈਆਂ। ਹੁਣ ਤਾਂ ਸੰਪਰਦਾਵਾਂ ਦੀਆਂ, ਮਿਸ਼ਨਰੀਆਂ ਦੀਆਂ, ਸਾਰੀਆਂ ਧਰਾਵਾਂ ਦੀਆਂ ਬਾਊਂਡਰੀਜ਼ ਐਡੀਆਂ ਵੱਡੀਆਂ ਹੋ ਗਈਆਂ ਕਿ ਉਹ ਇੱਕ ਦੂਜੇ ਨਾਲ ਉਸ ਤਰ੍ਹਾਂ ਦੇ ਸੰਵਾਦ 'ਚ ਵੀ ਨਹੀਂ ਹੈਗੀਆਂ। ਮੈਨੂੰ ਲੱਗਦਾ ਉਹਨਾਂ ਨੇ ਨੇਗੇਟ ਕਰਤਾ ਕਿ ਇਹ ਫਲਾਣੇ ਨੇ ਸਭ ਨੇ ਸਭ ਦੀ ਵਿਆਖਿਆ ਕਰਕੇ ਉਹਨੂੰ ਸਿੱਟਤਾ। ਅਸਲ 'ਚ ਤੁਸੀਂ ਇਹ ਦੇਖੋ ਵੀ ਜਦੋਂ SGPC ਆਈ ਹੈ ਉਹਨੇ ਕਈ ਜਗ੍ਹਾ, ਕੁਛ ਜਗ੍ਹਾ ਮਹੰਤਾਂ ਨਾਲ ਟਕਰਾਅ ਹੋਇਆ, ਕੁਛ ਜਗ੍ਹਾ ਮਹੰਤ ਆਪ ਵੀ ਕਬਜ਼ਾ ਦੇ ਗਏ ਹੈ, ਅਤੇ ਈਵਨ ਉਹਨਾਂ ਦੇ SGPC ਨਾਲ ਵੀ ਚੰਗੇ ਰਿਲੇਸ਼ਨ ਰਹੇ ਹੈ। ਆਪਾਂ ਹੁਣ ਮਤਲਬ ਨਨਕਾਣਾ ਸਾਹਿਬ ਦੇ ਸਾਕੇ ਨੂੰ ਬਾਕੀ ਮਹੰਤਾਂ ਦੇ ਉਹਨਾਂ ਨਾਲ ਨਹੀਂ ਉਹ ਕਰ ਸਕਦੇ, ਉਹ ਮੁੜ ਕੇ ਫਿਰ ਸਿੱਖੀ 'ਚ ਹੀ ਰਹੇ ਆ। ਹੁਣ ਦਿੱਕਤ ਕੀ, ਮੈਂ ਤਾਂ ਉਦਾਸੀਆਂ ਦੇ ਡੇਰੇ 'ਚ ਕੀ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ, ਇੱਕ ਪਾਸੇ ਧੂਣਾ ਵੀ ਲੱਗਿਆ ਹੁੰਦਾ ਗਾ। ਬਿਲਕੁਲ ਪੰਜਾਬ 'ਚ ਜਿਹੇ ਡੇਰੇ ਸਾਡੇ ਨਵਾਂ ਸ਼ਹਿਰ ਹੈਗੇ ਨੇ, ਸ਼੍ਰੀ ਚੰਦ ਮਹਾਰਾਜ ਦਾ ਮਾਲਵੇ 'ਚ ਹੈਗੇ ਨੇ ਸਥਾਨ ਹੈ। ਈਵਨ ਸਾਡੇ ਇੱਥੇ ਦੁਆਬੇ ਦੇ ਵਿੱਚ ਜਿਹੜੇ, ਪਰ ਉਹ ਬਾਅਦ 'ਚੋਂ ਫਿਰ ਬਹੁਤ ਸਾਰੀਆਂ ਸਤਿਕਾਰ ਕਮੇਟੀਆਂ, ਬਹੁਤ ਸਾਰਾ ਕੁਛ ਹੋਇਆ, ਤੁਹਾਨੂੰ ਪਤਾ ਉਹ ਕਿਵੇਂ, ਬਹੁਤ ਸਾਰੀਆਂ ਮਸਜਿਦ, ਬਹੁਤ ਸਾਰਾ ਕੁਛ ਹੋਇਆ, ਤੁਸੀਂ ਜਾਣਦੇ ਹੋ ਕੀ ਹੋਇਆ ਹੈਗਾ। ਨਹੀਂ ਉਹ ਦਿੱਕਤ ਹੈ ਨਾ, ਉਹੀ ਤਾਂ ਗੱਲ ਹੈ। ਜਿਹੜੀ ਲੋਕਧਾਰਾ ਚੀਜ਼ਾਂ ਪਈਆਂ ਉਹਨਾਂ ਨੂੰ ਬਿਲਕੁਲ ਹੀ ਨਿਗੇਟ ਕੀਤਾ। ਉਹ ਲੋਕਾਂ ਦੀਆਂ ਜਾ ਕੇ ਜਠੇਰਿਆਂ ਦੀਆਂ ਸਮਾਧਾਂ ਢਾਤੀਆਂ, ਲੋਕਾਂ ਦੀਆਂ ਜਾ ਕੇ ਈਵਨ ਕਿ ਜਿਹੜੀਆਂ ਪੰਜਾਬ ਦੀਆਂ ਹਿਸਟੋਰੀਕਲ ਥਾਵਾਂ ਸੀਗੀਆਂ ਉਹ ਢਾਉਣ ਤੱਕ ਚਲੇ ਗਏ ਲੋਕ। ਅਸਲ 'ਚ ਤਾਂ ਦਿੱਕਤ ਇਹੀ ਹੈ, ਦੋ ਚੀਜ਼ਾਂ ਆ ਰਹੀਆਂ ਤੁਹਾਡੇ। ਇਹ ਮੈਂ ਇਸੇ ਗੱਲ ਤੇ ਮੈਂ ਗੱਲ ਕਰਨਾ ਚਾਹੁੰਦਾ, ਜਿਹੜੀ ਸਿੱਖੀ ਦੀ ਇਹ ਵਿਆਖਿਆ ਹੈਗੀ ਵੀ ਇੱਕ ਬੰਦੇ ਨੇ ਵਿਆਖਿਆ ਕੀਤੀ ਸਿੱਖੀ ਆ, ਹੁਣ ਜਿਹੜਾ ਦੇ ਵਿੱਚ ਆਊਗਾ ਉਹਦੇ ਤੇ ਬਲਡੋਜ਼ਰ ਚੱਲੂ, JCB ਚੱਲੂਗੀ ਉਹਦੇ ਤੇ। ਹਾਂ, JCB ਵਿਚਾਰਾਂ ਦੀ ਵੀ ਚੱਲੂਗੀ ਤੇ JCB ਸਿੱਧੀ ਵੀ ਚਲਾਵਾਂਗੇ, ਜਿਹੜਾ ਅੜੂਗਾ ਸਾਡੇ ਰਾਹ 'ਚ। ਉੱਥੇ ਗੱਲ ਆ ਰਹੀਆਂ ਵੀ ਅਸਲ 'ਚ ਕੀ ਹੈ ਵੀ ਤੁਹਾਡਾ ਇੱਕ ਪਾਸੇ ਤਾਂ ਮਾਡਰਨ ਟਕਰਾਇਆ ਹੈਗਾ ਵਿਪਰ ਸੰਸਕਾਰ ਨਾਲ, ਪਰ ਕਈ ਚੀਜ਼ਾਂ ਤੁਸੀਂ ਆਪ ਹੀ ਵਿਪਰ ਦੇ ਲੇਖੇ ਲਾਤੀਆਂ ਵੀ ਜਿੱਦਾਂ ਇੱਥੇ ਆਪਾਂ ਕਹਿ ਲਈਏ ਪੁਆਧ ਦਾ ਜਿਹੜਾ ਸੀਗਾ ਇੱਥੇ ਦੇਵੀ ਪੂਜਨ ਸੀਗਾ, ਉਹ ਲੋਕਲ ਦੇਵੀ ਦੇਵਤੇ ਹੀ ਸੀਗੇ। ਈਵਨ ਜਿਹੜਾ ਹੁਣ ਮਤਲਬ ਮਾਡਰਨ ਹਿੰਦੂਤਵਾ ਕਦੀ 33 ਕੋਟੀ ਕਹਿ ਦਿੰਦਾ ਵੀ ਦੇਵੀ ਦੇਵਤੇ, ਕਦੀ 33 ਕਰੋੜ ਕਹਿ ਦਿੰਦਾ ਹੈ। ਉਹ ਅਸਲ 'ਚ ਇੱਥੇ ਸਾਊਥ ਏਸ਼ੀਆ ਦੇ ਵਿੱਚ ਸਾਰਾ ਡਾਈਵਰਸ ਕਲਚਰ ਸੀਗਾ, ਹਰੇਕ ਦੇ ਆਪੋ ਆਪ ਦੇ ਕੁਦਰਤ ਤੋਂ ਲੈ ਕੇ ਲੋਕਲ ਗੋਡ ਸੀਗੇ, ਸਥਾਨਕ ਰੱਬ ਸੀ, ਸਥਾਨਕ ਰੱਬ ਸੀਗੇ, ਦੁਨੀਆ 'ਚ ਹੀ ਇੱਦਾਂ ਸੀਗਾ। ਅਤੇ ਉਹਨਾਂ ਨੂੰ ਫਿਰ ਅੱਗੇ ਕਿਸੇ ਨੇ ਤਾਂ ਦਾਅਵੇਦਾਰੀ ਲੈਣੀ ਸੀ, ਤੁਸੀਂ ਆਪਣੇ ਉਹਦੇ ਵਿੱਚੋਂ ਰਿਜੈਕਟ ਕਰਤਾ ਵੀ ਆਹ ਨਹੀਂ ਆ ਠੀਕ ਆ। ਉਹਦੇ ਵਿੱਚੋਂ ਕੀ ਹੋ ਗਿਆ ਵੀ ਜਦੋਂ ਇੱਕ ਕਲਟ ਸਟਰੋਂਗ ਹੋ ਗਿਆ, ਉਹ ਚਾਹੇ ਪ੍ਰੀਸਟ ਹੋਇਆ ਜਾਂ ਲੇਵਿਸਟ ਕਲਚਰ ਜਿਹੜਾ ਹਾਵੀ ਹੋ ਗਿਆ। ਗੁਰੂ ਨਾਨਕ ਸਾਹਿਬ ਦਾ ਜਿਹੜਾ ਮੂਰਤੀ ਪੂਜਾ ਨਾਲ ਮਤਲਬ ਮੇਰਾ ਮੰਨਣਾ ਵਿਰੋਧ ਸਿੱਧਾ ਮੂਰਤੀ ਪੂਜਾ ਨਾਲ ਇਹ ਸੀਗਾ ਕਿ ਇੱਕ ਉਹ ਕਹਿ ਰਿਹਾ ਹੈ ਕਿ ਲੇਵਿਸਟ ਕਲਾਸ ਕਹਿ ਰਹੀ ਹੈ ਵੀ ਮੈਂ ਦੱਸਦਾ ਧਰਮ ਕੀ ਹੈ, ਸਿੱਧਾ ਮੂਰਤੀ ਨਾਲ ਨਹੀਂ ਸੀ। ਕਿਉਂਕਿ ਦੁਨੀਆ ਜੋ ਰੱਬ ਹੈ ਸਾਰੀ ਖਲਕਤ ਹੀ ਰੱਬ ਦੀ ਹੈ, ਉਹ ਚਾਹੇ ਛੋਟਾ ਕੰਨ ਹੈ ਜਾਂ ਵੱਡਾ, ਆਕਾਰ ਜਾਂ ਸਕਾਰ ਨਿਰਾਕਾਰ ਦਾ ਕੋਈ ਐਡਾ ਮਸਲਾ ਨਹੀਂ ਹੈ। ਕੋਈ ਆਕਾਰ ਮੰਨ ਲੈਂਦਾ, ਕੋਈ ਨਿਰਾਕਾਰ ਮੰਨ ਲੈਂਦਾ, ਕੋਈ ਨਿਰਗੁਣ ਮੰਨਦਾ, ਕੋਈ ਸਰਗੁਣ ਮੰਨਦਾ। ਹੁਣ ਮਸਲਾ ਇਹ ਆ ਗਿਆ, ਇੱਕ ਬੰਦਾ ਆ ਕੇ ਕਹਿੰਦਾ ਮੈਂ ਦੱਸਦਾ ਵੀ ਆਹ ਧਰਮ ਹੈ। ਉਹ ਮਹਾਰਾਜ ਨੇ ਵੀ ਉਸ ਚੀਜ਼ ਨੂੰ ਸਿੰਪਲੀਫਾਈ ਕੀਤਾ ਵੀ ਤੂੰ ਉਹ ਨਹੀਂ ਹੈ, ਤੂੰ ਰੱਬ ਦੇ ਵਿੱਚ ਵਿਚੋਲਾ ਨਾ ਬਣ। ਸੋ ਮਸਲਾ ਉੱਥੇ ਆ ਜਾਂਦਾ ਹੈ। ਹੁਣ ਵੀ ਜਿਹੜੀ ਆ ਰਹੀ ਹੈ ਵੀ ਮਾਡਰਨ ਉਹਦੇ ਵਿੱਚ ਲੋਕ ਧਾਰਾ ਨੂੰ ਲੋਕਾਂ ਨੇ ਸਮਝਿਆ ਨਹੀਂ ਹੈ। ਮੈਨੂੰ ਲੱਗਦਾ ਵੀ ਲੋਕ ਧਾਰਾ ਨੂੰ ਸਾਡੇ ਪੜਾਇਆ ਵੀ ਨਹੀਂ ਜਾ ਰਿਹਾ। ਨੂੰ ਉਸ ਤਰ੍ਹਾਂ ਉਹਨਾਂ ਨੇ ਪ੍ਰਿੰਸੀਪਲੀ ਕੋਈ ਨਿਗੇਟ ਨਹੀਂ ਕੀਤਾ। ਅਤੇ ਮੇਰਾ ਮੰਨਣਾ ਵੀ ਜੋ ਮੈਂ ਸਮਝਣ ਦੀ ਕੋਸ਼ਿਸ਼ ਕਰਦਾ, ਹਾਲਾਂਕਿ ਮੈਂ ਉਸ ਪ੍ਰੋਸੈਸ ਦੇ ਵਿੱਚ ਹਾਂ, ਮੈਂ ਕਹਿ ਦਵਾਂ ਵੀ ਕਿਸੇ ਵੀ ਜਿਹੜਾ ਮੇਨ ਉਹਨਾਂ ਨੇ ਤੰਜ ਕੀਤਾ ਪੂਰੀ ਵਿਵਸਥਾ ਦੀ, ਜਿਹ 'ਚ ਰੱਬ ਦਾ ਵਿਚੋਲਾ ਬਣਨ ਦੀ ਕੋਸ਼ਿਸ਼ ਹੋ ਰਹੀ। ਕਿਉਂਕਿ ਕਾਰਨ ਇਹ ਹੈ ਵੀ ਤੁਸੀਂ ਇਹ ਦੇਖੋ ਵੀ ਧੰਨਾ ਭਗਤ ਹੈ, ਧੰਨਾ ਭਗਤ ਪੱਥਰ ਨੂੰ ਪੂਜ ਰਿਹਾ,
ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨੇ, ਹਾਂ, ਆਰਤੀ ਹੁੰਦੀ ਹੈ ਉਹਨਾਂ ਦੀ ਬਕਾਇਦਾ ਤੌਰ ਤੇ, ਹਾਂ, ਤੇ ਉਹ ਈਵਨ ਜੈਦੇਵ ਹੈ, ਠੀਕ ਹੈ ਨਾ। ਸੋ ਫਿਰ ਤਾਂ ਮਸਲਾ ਮੂਰਤੀ ਵਾਲੇ ਬੰਦੇ ਨਾ ਹੀ ਰੱਖਦੇ, ਫਿਰ ਭਗਤ ਤਾਂ ਨਾ ਹੀ ਆਉਂਦੇ ਮੈਨੂੰ ਲੱਗਦਾ ਬਾਣੀ 'ਚ। ਅਸਲ 'ਚ ਈਵਨ ਜਿਹੜਾ ਇੱਥੇ ਇਹ ਇਕੱਲਾ ਮਤਲਬ ਆਪਾਂ ਏਸ਼ੀਆ 'ਚ ਨਹੀਂ, ਜਦੋਂ ਮੁਹੰਮਦ ਸਾਹਿਬ ਉੱਥੇ ਗਏ ਸੀ, ਕਾਬੇ 'ਚ ਗਏ ਸੀ, ਮਸਲਾ ਉੱਥੇ ਵੀ ਇਹੀ ਸੀਗਾ ਵੀ ਲੋਕਾਂ ਨੇ, ਉਹ ਕਹਿੰਦੇ ਨਾ ਵੀ ਹੋਬਸ ਦਾ ਮੰਦਿਰ ਸੀਗਾ, ਉਹਦੇ ਆਸੇ-ਪਾਸੇ ਆਪਦੇ ਬਜ਼ੁਰਗਾਂ ਦੇ ਨਾਂ 'ਤੇ ਮੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਦੇਖੋ, ਲੋਕ ਧਾਰਾ ਹੁੰਦੀਆਂ ਵੀ ਇੱਕ ਬੰਦਾ ਆਪਦੇ ਬਜ਼ੁਰਗ ਦੀ ਉਹ ਕਰਦਾ ਪਿਆ ਵਾ, ਅੱਗੇ ਜਾ ਕੇ ਹੋ ਸਕਦਾ ਵੀ 3-4 ਪੀੜ੍ਹੀਆਂ ਬਾਅਦ ਉਹ ਪੂਜਨਿਕ ਹੋ ਜਾਂਦਾ ਹੈ। ਇੱਥੇ ਤੱਕ ਤਾਂ ਚੰਗੀ ਗੱਲ ਹੈ, ਪਰ ਮਤਲਬ ਬੰਦੇ ਦੀ ਫਿਰ ਸੋਚ ਸਿਰਫ ਇਹੀ ਆ ਜਾਵੇ ਵੀ ਉੱਥੇ ਇੱਕ ਲੈਵਿਸਟ ਕਰੈਕਟਰ ਆ ਜਾਵੇ, ਉਹ ਕਵੇ ਕਿ ਇਹੀ ਰੱਬ ਹੈ। ਇੱਕ ਤਾਂ ਹੈਗਾ ਸਾਰੇ ਕਿਤੇ ਰੱਬ ਹੈ, ਇੱਕ ਕਹਿ ਦੇਵੇ ਸਿਰਫ ਇਹੀ ਰੱਬ ਹੈ। ਮਸਲਾ ਮੈਨੂੰ ਲੱਗਦਾ ਵੀ ਉੱਥੇ ਹੈ। ਅਤੇ ਹੁਣ ਮੋਡਰਨ ਥੋਟ ਦੇ ਵਿੱਚ ਵੀ ਜਿਹੜਾ ਟਕਰਾਅ ਆ ਰਿਹਾ, ਚਾਹੇ ਉਹ ਸ਼ਾਇਦ ਸਤਿਕਾਰ ਕਮੇਟੀਆਂ ਦਾ ਵੀ ਆ ਰਿਹਾ, ਉਹ ਕਹਿ ਦੇਣਾ ਵੀ ਅਸੀਂ ਦੱਸਦੇ ਹਾਂ ਧਰਮ ਕੀ ਹੈ, ਤੁਸੀਂ ਆਹ ਨਹੀਂ ਕਰ ਸਕਦੇ। ਮੈਨੂੰ ਲੱਗਦਾ ਵੀ ਮੇਰੀ ਉਸ ਚੀਜ਼ ਨਾਲ ਸਹਿਮਤੀ ਨਹੀਂ ਹੈ ਵੀ ਆਪਾਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਉਹ ਕਰ ਸਕਦੇ। ਉਹ ਲੋਕਾਂ ਨੂੰ ਨਾ ਮਤਲਬ ਕਿ ਤੁਸੀਂ ਪੂਰੀ ਤਰ੍ਹਾਂ ਲੋਕਧਾਰਾ ਤੋਂ ਨਹੀਂ ਤੋੜ ਸਕਦੇ। ਉਹਦਾ ਇੱਕ ਬੰਦੇ ਨੇ ਮੈਨੂੰ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਇੱਕ ਸਿੱਖ ਸਕੋਲਰ ਸੀਗਾ, ਉਹਨੇ ਮੈਨੂੰ ਕਿਹਾ ਵੀ ਆਪਾਂ ਇਹ ਕੰਮ ਤਾਂ ਕੀਤਾ ਵੀ ਮੜੀਆਂ ਤੋੜਤੀਆਂ, ਜਾਂ ਕਹਿ ਲਓ ਕਿ ਉਦਾਸੀਆਂ ਦਾ ਜਾਂ ਜਠੇਰਿਆਂ ਦੀਆਂ। ਕਹਿੰਦਾ ਉਹ ਜਿਹੜੇ ਲੋਕ ਟੁੱਟ ਗਏ ਉਹ ਕਿਸੇ ਨਾ ਕਿਸੇ ਡੇਰੇ ਨਾਲ ਜੁੜ ਗਏ ਜਾਂ ਕਿਸੇ ਨਾ ਕਿਸੇ ਹੋਰ ਜਮਾਤ। ਤੁਸੀਂ ਕਿਹਾ ਵੀ ਸਾਡੇ ਧਰਮ ਦਾ ਹਿੱਸਾ ਨਹੀਂ ਉਹ ਲੋਕ। ਚੱਲ, ਜੇ ਮੈਂ ਕਹਿੰਦਾ ਕਿ ਏਡੀਆਂ ਵੱਡੀਆਂ ਧਰਾਵਾਂ ਸੀ ਇਹ ਸਾਰੀਆਂ, ਇਹਨਾਂ ਨੂੰ ਨਿਗੇਟ ਕਰਦਿਆਂ ਉਹ ਕਿਤੇ ਨਾ ਕਿਤੇ ਜਾ ਕੇ ਆਪਣੇ ਤਰੀਕੇ ਨਾਲ ਆਪਦੀ ਪ੍ਰੈਕਟਿਸ ਕਰਨ ਲੱਗ ਗਏ। ਨਹੀਂ, ਉਹ ਵੱਡੀ ਸਿੱਖੀ ਦੀ ਜਿਹੜੀ ਵੱਡੀ ਤਸਵੀਰ ਆ ਉਹਦਾ ਹਿੱਸਾ ਸੀਗੇ ਉਹ। ਬਿਲਕੁਲ ਬਿਲਕੁਲ। ਇਹ ਮੰਨਿਆ ਜਾਵੇ ਕਿ ਇਹਦਾ ਮਤਲਬ ਕੋਈ ਰਵਾਇਤੀ ਉਦੋਂ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ, ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ, ਚਾਹੇ ਮਹਾਰਾਜਾ ਦੇ ਦੌਰ 'ਚ ਹੁੰਦੀ ਹੈਗੀ, ਚਾਹੇ ਮਾਡਰਨ ਦੌਰ ਦੇ ਅੰਦਰ ਆ ਕੇ ਆਪਾਂ ਸਿੰਘ ਸਭਾ ਵੇਲੇ ਗੱਲ ਕਰਦੇ ਹਾਂ, ਉਦੋਂ ਕੋਈ ਇਹੋ ਜਿਹਾ ਪੀਅਰ ਗਰੁੱਪ ਨਹੀਂ ਸੀ। ਉਦੋਂ ਇਹਨਾਂ ਚੀਜ਼ਾਂ ਪ੍ਰਤੀ ਕੋਈ ਸੈਂਸਿਟਾਈਜੇਸ਼ਨ ਨਹੀਂ ਸੀ ਕਿ ਮਤਲਬ ਗੱਲ ਤਾਂ ਕਿਸੇ ਚੀਜ਼ ਪ੍ਰਤੀ ਸੈਂਸਿਟਿਵ ਹੋਣ ਦੀ ਹੋਈ ਹੈ ਨਾ, ਕਿ ਯਾਰ ਸਾਡੀ ਅਪਰੋਚ ਕੀ ਹੋਵੇ, ਸਾਡੀ ਪਹੁੰਚ ਕੀ ਹੋਵੇ ਕਿਸੇ ਦੇ ਨਾਲ ਗੱਲ ਕਰਨ ਦੀ। ਮੰਨ ਲਓ ਤੁਸੀਂ ਆਪਦੀ ਗੱਲ ਨਾਲ ਕਨਵਿੰਸ ਵੀ ਕਰਾਉਣਾ, ਜਿਵੇਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਨਾਲ, ਸਿੱਧਾਂ ਨਾਲ, ਸਭ ਨਾਲ ਬਹਿਸ ਵੀ ਕਰਦੇ ਰਹੇ ਆ, ਗੋਸ਼ਟੀਆਂ ਕਰਦੇ ਰਹੇ ਹੈਗੇ, ਹੈ ਨਾ। ਅਤੇ ਇਹ ਨਹੀਂ ਗਾ ਕਿ ਹਾਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਉਸ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਬਿਲਕੁਲ ਨਗੇਟ ਨਹੀਂ ਕੀਤਾ। ਮੈਨੂੰ ਲੱਗਦਾ ਵੀ ਜਿਹੜੀ ਸਿੰਘ ਸਭਾ ਵੀ ਹੈ, ਸਿੰਘ ਸਭਾ ਦਾ ਜਿਹੜਾ ਕ੍ਰਾਈਸਿਸ ਸੀਗਾ ਜਾਂ ਵਿਰੋਧ ਸੀਗਾ ਦੂਜਿਆਂ ਨਾਲ, ਉਹ ਐਡਾ ਤਿੱਖਾ ਨਹੀਂ ਸੀਗਾ ਵੀ ਜਿਹੜਾ ਮੌਜੂਦਾ ਦੌਰ ਦੇ ਵਿੱਚ ਹੈ, ਵੀ ਜਿਹੜਾ ਉਸ ਚੀਜ਼ ਨੂੰ ਬਾਹਰ ਹੀ ਕਰ ਦੇਵੇ। ਮੌਜੂਦਾ ਦੌਰ ਦੇ ਵਿੱਚ ਤਾਂ ਆਪਾਂ ਲੋਕ ਸਿੱਖ ਮੰਨਣਾ ਹੀ ਛੱਡ ਗਏ ਨਾ, ਵੀ ਇਹਨਾਂ ਨੂੰ ਬਾਤ ਤਾਂ ਹੈ ਹੀ ਨਹੀਂ ਹੈ, ਇਹ ਸਾਡੇ ਨਹੀਂ ਹੈ। ਮਸਲਾ ਉੱਥੇ ਆ ਗਿਆ। ਉਹਦੇ ਨਾਲ ਕੀ ਹੈ ਵੀ ਅਸੀਂ ਆਪ ਦਾ ਦਾਇਰਾ ਛੋਟਾ ਕਰਦੇ ਪਏ ਹਾਂ। ਮੈਨੂੰ ਇਸ ਮਸਲੇ 'ਤੇ ਜਿਹੜਾ ਬ੍ਰਾਹਮਣੀਕਲ ਸਿਸਟਮ ਹੈ, ਉਹਨਾਂ ਦੇ ਵਿੱਚ ਉਹਨਾਂ ਦੀ ਤੁਸੀਂ ਇੱਕ ਕਹਿ ਲਓ ਕਿ ਚਲਾਕੀ ਕਹਿ ਲਓ, ਜਾਂ ਉਹਨਾਂ ਦੀ ਇੱਕ ਸਮਝਦਾਰੀ ਇਹ ਹੈ ਵੀ ਉਹ ਹਰ ਚੀਜ਼ ਨੂੰ ਹਿੰਦੂ ਧਰਮ ਦੇ ਵਿੱਚ, ਜਿਹੜਾ ਮਾਡਰਨ ਹਿੰਦੂ ਧਰਮ ਹੈ, ਹਾਲਾਂਕਿ ਸ਼ਬਦ ਵੀ ਕਿਤੇ ਸਨਾਤਨੀ ਵਰਤਦੇ ਆ ਜਾਂ ਹੋਰ ਹੈ, ਜੇ ਉਹ ਅੱਜ ਸਰਵਾਈਵ ਕਰ ਰਿਹਾ, ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦਾ ਇੱਕ ਲਚਕੀਲਾਪਨ ਹੋਣਾ ਵੀ ਹੈ। ਉਹਦੇ ਵਿੱਚ ਸਰਗੁਣ ਵੀ ਹੈ, ਨਿਰਗੁਣ ਵੀ ਹੈ, ਸ਼ੈਵ ਵੀ ਹੈ, ਵੈਸ਼ਨਵ ਵੀ ਹੈ, ਝਟਕਾ ਵੀ ਹੈ, ਅਤੇ ਸ਼ਾਕਾਹਾਰ ਵੀ ਹੈ। ਹਾਲਾਂਕਿ ਉਹਨਾਂ ਦਾ ਵੀ ਹੁਣ ਆ ਗਿਆ ਰੌਲਾ, ਇੱਥੇ ਆ ਗਿਆ ਵੀ ਸ਼ਾਕਾਹਾਰੀ ਥਾਲੀ ਹੋਣੀ ਚਾਹੀਦੀ, ਉਹੀ ਹਿੰਦੂ ਹੈ। ਸੋ ਮਤਲਬ ਇਹ ਚੀਜ਼ਾਂ ਆ ਕੇ ਨਾ ਬੰਦੇ ਨੂੰ ਅਲੱਗ ਕਰ ਦਿੰਦੀਆਂ ਅਤੇ ਇੱਕ ਉਹਦਾ ਦਾਇਰਾ ਛੋਟਾ ਕਰਦੀਆਂ। ਸਾਨੂੰ ਦੂਜੀ ਗੱਲ ਇਹ ਹੈ ਵੀ ਇਹਨਾਂ ਚੀਜ਼ਾਂ ਨਾਲ ਜੇ ਟੈਕਲ ਵੀ ਕਰਨਾ ਹੈ ਤਾਂ ਉਹ ਸਾਰਾ ਕੁਛ ਸਹਿਜੇ ਸਹਿਜੇ ਹੁੰਦਾ। ਵੀ ਇੱਕ ਜਿਹੜਾ ਸਿੱਖ ਅਤੇ ਖਾਲਸੇ ਦਾ ਫਰਕ ਜੋ ਮੈਂ ਸੁਣਿਆ ਜਾਂ ਪੜ੍ਹਿਆ ਵੀ ਇਹੀ ਸੀਗਾ ਵੀ ਜਿਹੜਾ ਸਹਿਜੇ ਸਹਿਜੇ ਸਿੱਖ ਖਾਲਸੇ ਹੁੰਦਾ ਜਾ ਰਿਹਾ ਹੈ, ਸਹਿਜੇ ਰਚਿਓ ਖਾਲਸਾ, ਵੀ ਉਹ ਇੱਕ ਸਹਿਜ ਹੈ। ਹੋ ਸਕਦਾ ਵੀ ਇੱਕ ਪ੍ਰੋਸੈਸ ਹੈ ਵੀ ਖਾਲਸਾ ਦਾ ਜਿਹੜਾ ਧਰਮ ਹੈ, ਜਾਂ ਆਪਾਂ ਕਹਿ ਲਈਏ ਸਿੱਖ ਧਰਮ ਹੈ, 400-500 ਸਾਲ ਪੁਰਾਣਾ ਹੈ, 300 ਸਾਲ ਪਹਿਲਾਂ ਖਾਲਸਾ ਪ੍ਰੈਕਟਿਸ ਹੈ। ਅਤੇ ਇਹ ਦੁਨੀਆ ਦੀ ਜੇ ਆਪਾਂ ਤਾਰੀਖ ਦੇਖਦੇ ਹੋਏ ਦੇਖੀਏ ਵੀ ਐਡਾ ਵੱਡਾ, ਹਾਂ, ਉਹਦੇ ਵਿੱਚ ਕੁਛ ਚੀਜ਼ਾਂ, ਸਾਡਾ ਜਿਹੜਾ ਪੀਰੀਅਡ ਹੈਗਾ ਬਹੁਤ ਛੋਟਾ, ਹਾਂ, ਸਾਡੇ ਇੰਸਟੀਟਿਊਸ਼ਨਸ 'ਚੋਂ ਹੀ ਜਿਹੜੀ ਨਵੀਂ ਚੀਜ਼ ਨਿਕਲਣੀ ਚਾਹੀਦੀ ਹੈ, ਨਾ ਕਿ ਅਸੀਂ ਵੈਸਟ ਨੂੰ ਦੇਖੀਏ। ਉਹਦੇ ਵਿੱਚੋਂ ਕੁਛ ਹੋ ਸਕਦਾ ਵੀ ਸਾਡੀਆਂ, ਮੈਂ ਕਹਿੰਦਾ, ਕੁਰੀਤੀਆਂ ਹੀ ਹੈ, ਉਹ ਹੌਲੀ ਹੌਲੀ ਡਾਇਲੂਟ ਹੋ ਗਿਆ। ਈਵਨ ਜਿੱਦਾਂ ਕਾਸਟ ਸਿਸਟਮ ਹੀ ਹੈ, ਇੱਥੇ ਦੱਸਦੇ ਆ ਵੀ 3 ਤੋਂ 5000 ਸਾਲ ਤੱਕ ਦਾ ਕਾਸਟ ਸਿਸਟਮ ਹੈ, ਉਹ ਵੀ ਡਾਇਲੂਟ ਨਹੀਂ ਹੋਇਆ। ਵੀ ਇਹ ਵੀ ਮੰਨਣ ਵਾਲੀ ਗੱਲ ਹੈ ਵੀ ਆਪਾਂ ਹਰ ਪਾਸੇ ਬਾਕੀ ਚੀਜ਼ਾਂ 'ਚ ਤਾਂ ਇਹ ਕਹਿ ਦਿੰਦੇ ਆ ਸਿੱਖ ਹੈਗਾ ਕਿ ਨਹੀਂ, ਇਹ ਹੈਗਾ, ਇਹ ਉਹ ਹੈ, ਇਹ ਉਦਾਸੀ ਹੈ, ਨਿਰਮਲ ਹੈ, ਪਰ ਸਾਡੇ ਵਿੱਚ ਜਿਹੜਾ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੈ ਉਹ ਸਟਿਲ ਹੈਗਾ। ਜੇ ਅਸੀਂ ਸੋਚਦੇ ਹਾਂ ਵੀ ਕੋਈ ਬੰਦਾ ਜਨਮ ਤੋਂ ਹੀ ਉੱਚਾ ਜਾਂ ਨੀਵਾਂ ਹੈ,
ਪਹਿਲਾਂ ਤਾਂ ਮੈਨੂੰ ਲੱਗਦਾ ਵੀ ਜੇ ਕੋਈ ਬੰਦਾ ਇਹ ਸੋਚੇ ਵੀ ਮੈਂ ਜਨਮ ਤੋਂ ਜਿੱਥੇ ਉੱਚਾ ਸੋਚਣ ਵਾਲਾ ਮਾੜਾ ਹੈ, ਉਹ ਤੋਂ ਵੱਡਾ ਮਾੜਾ ਉਹੀ ਹੈ ਕਿ ਜਿਹੜਾ ਜੰਮਦੇ ਸਾਰੀ ਇਹ ਹੀਨ ਭਾਵਨਾ ਲੈ ਕੇ ਜੰਮਦਾ, ਖਾਸ ਕਰ ਸਿੱਖਾਂ ਦੇ ਘਰ ਵੀ ਮੈਂ ਨਹੀਂ ਮੈਂ। ਸੋ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਵੀ ਹੁਣ ਇਹ ਸਿੱਖੀ ਦੀ ਪ੍ਰੈਕਟਿਸ 'ਚ ਆਪਾਂ ਕਹਿੰਦੇ ਥਾਟ ਦੇ ਲੈਵਲ ਤੇ ਗੁਰੂ ਸਾਹਿਬ ਨੇ ਇਹਨੂੰ ਕਿਹਾ ਕਿ ਮੰਨਣਾ ਨਹੀਂ, ਪਰ ਸਿੱਖਾਂ 'ਚ ਪ੍ਰੈਕਟਿਸ ਤਾਂ ਪਈਆਂ ਨੇ ਗੱਲਾਂ। ਕਿਸ ਤਰ੍ਹਾਂ ਦੀਆਂ ਜਾਤੀਵਾਦੀ ਗੱਲਾਂ ਨੇ ਜਿਹੜੀਆਂ, ਜਾਤ ਦੀ ਰਾਜਨੀਤੀ ਜਾਂ ਜਾਤ ਦਾ ਕਨਸੈਪਟ ਆ, ਉਹ ਪਿਆ ਹੈਗਾ। ਬਿਲਕੁਲ ਹੈਗਾ, ਉਹੀ ਦੱਸਦਾ ਪਿਆ ਵੀ ਉਹਦੇ ਵਿੱਚੋਂ ਕਾਰਨ ਕੀ ਹੈ ਕਿ ਸਿੱਖ ਸੁਸਾਇਟੀ 'ਚੋਂ ਕਿਸੇ ਦੂਸਰੇ ਗ੍ਰਹਿ ਤੋਂ ਤਾਂ ਆਏ ਨਹੀਂ ਹੈ, ਇਹ ਪੂਰੇ ਸਾਊਥ ਏਸ਼ੀਆ 'ਚ ਪਿਆ। ਤੁਸੀਂ ਪਾਕਿਸਤਾਨ ਦੇਖ ਲਓ, ਇਸਲਾਮ ਦੇ ਵਿੱਚ ਜਾਤ ਹੈ ਨਹੀਂ ਕਹਿੰਦੇ ਆ ਨਾ, ਪਰ ਪਾਕਿਸਤਾਨ ਦੇ ਵਿੱਚ ਤਾਂ ਰਾਜਪੂਤ ਹੈ, ਗੁੱਜਰ ਹੈ, ਅਰਾਈ ਹੈ, ਮੁਸੱਲੀ ਹੈ, ਠੀਕ ਹੈ ਨਾ। ਫਿਰ ਇਸਲਾਮ ਦੇ ਵਿੱਚ ਵੀ ਦੇਖੋ ਫਿਰਕਿਆਂ 'ਚ ਵੰਡੇ, ਸ਼ੀਆ ਸੁੰਨੀ ਹੈ ਜਾਂ ਹੋਰ ਹੈ, ਪਸਮਾਦਾ ਮੁਸਲਮਾਨ ਜਿਹੜੇ ਆਪਾਂ ਕਹਿੰਦੇ ਉਹ ਵਿਚਾਰੇ ਗਰੀਬ ਹੀ ਨੇ ਉਹ। ਹਾਂ, ਈਵਨ ਤੁਸੀਂ ਇਹ ਦੇਖੋ ਵੀ ਇਸਲਾਮ ਜਿਹੜਾ ਆਇਆ ਹੈ ਮਤਲਬ ਪੰਜਾਬ 'ਚ ਜਾਂ ਕਸ਼ਮੀਰ 'ਚ ਜਾਂ ਉਹ ਹੈ, ਉਹ ਮਤਲਬ ਯੂਪੀ ਦੇ ਇਸਲਾਮ ਤੋਂ ਵੱਖਰਾ ਹੈ। ਯੂਪੀ ਦੇ ਇਸਲਾਮ ਦੇ ਵਿੱਚ ਜਦੋਂ ਆਇਆ ਮੁਸਲਿਮ ਆਇਆ ਜਿਹੜਾ ਯੂਪੀ, ਉਹਨੇ ਆਪਣੇ ਆਪ ਨੂੰ ਕਿਸੇ ਨੇ ਕੁਰੈਸ਼ ਕਹਿਣਾ ਸ਼ੁਰੂ ਕਰਤਾ ਜਾਂ ਕਿਸੇ ਹੋਰ ਨੇ, ਮਤਲਬ ਜਿਹੜਾ ਸਥਾਨਕ ਮੁਸਲਮਾਨ ਸੀ ਕੋਈ ਸੈਯਦ ਬਣ ਗਿਆ। ਪਰ ਪੰਜਾਬ ਦੇ ਵਿੱਚ ਜਿਹੜਾ ਜਾਤ ਸਟਰਕਚਰ ਜਿਹੜਾ ਕਬੀਲੇ 'ਤੇ ਖੜਾ ਸੀਗਾ, ਉਹਨੇ ਆਪਣੀ ਜਿਹੜੀ ਆਈਡੈਂਟਿਟੀ ਹੈ ਉਹ ਸਸਟੇਨ ਰੱਖੀ। ਮਤਲਬ ਇਸ ਨੂੰ ਜਾਤ ਪੱਖੋਂ ਨਹੀਂ, ਵਰਨ ਪੱਖੋਂ ਨਹੀਂ, ਮਤਲਬ ਇੱਕ ਕਬੀਲੇ ਦੀ ਪਛਾਣ ਪੱਖੋਂ ਵੀ ਉਹਨੇ ਉਸ ਚੀਜ਼ ਨੂੰ ਸਸਟੇਨ ਰੱਖਿਆ। ਸ਼ੁੱਧਤਾ ਨੂੰ ਜਿਵੇਂ ਕਹਿੰਦਾ ਕਿ ਸ਼ੁੱਧਤਾ ਫਾਸਿਜ਼ਮ ਹੁੰਦੀ ਹੈ ਕਿਹਾ ਜਾਂਦਾ, ਹਾਲਾਂਕਿ ਫਾਸਿਜ਼ਮ ਹਮੇਸ਼ਾ ਸਟੇਟ ਸਪੌਂਸਰਡ ਹੁੰਦਾ ਹੈਗਾ, ਪਰ ਸ਼ੁੱਧਤਾ ਨੂੰ ਫਾਸਿਜ਼ਮ ਦੀ ਨਹੀਂ ਮੰਨਿਆ ਜਾਂਦਾ ਹੈਗਾ। ਜਿਹੜਾ ਬੰਦਾ ਸ਼ੁੱਧ ਭਾਲਦਾ ਸਭ ਕੁਝ ਵੀ ਦੁਨੀਆ ਸ਼ੁੱਧ ਹੋਵੇ, ਹੈ ਨਾ, ਡਾਇਵਰਸਿਟੀ ਨੂੰ ਰਿਜੈਕਟ ਵੀ ਕਰਦਾ ਉਹ, ਤਾਂ ਕਿਤੇ ਨਾ ਕਿਤੇ ਇਹ ਸਟਿੰਕਟ ਪਿਆ ਸੀ, ਸ਼ੁੱਧਤਾ ਵਾਲਾ ਸਟਿੰਕਟ ਸਾਰੇ ਕਿਤੇ ਪਿਆ ਹੁੰਦਾ। ਸਿੱਖਾਂ ਦੇ ਵੀ ਇੱਕ ਧੜੇ ਜਿਹੜਾ ਦੀ ਵਿਆਖਿਆ ਕਰਨ ਲੱਗ ਗਿਆ, ਸ਼ੁੱਧਤਾ ਦੀ ਵਿਆਖਿਆ ਹੀ ਹੈ ਨਾ ਇਹ। ਸ਼ੁੱਧ ਦਾ ਮਤਲਬ ਇਹ ਹੈਗਾ ਕਿ ਹਾਂ ਭਾਈ ਆਹ ਸਾਡਾ ਇੱਕ ਥਾਟ ਹੈ, ਇਹ ਸ਼ੁੱਧ ਹੈਗਾ। ਸਿੱਖੀ ਐਂ ਹੁੰਦੀ ਹੈ ਤੇ ਸਾਰੇ ਐਂ ਸਿੱਖ ਬਣ ਜਾਓ। ਜੇ ਕਿਸੇ ਹੋਰ ਪ੍ਰੈਕਟਿਸ ਦਾ ਸਿੱਖ ਹੋਊਗਾ ਅਸੀਂ ਉਹਨੂੰ ਨਹੀਂ ਮੰਨਾਂਗੇ, ਜਿਹੜਾ ਨਹੀਂ ਮੰਨਾਂਗੇ ਜਾਂ ਫਿਰ ਉਹਦੇ ਡਾਂਗ ਵੀ ਵਾਹਾਂਗੇ। ਅਤੇ ਮੈਨੂੰ ਲੱਗਦਾ ਵੀ ਆਪਣੇ ਆਪ ਦੇ ਵਿੱਚ ਹੀ ਇਹ ਮਤਲਬ ਇੱਕ ਤੰਗ ਸੋਚ ਹੈ। ਇਹ ਤੋਂ ਉੱਪਰ ਉੱਠ ਕੇ ਸਾਨੂੰ ਸੋਚਣਾ ਚਾਹੀਦਾ। ਦੂਜੀ ਗੱਲ ਜਿਹੜਾ ਮੈਨੂੰ ਪੰਜਾਬ ਦਾ ਜੋ ਮੈਨੂੰ, ਕਿਉਂਕਿ ਪੰਜਾਬ ਨੂੰ ਮੈਂ ਇੱਕ ਜਿਹੜੀ ਮੇਰੀ ਇਮੋਸ਼ਨਲ ਭਾਵਨਾ ਹੈ ਪੰਜਾਬ ਲਈ, ਇਹ ਮਤਲਬ ਮੈਂ ਪੰਜਾਬ ਨੂੰ ਇੱਕ ਦੁਨੀਆ ਦੀ ਇਹੋ ਜਿਹੀ ਧਰਤੀ ਗਿਣਦਾ ਹੈ ਕਿ ਜਿਹਨੇ ਸਭ ਤੋਂ ਜ਼ਿਆਦਾ ਡਾਈਵਰਸਿਟੀ 'ਤੇ ਮਾਣ ਕੀਤਾ ਹੈ। ਸਾਡੇ ਸਿਵਲਾਈਜੇਸ਼ਨਸ 'ਤੇ ਵੱਖ-ਵੱਖ ਸ਼ੇਡ ਹੈ, ਕਦੀ ਇੱਥੇ ਹੂਨ ਆ ਗਏ, ਮੰਗੋਲ ਆ ਗਏ, ਸ਼ੱਕ ਆ ਗਏ, ਤੁਰਕ ਆ ਗਏ, ਕਕੇਸ਼ੀਅਨ ਆ ਗਏ, ਸਿੰਥੀਅਨ ਆ ਗਏ, ਅਫਗਾਨ ਆ ਗਏ, ਸਾਰੇ ਆ ਕੇ ਇੱਥੇ ਦੇ ਹੋ ਗਏ। ਉਹਦੇ ਵਿੱਚੋਂ ਮੈਂ ਆਪਣੇ ਆਪ ਨੂੰ ਇਹ ਨਹੀਂ ਮੰਨਦਾ ਵੀ ਪੰਜਾਬ 'ਚ ਕੋਈ ਬੰਦਾ ਮੂਲ ਹੈ। ਮੈਂ ਕਹਿੰਦਾ ਵੀ ਸਾਡਾ ਜਿਹੜਾ DNA ਹੈ ਉਹਦੇ ਵਿੱਚ ਵੱਖ-ਵੱਖ ਕੌਮੀਅਤਾਂ ਦੇ ਤੱਤ ਹੈਗੇ ਹੈ, ਕਿਉਂਕਿ ਉਹਨਾਂ ਦੇ ਮੇਲ ਤੋਂ ਹੀ ਸਾਡੀ ਸੁਸਾਇਟੀ ਬਣੀ ਹੈ। ਈਵਨ ਇਹ ਦੇਖ ਲਓ ਵੀ ਕਈ ਜਗ੍ਹਾ ਜ਼ਿਕਰ ਹੈ ਵੀ ਮਤਲਬ ਪੁਰਾਣੀ ਉਹਦੇ ਵਿੱਚ ਵੀ ਮੈਂ ਇੱਕ ਜਗ੍ਹਾ ਪੜ੍ਹ ਰਿਹਾ ਸੀਗਾ ਵੀ ਇੱਕ ਬ੍ਰਾਹਮਣ ਨੂੰ ਹੁਕਮ ਸੀਗਾ ਵੀ ਤੂੰ ਕੁਰਸ਼ੇਤਰ ਦੀ ਧਰਤੀ ਟੱਪ ਕੇ ਪੰਜਾਬ 'ਚ ਨਹੀਂ ਵਸਣਾ, ਵੀ ਉੱਥੇ ਜਵਨ ਰਹਿੰਦੇ ਆ, ਵੀ ਉਹ ਵਰਨ ਸਿਸਟਮ ਨਹੀਂ ਮੰਨਦੇ ਹੈਗੇ ਹੈ, ਮਤਲਬ ਪੁਰਾਤਨ ਦੌਰ ਦੇ ਵਿੱਚ ਹੀ। ਅਤੇ ਉਹ ਪ੍ਰੈਕਟਿਸ ਸੀਗੀ, ਉਹ ਇਹੀ ਸੀਗੀ ਕਿ ਇੱਥੇ ਡਾਈਵਰਸਿਟੀ ਸੀਗੀ ਅਤੇ ਉਹਦੇ ਵਿੱਚ ਸਾਰਿਆਂ ਦੀ ਐਕਸੈਪਟੇਬਿਲਿਟੀ ਸੀਗੀ। ਅਤੇ ਸਾਡਾ ਮੈਨੂੰ ਜਿਹੜੀ ਕਿਸੇ ਦੇ ਬਾਹਰੋਂ ਆ ਕੇ ਇੱਥੇ ਵੱਸ ਕੇ ਇਸ ਧਰਤੀ ਦਾ ਹੋ ਜਾਣਾ ਨਾ, ਉਹ ਗੁਣ ਸਭ ਤੋਂ ਵੱਡਾ ਲੱਗਦਾ। ਜੇ ਕੋਈ ਇੱਥੇ ਆ ਕੇ ਬਾਹਰੋਂ ਆ ਕੇ ਆਪਣੇ ਪਿਛਲੇ ਉਹੀ ਮੰਨੂ ਜਾਊਗਾ ਪਛਾਣ ਦਾ ਵੀ ਰਹਿਣਾ ਖਾਣਾ ਉਹਦਾ ਇਸੀ ਧਰਤੀ ਦਾ ਹੋਊਗਾ, ਤਾਂ ਮੈਨੂੰ ਲੱਗਦਾ ਇਹ ਉਹਦੀ ਪ੍ਰੋਬਲਮ ਹੈ। ਵੀ ਉਹ ਜੇ ਸੋਚੂਗਾ ਕਿ ਮੈਂ ਜਾਤੀਗਤ ਜਾਂ ਕੌਮੀ ਕੋਈ ਸ਼ੁੱਧਤਾ ਜਾਂ ਉੱਚਤਾ ਰੱਖਣੀ ਹੈ, ਅਸਲ 'ਚ ਤਾਂ ਇਸ ਕਿ ਇਹੀ ਕਾਰਨ ਐਕਸੈਪਟੈਂਸ ਕਹਿੰਦੇ ਆ ਬਹੁਤ ਸਿੱਖਾਂ ਜਾਂ ਪੰਜਾਬ 'ਚ ਬਹੁਤ ਐਕਸੈਪਟੈਂਸ ਆ। ਚਾਹੇ ਅਸੀਂ ਭਾਸ਼ਾ ਬਣਾਉਣੀ ਹੋਵੇ, ਸਾਡੇ ਨਾਲ ਕੋਈ ਗੱਲ ਕਰੇ ਆਪਾਂ ਨਾਲ ਦੀ ਨਾਲ ਉਹਦੀ ਭਾਸ਼ਾ 'ਚ ਹੋ ਜਾਂਦੇ ਉਹਦੇ ਨਾਲ ਨਾ। ਇਹ ਸਾਡੇ ਅੰਦਰ ਦੇ ਇੱਕ ਮੈਂ ਕਹਾਂ ਕਿ ਇੱਕ ਤਾਂ ਮਤਲਬ ਇਸ ਤਰ੍ਹਾਂ ਦੀਆਂ ਇੱਕ ਤਰ੍ਹਾਂ ਦੀ ਅਨਕੌਂਸ਼ੀਅਸਲੀ ਅਸੀਂ ਦੇਖਦੇ ਹਾਂ ਕਿ ਐਕਸੈਪਟੈਂਸ ਜਿਹੜੀ ਹੈਗੀ ਬਰੀਕੀ ਨਾਲ ਜੇ ਤੁਸੀਂ ਦੇਖੋ ਬਹੁਤ ਐਕਸੈਪਟੈਂਸ ਹੈਗੀ ਨਾ, ਉਹ ਤਾਂ ਹੀ ਆਈ ਹੋਈ ਆ ਇੰਨੀ। ਬਿਲਕੁਲ ਤੁਸੀਂ ਇਹ ਦੇਖੋ ਇੰਨੇ ਲੋਕ ਆਏ ਮਿਕਸਡ ਆ, ਤੁਸੀਂ ਇਹ ਦੇਖੋ ਵੀ ਅਸੀਂ ਨਾ ਆਰੀਅਨ ਆ, ਦੇਖੋ ਨਾ ਮੂਲ ਆ, ਨਾ ਜਿਹੜੇ ਉਹਦੇ ਸਾਰੇ ਆਏ ਉਹਨਾਂ ਦਾ ਮਿਕਸ ਆ। ਹਾਂ ਸਾਡੇ ਹੁਣ ਇਹ ਦੇਖੋ ਵੀ ਪੰਜਾਬ ਜਿਹੜਾ ਹੈ ਸਾਡਾ ਜਿਹੜਾ, ਤਾਂ ਹੀ ਤੁਸੀਂ ਦੇਖੋ ਨਾ, ਮੈਂ ਕਹਿੰਦਾ ਹੁੰਦਾ ਨਾ ਪੰਜਾਬ 'ਚ ਚਿਹਰਿਆਂ ਦੀ ਫੋਟੋਗ੍ਰਾਫੀ ਹੋਣੀ ਚਾਹੀਦੀ ਹੈ। ਹਾਂ, ਪੰਜਾਬ ਦੇ ਚਿਹਰੇ ਕਿਸੇ ਨੂੰ ਡਾਕੂਮੈਂਟ ਕਰਨੇ ਚਾਹੀਦੇ ਹੈਗੇ। ਤੁਸੀਂ ਦੇਖੋਗੇ ਮਾਲਵੇ ਵੱਲ ਤੁਹਾਨੂੰ ਜਿਵੇਂ ਡਿਫਰੈਂਟ ਤਰ੍ਹਾਂ ਦੇ ਚਿਹਰੇ ਮਿਲੋਗੇ, ਤੁਸੀਂ ਗੁਰਦਾਸਪੁਰ ਚਲੇ ਜਾਂਦੇ ਹੋ ਤੁਹਾਨੂੰ ਇੰਨੇ ਗੋਰੇ ਤੇ ਇਹੋ ਜਿਹੇ ਨੈਣ ਨਕਸ਼ ਵਾਲੇ ਬੰਦੇ ਮਿਲਣਗੇ ਜਿਹੜੇ ਲੱਗਦੇ ਆ ਵੀ ਇਹ ਤਾਂ ਪੰਜਾਬ ਦੇ ਨਹੀਂ। ਮੈਂ ਉਹੀ ਕਹਿ ਰਿਹਾ ਵੀ ਦੇਖੋ ਚਿਹਰੇ ਪੰਜਾਬ ਦੇ ਆ ਜਿਹੜੇ ਤੁਸੀਂ ਦੇਖਦੇ ਹੋ। ਉਹ ਹੁਣ ਤਾਂ ਵਿਚਾਰੇ ਚਿਹਰੇ ਮੈਨੂੰ ਬਹੁਤ ਉਦਾਸ, ਮੈਂ ਨਾ ਮੇਰੀ ਆਦਤ ਆ ਜਦੋਂ ਮੈਂ ਜਾਂਦਾ ਕਿਤੇ ਘੁੰਮਦਾ ਤਾਂ ਇਹ ਚੀਜ਼ਾਂ ਫੜਨ ਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਗਾ, ਕਿਉਂਕਿ ਰਿਪੋਰਟਿੰਗ ਕਰਦੇ ਰਹੀਦਾ ਸਾਰੇ ਪੰਜਾਬ 'ਚ।
ਮੈਂ ਲੋਕਾਂ ਦੇ ਚਿਹਰੇ ਦੇਖਦਾ ਗਾ ਨਾ ਪੰਜਾਬ 'ਚੋਂ, ਖੁਸ਼ ਚਿਹਰੇ ਹੁਣ ਨਾ ਤੁਸੀਂ ਬਹੁਤ ਹੀ ਉਦਾਸੀ ਵਾਲੇ ਚਿਹਰੇ ਮਿਲਦੇ ਨੇ ਅੱਜ ਕੱਲ੍ਹ। ਉਹਦੇ ਬਹੁਤ ਸਾਰੇ ਰੀਜ਼ਨ ਨੇ, ਚਲੋ ਉਹ ਇੱਕ ਵੱਡੀ ਡਿਬੇਟ ਹੈਗੀ। ਅਤੇ ਉਦਾਸੀ ਓਵਰਆਲ ਹੀ ਆਪਾਂ ਦੇਖ ਰਹੇ ਹਾਂ ਕਿ ਕਿਸ ਕਿਸ ਤਰੀਕੇ ਨਾਲ ਪੰਜਾਬ ਟਾਰਗੇਟ ਵੀ ਹੋ ਰਿਹਾ, ਪੰਜਾਬ 'ਚ ਬਹੁਤ ਸਾਰਾ ਕੁਛ ਹੋ ਰਿਹਾ ਹੈਗਾ, ਜਾਂ ਉਹਦੇ 'ਚ ਜੋ ਕ੍ਰਾਈਸਿਸ ਨੇਗੇ ਉਹਨਾਂ 'ਚੋਂ ਵੀ। ਪਰ ਇਹ ਦੇਖਣ ਵਾਲਾ ਕਿ ਉਹ ਚਿਹਰਿਆਂ ਦਾ ਜਿਹੜਾ ਰੰਗ ਰੂਪ ਅਤੇ ਚਿਹਰਿਆਂ ਦੀ ਜਿਹੜੀ ਹਾਵ ਭਾਵ ਅਤੇ ਚਿਹਰਿਆਂ ਦੀ ਜਿਹੜੀ ਬਣਤਰ ਆ ਗਈ, ਚਿਹਰਿਆਂ ਦੀ ਬਣਤਰ 'ਤੇ ਫੋਟੋਗ੍ਰਾਫੀ ਨੇ ਮੈਨੂੰ ਲੱਗਦਾ ਡਾਕੂਮੈਂਟੇਸ਼ਨ ਹੋਣ ਦੀ ਲੋੜ ਆ ਪੰਜਾਬ। ਮਤਲਬ ਉਹ ਵੀ ਦੱਸਦਾ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਨੈਕਟ ਕਰਦੀ ਹੈ ਇੱਕ ਚੀਜ਼ ਕਿ ਉਰੇ ਇੰਨੇ ਮਿਕਸਡ, ਇੰਨੇ ਲੋਕ ਆਏ, ਉਹ ਸਾਰੇ ਸਾਡੇ ਮਿਕਸ ਹੁੰਦਾ ਰਿਹਾ ਕਲਚਰ। ਤੁਸੀਂ ਦੇਖਣਾ ਵੀ ਜਿਹੜਾ ਸਾਡਾ ਵੈਸਟ ਨਾਲ ਇੱਕ ਕੀ ਰਿਸ਼ਤਾ ਹੈ, ਖਾਸ ਕਰ ਜਿਹੜਾ ਸਾਡਾ ਸਭ ਤੋਂ ਨੇੜਲਾ ਰਿਸ਼ਤੇਦਾਰ ਹੈ ਉਹ ਈਰਾਨ ਹੈ। ਰਾਜਾ ਡੋਰੀਅਸ ਵੇਲੇ ਜਿਵੇਂ ਆਪਾਂ ਨੂੰ ਕਹਿੰਦੇ ਪਰਾਨੀਆਂ ਦਾ ਖੂਨ ਆਮ ਤੌਰ ਤੇ ਈਰਾਨ ਦਾ ਹਿੱਸਾ ਰਿਹਾ ਪੰਜਾਬ, ਠੀਕ ਹੈ ਨਾ। ਈਵਨ ਆਰੀਅਨਸ ਵੀ ਕਹੇ ਜਾਂਦੇ ਨੇ ਵੀ ਈਰਾਨ ਤੋਂ ਹੀ ਆਏ, ਈਰਾਨ ਦਾ ਨਾਮ ਵੀ ਆਰੀਅਨ ਤੋਂ ਹੀ ਪਿਆ ਹੋਇਆ। ਪ੍ਰੋਫੈਸਰ ਜਿਹੜੇ ਹਿਸਟੋਰੀਅਨ GS ਗਰੇਵਾਲ ਨੇ ਉਹ ਵੀ ਕਹਿੰਦੇ ਆ ਨਾ ਕਿ ਪੰਜਾਬ ਈਰਾਨੀਆਂ ਦਾ ਖੂਨ ਸਾਡੀ ਬੋਲੀ ਦੇ ਵਿੱਚ ਸ਼ਬਦ ਹੈ। ਹਾਂ, ਉਹਨਾਂ ਦੀ ਫਿਲਮਾਂ ਦੇਖੋ, ਤੁਹਾਨੂੰ ਉਹਨਾਂ ਦੀਆਂ ਫਿਲਮਾਂ ਦੇਖ ਕੇ ਮੈਂ ਕਈ ਫਿਲਮਾਂ ਦੇਖੀਆਂ ਨੇ ਜਿਨ੍ਹਾਂ 'ਚ ਤੁਹਾਨੂੰ ਸ਼ਬਦ ਐਂ ਲੱਗਦਾ ਵੀ ਪੰਜਾਬੀ ਬੋਲ ਗਿਆ ਬੰਦਾ। ਹਾਂ, ਮਤਲਬ ਕਈ ਚੀਜ਼ਾਂ ਈਰਾਨੀ ਫਿਲਮਾਂ ਦੇਖੋ ਤੁਹਾਨੂੰ ਲੋਕ ਪੰਜਾਬੀ ਸ਼ਬਦ ਬੋਲ ਗਏ, ਹਫਤਾ, ਠੀਕ ਹੈ, ਕਈ ਚੀਜ਼ਾਂ ਦਾ ਅਖਬਾਰ, ਮਤਲਬ ਪਰਸ਼ੀਅਨ 'ਚੋਂ ਕਾਫੀ ਚੀਜ਼ਾਂ ਸਾਡੇ ਆਈਆਂ ਵੀ ਹੈ ਇੱਥੇ। ਅਤੇ ਇਸ ਕਰਕੇ ਮੈਨੂੰ ਜਿਹੜਾ ਮਤਲਬ, ਕਿਉਂਕਿ ਇਹੀ ਸਾਡੀ ਖੂਬਸੂਰਤੀ ਹੈ ਵੀ ਜਿਹੜਾ ਪੰਜਾਬ ਹੈ ਉਹ ਈਸਟ ਅਤੇ ਵੈਸਟ ਨੂੰ ਇਕੱਠਾ ਕਰਦਾ ਹੈ। ਅਤੇ ਮੈਂ ਜਦੋਂ ਵੀ ਇਸ ਖਿੱਤੇ ਦੇ ਬਾਰੇ ਇਸੀ ਕਰਕੇ ਮੈਂ ਗੱਲ ਕਰਦਾ ਹੁੰਦਾ ਵੀ ਜਿਹੜਾ ਇੰਡੀਆ ਜਾਂ ਪਾਕਿਸਤਾਨ ਹੈ, ਸਾਡੀ ਜਿਹੜੀ ਜਿਓਗ੍ਰਾਫੀਕਲ ਲੋਕੇਸ਼ਨ ਹੈ ਇਹ ਤੀਸਰ ਪੰਥ ਹੈ, ਅਤੇ ਇਹਨੇ ਸਾਊਥ ਏਸ਼ੀਆ ਦੇ ਵਿੱਚ ਇੱਕ ਬੈਲੈਂਸ ਬਣਾਇਆ ਹੋਇਆ, ਦੋ ਤਾਕਤਾਂ ਦੇ ਟਕਰਾਅ ਨੂੰ ਰੋਕਿਆ ਹੋਇਆ। ਸੋ ਇਸ ਕਰਕੇ ਜਿਹੜੀ ਪੰਜਾਬ ਦੀ ਵਿਲੱਖਣ ਪਛਾਣ ਹੈ ਨਾ, ਉਹ ਹਮੇਸ਼ਾ ਸਸਟੇਨ ਰਹਿਣੀ ਚਾਹੀਦੀ ਹੈ। ਅਤੇ ਇਸੀ ਕਰਕੇ ਮੈਂ ਹਮੇਸ਼ਾ ਮਤਲਬ ਪੰਜਾਬ ਨੂੰ ਸਿੱਖਾਂ ਦਾ ਜਿਹੜਾ ਹੋਮਲੈਂਡ ਮੰਨਦਾ ਵੀ ਇਹਨਾਂ ਦਾ ਇੱਕ ਜਿਹੜਾ ਕਿਉਂਕਿ ਉਹਦੇ ਕਰਕੇ ਪੰਜਾਬ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਜਿਹੜਾ ਹੈ ਡਾਈਵਰਸ ਹੈਗਾ, ਅਤੇ ਉਹਦੇ ਕਰਕੇ ਪੰਜਾਬ ਦੋ ਟਕਰਾਵਾਂ ਤੋਂ ਵੀ ਬਚਿਆ ਹੋਇਆ ਹੈ। ਸੋ ਇਸ ਕਰਕੇ ਮੈਂ ਇਹ ਸੋਚਦਾ ਰਹਿੰਦਾ, ਅਤੇ ਮੈਨੂੰ ਇਹੀ ਲੱਗਦਾ ਵੀ ਜੋ ਸਿੱਖਾਂ ਦੇ ਵਿੱਚ ਵੀ ਮਾਡਰਨ ਪ੍ਰੈਕਟਿਸ ਦੇ ਵਿੱਚ ਆ ਰਿਹਾ, ਉਹਦੇ ਵਿੱਚੋਂ ਉਹ ਸਾਨੂੰ ਜ਼ਿਆਦਾ ਡਿਪਰੈਸ਼ਨ ਜ਼ਿਆਦਾ ਦੇ ਰਿਹਾ, ਉਹਦੇ ਵਿੱਚ ਮਨ ਦੀ ਸ਼ਾਂਤੀ ਘੱਟ ਹੈ। ਹੁਣ ਸਿੱਖਾਂ ਦੇ ਵਿੱਚ ਹੀ ਤਾਂ ਹੀ ਸਾਰੇ ਭਰੇ ਪਏ ਨੇ। ਅਸੀਂ ਜਿਹੜਾ ਉੱਠਦਾ ਆਪਣਾ ਬੰਦਾ ਪੂਰੀ ਉੱਚੀ ਉੱਚੀ ਆਵਾਜ਼ 'ਚ, ਲਾਊਡ ਆਵਾਜ਼ 'ਚ ਭਰਿਆ ਪਿਆ, ਉਹ ਕਹਿੰਦਾ ਵੀ ਐਂ ਹੋ ਜੂ, ਐਂ ਕਰ ਦਾਂਗੇ, ਐਂ ਕਰ ਦਾਂ। ਮਤਲਬ ਮੈਂ ਨਹੀਂ ਕਹਿੰਦਾ ਐਂ ਨਹੀਂ ਕਰਨਾ ਚਾਹੀਦਾ, ਗੁੱਸਾ ਕੋਈ ਮਾੜੀ ਗੱਲ ਨਹੀਂ ਹੈਗੀ, ਉਹਦੇ 'ਚ ਗੁੱਸੇ 'ਚ ਵੀ ਬੋਲਣਾ ਚਾਹੀਦਾ ਹੈਗਾ, ਤਿੱਖਾ ਵੀ ਬੋਲਣਾ ਚਾਹੀਦਾ, ਕੋਈ ਇਸ਼ੂ ਨਹੀਂ। ਪਰ ਉਹਦੇ ਨਾਲ ਜਿਹੜਾ ਸਾਡਾ ਇੱਕ ਵਿਜ਼ਡਮ ਹੈਗਾ, ਜਿਹੜਾ ਸਦੀਆਂ ਦਾ ਇੱਕ ਵਿਜ਼ਡਮ, ਅਸੀਂ ਉਹ ਮਿਸ ਕਰ ਜਾਂਦੇ ਜਦੋਂ ਅਸੀਂ ਇੰਨੇ ਗੁੱਸੇ 'ਚ ਹੁੰਦੇ ਹੈਗੇ, ਜਾਂ ਇੰਨੇ ਤੁਸੀਂ ਇਹ ਦੇਖੋ ਇੰਨੇ ਲਾਊਡ ਹੁੰਦੇ ਆ। ਦੁਨੀਆ ਦੇ ਵਿੱਚ ਸਾਨੂੰ, ਅਸੀਂ ਜਿਸ ਜਗ੍ਹਾ ਬੈਠੇ ਹਾਂ, ਸਭ ਤੋਂ ਮਿੱਠਾ ਪਾਣੀ ਹੈ, ਸਭ ਤੋਂ ਫਰਟਾਈਲ ਲੈਂਡ ਹੈ, ਅਤੇ ਅਸੀਂ ਇੱਥੋਂ ਭੱਜਣ ਲਈ ਕਾਹਲੇ ਹਾਂ। ਮਤਲਬ ਜਿਹੜਾ ਇੱਥੇ ਸੋਚ ਬਚਿਆ ਹੋਇਆ ਹੈ, ਹੋ ਸਕਦਾ ਕੁਛ ਇੱਕ ਤਾਂ ਮੇਰੇ ਵਰਗੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਮੌਕਾ ਨਹੀਂ ਲੱਗਿਆ ਭੱਜਣ ਦਾ, ਵੀ ਤਾਂ ਗੱਲ ਆ ਰਹੀ ਹੈ। ਨਹੀਂ ਜਾ ਸਕਦੇ ਹਾਂ, ਮਤਲਬ ਮੈਂ ਉੱਦਾਂ ਗੱਲ ਕਰ ਬਾਹਰ ਵਾਲੇ ਜਿੰਨਾ ਤੈਨੂੰ ਸੈਲੀਬ੍ਰੇਟ ਕਰਦੇ, ਤੇਰੀ ਤਾਂ ਹੁਣ ਸਪਾਂਸਰਸ਼ਿਪ ਭੇਜ ਦੇਣਗੇ ਨਾ। ਮੈਂ ਜਿੰਨਾ ਤੈਨੂੰ ਸੈਲੀਬ੍ਰੇਟ ਕਰਦੇ ਨਾ, ਤਾਂ ਉਹ ਰੇਅਰ ਬੰਦਿਆਂ ਨੂੰ ਕਰਦੇ ਹੋਣਗੇ। ਆ ਤੇਰੀ ਪਊਗੀ ਇੰਟਰਵਿਊ, ਦੇਖੀ ਥੱਲੇ ਕਿਵੇਂ ਕਮੈਂਟ ਆਉਣਗੇ। ਦੇਖੋ ਨਾ, ਮੇਰੀ ਜਿਹੜੀ ਪੰਜਾਬ ਨਾਲ ਜਿਹੜੀ ਆਪਾਂ ਇੰਟਰਵਿਊ ਕੀਤੀ, ਉਹ ਬੜਾ ਸੈਲੀਬ੍ਰੇਟ ਮੇਰੀ ਜਿਹੜੀ ਪੰਜਾਬ ਨਾਲ ਕਮਿਟਮੈਂਟ ਹੈ, ਜਾਂ ਮੈਂ ਕਹਿ ਲਓ, ਮੈਂ ਇਹ ਨਹੀਂ ਹੈ ਕਿ ਮੈਂ ਪੰਜਾਬ ਦਾ ਕੋਈ ਹਮਦਰਦ ਹਾਂ, ਪੰਜਾਬ ਦਾ ਮੈਂ ਠੇਕਾ ਨਹੀਂ ਲੈ ਸਕਦਾ, ਪੰਜਾਬ ਨੇ ਮੇਰਾ ਠੇਕਾ ਲਿਆ। ਮੇਰੀ ਜਿਹੜਾ ਮੋਹ ਹੈ ਇਸ ਧਰਤੀ ਨਾਲ, ਉਹ ਇਸ ਕਰਕੇ ਹੈ, ਮੈਨੂੰ ਆਪਦੇ ਪਿੰਡ ਦੇ ਸੀਵਿਆਂ ਨਾਲ ਇਸ ਕਰਕੇ ਮੋਹ ਹੈ ਕਿਉਂਕਿ ਮੇਰੀਆਂ 7 ਪੀੜ੍ਹੀਆਂ ਉੱਥੇ ਹੈ। ਭੱਜਾਂਗੇ ਕਿਸ ਦੁਨੀਆ ਦੇ ਕਿਸੇ ਹਿੱਸੇ 'ਚ ਜਾਊਂਗੇ ਤਾਂ ਉਹ ਤੁਹਾਨੂੰ ਉਹ ਨਹੀਂ ਦਿਖੂਗਾ। ਇਸੇ ਕਰਕੇ ਮੇਰਾ ਪੰਜਾਬ ਨਾਲ ਪਿਆਰ ਹੈ। ਸੋ ਇਹੀ ਮੇਰੀ ਇਹਦੇ ਨਾਲ, ਇਸ ਧਰਤੀ ਨਾਲ ਇੱਕ ਭਾਵੁਕਤਾ ਹੈ। ਉਹਦੇ ਵਿੱਚ ਕੋਈ ਮੈਨੂੰ ਸਿੱਖ ਮੰਨ ਲਵੇ, ਕੋਈ ਹਿੰਦੂ ਮੰਨ ਲਵੇ, ਮੈਨੂੰ ਕੋਈ, ਮੈਂ ਧਾਰਮਿਕ ਬੰਦਾ, ਮੈਂ ਮੰਨਦਾ ਮੇਰੀ ਧਰਮ ਤੋਂ ਦਾਅਵੇਦਾਰੀ ਮੁਨਕਰ ਨਹੀਂ ਹੋ ਸਕਦੀ, ਮੈਂ ਧਰਮ ਨੂੰ ਮੰਨਦਾ, ਪਰ ਪਛਾਣ ਕੋਈ ਮੈਨੂੰ ਕੀ ਕਹਿੰਦਾ ਕੋਈ ਮੇਰੇ ਲਈ ਮੈਟਰ ਨਹੀਂ ਹੈ। ਇਹ ਗੱਲ ਕਰਦੇ ਇਮੋਸ਼ਨਲ ਹੋ ਗਏ ਤੁਸੀਂ। ਬਿਲਕੁਲ। 7 ਪੀੜ੍ਹੀਆਂ 'ਚ ਕੌਣ ਕੌਣ ਸੀ? ਮਤਲਬ 7 ਪੀੜ੍ਹੀਆਂ ਦਾ ਮਤਲਬ ਇਹ ਹੈ ਮੇਰੇ ਦਾਦੇ ਪੜਦਾਦੇ, ਨਾਂ ਯਾਦ ਨੇ ਉਹਨਾਂ ਦੇ ਪੁਰਖਿਆਂ ਦੇ? 5-6 ਦੇ ਤਾਂ ਯਾਦ ਹੈ। ਦੱਸੋ। ਮੇਰੇ ਸੁਰੇਸ਼ ਕੁਮਾਰ ਜੀ, ਉਸ ਤੋਂ ਪਹਿਲਾਂ ਸਰਦਾਰ ਚੁੰਨੀ ਸਿੰਘ ਗਏ ਆ, ਉਸ ਤੋਂ ਪਹਿਲਾਂ ਉਦਮ ਸਿੰਘ ਗਏ ਆ, ਉਸ ਤੋਂ ਪਹਿਲਾਂ ਰਾਮਦਿਆਲ ਸਿੰਘ ਗਏ ਆ, ਫਿਰ ਉੱਥੇ ਸਾਡੇ ਸੀਗੇ ਬਾਬਾ ਬੇਲਾ ਸਿੰਘ, ਉਹ ਅੰਮ੍ਰਿਤਸਰ ਤੋਂ ਉੱਠ ਕੇ ਆਏ ਸੀਗੇ ਇੱਥੇ। ਤਾਂ ਉਹ ਇੱਕ ਇਮੋਸ਼ਨ ਹੈ। ਅਤੇ ਦੂਜੀ ਗੱਲ ਇਹ ਹੈ ਵੀ ਮੈਂ ਜਦੋਂ ਦੇਖਦਾ ਇਸ ਪੂਰੇ ਖਿੱਤੇ ਨੂੰ, ਵੀ ਜਿਹੜੀ ਤੁਸੀਂ ਡਾਈਵਰਸਿਟੀ ਦੀ ਗੱਲ ਕੀਤੀ ਹੈ, ਫਿਰ ਮੈਨੂੰ ਕਈ ਬੰਦੇ ਕਹਿ ਦਿੰਦੇ ਆ ਵੀ ਇਹ ਵੱਖਵਾਦੀ ਹੈ ਜਾਂ ਉਹ ਹੈ। ਮੇਰਾ ਜਿਹੜਾ ਮਹਾਰਾਜ ਨਾਲ ਇੱਕ ਪਿਆਰ ਹੈ, ਵੀ ਤੁਸੀਂ ਮੈਨੂੰ ਕੋਈ ਕਹਿੰਦੇ ਆ ਵੀ ਖਾਲਿਸਤਾਨ ਹੈ, ਵੀ ਕੋਈ ਮਤਲਬ ਮੈਂ ਹੁਣ ਜੇ ਹੋਮਲੈਂਡ ਕਹਿੰਦਾ, ਕੋਈ ਨਹੀਂ, ਉਹ ਜਿਹੜੀ
ਇੱਕ ਦਿੱਲੀ ਵਾਲੇ ਜਿਹੜੇ ਮੀਡੀਆ ਜਾਂ ਕੋਈ ਹੋਰ ਉਹ ਕਰਦੇ ਆ ਵੀ ਦੁਨੀਆ ਦੇ ਵਿੱਚ ਜੇ ਉਹ ਹਿੰਦੂ ਨੇਸ਼ਨ ਮੰਗਦੇ ਆ ਜਾਂ ਕੋਈ ਇੱਕ ਮੁਸਲਮਾਨ ਨੇਸ਼ਨ ਮੰਗਦੇ ਆ, ਅਤੇ ਜੇ ਕੋਈ ਸਿੱਖ ਮੰਗਦਾ ਵੀ ਪਿਆ, ਮੈਂ ਉਸ ਚੀਜ਼ ਨਾਲ ਮੇਰਾ ਕੋਈ ਉਹ ਨਹੀਂ ਹੈ ਵੀ ਉਹ ਮੰਗ ਵੀ ਸਕਦਾ, ਉਹਦੀ ਮੰਗ ਹੈ, ਹੱਕ ਹੈ ਮਾਡਰਨ ਥੋਟ ਦੇ ਵਿੱਚੋਂ। ਪਰ ਮੇਰਾ ਜਿਹੜਾ ਸਭ ਤੋਂ ਵੱਡਾ ਵਿਚਾਰ ਇਹ ਹੈ ਵੀ ਮੈਂ ਮਹਾਰਾਜ ਦੀ ਉਸ ਗੱਲ ਨੂੰ ਸਮਰਪਿਤ ਹਾਂ ਵੀ ਦਿੱਲੀ ਤਖਤ ਪੇ ਬਹੇਗੀ ਆਪ ਗੁਰੂ ਕੀ ਫੌਜ, ਸ਼ੀਸ਼ ਝੂਲੇ ਕਾ ਛਤਰ ਝੂਲੇ ਕਾ ਸ਼ੀਸ਼ ਪੇ ਬੜੀ ਕਰੇਗੀ ਮੌਜ। ਮਹਾਰਾਜ ਨੇ ਕਿਹਾ ਸੀਗਾ ਵੀ ਸਿੱਖੀ ਦੇਣੀ ਹੈ ਗਰੀਬ ਸਿੱਖਾਂ ਨੂੰ, ਅਤੇ ਉਹ ਸਾਡੇ ਸਿਕਲੀ ਘਰ ਜਾਂ ਸਤਨਾਮੀ ਹੈ ਜਾਂ ਬਣਜਾਰੇ ਹੈ ਜਾਂ ਲੁਬਾਣੇ ਹੈ ਜਾਂ ਰਮਈਏ ਹੈ ਜਾਂ ਜਵਾਰੀ ਹੈ, ਉਹ 12 ਕਰੋੜ ਹੈ। ਉਹ ਅੱਜ ਵੀ ਉਹ ਬਹੁਤ ਹਾਸ਼ੀਏ 'ਤੇ ਪਏ ਹੈ। ਅਤੇ ਮੇਰਾ ਰਾਜ ਦਾ ਕੰਸੈਪਟ ਇਹੀ ਹੈ ਵੀ ਉਹਨਾਂ ਨੂੰ ਰਾਜ ਲੈ ਕੇ ਦੇਣਾ, ਜਿਹੜੇ ਗਰੀਬ ਸਿੱਖ ਨੇ। ਹਾਂ, ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਗੁਰੂ ਸਾਹਿਬ ਉਹ ਫਿਰ ਉਸੀ ਉਹਦੇ 'ਤੇ ਇਹ ਹੈ ਵੀ ਠੀਕ ਹੈ, ਇਹ ਮੈਂ ਗੱਲ ਪੂਰੀ ਨਾ ਕਰਾਂ, ਪਰ ਮੈਂ ਚਾਹੁੰਦਾ ਕਿ ਮੇਰੀ ਇਹ ਗੱਲ ਆਈਡੀਆ ਨਵੀਆਂ ਪੀੜ੍ਹੀਆਂ ਤੱਕ ਜਾਂਦਾ ਰਹੇ। ਬੰਦਾ ਬਹੁਤ ਛੋਟਾ ਹੁੰਦਾ ਹੈ, ਬੰਦੇ ਦੇ ਸਾਹਮਣੇ ਦਾ ਕੁਝ ਨਹੀਂ ਪਤਾ, ਪਰ ਆਈਡੀਆ ਡਰਾਈਵ ਹੋਣਾ ਚਾਹੀਦਾ। ਸੋ ਇਹੀ ਚੀਜ਼ ਕਰਕੇ ਮੈਂ ਮਤਲਬ ਪੰਜਾਬ ਨਾਲ ਇੱਕ ਇਮੋਸ਼ਨਲੀ ਜੁੜਿਆ ਹੋਇਆ ਜਾਂ ਇਸ ਧਰਤੀ ਨਾਲ ਉਹ ਜੁੜਿਆ ਹੋਇਆ, ਅਤੇ ਮੈਨੂੰ ਇਹ ਲੱਗਦਾ ਵੀ ਇਸ ਧਰਤੀ ਦੀ ਜਿਹੜੀ ਵਿਲੱਖਣਤਾ ਹੈ, ਡਾਈਵਰਸਿਟੀ ਹੈ, ਉਹ ਵਿਦ ਫਲੈਕਸੀਬਿਲਿਟੀ ਨਾਲ ਸਾਨੂੰ ਦੇਖਣੀ ਚਾਹੀਦੀ ਹੈ। ਅਤੇ ਉਹ ਆ ਜਿਹੜੇ ਤੰਗਦਿਲੀ ਵਾਲੇ ਹੁਣ ਨਜ਼ਰੀਏ ਆ ਗਏ ਨਾ, ਅਸੀਂ ਫਰੇਮਵਰਕ 'ਚ ਕਿਸੇ ਨੂੰ ਉਹ ਕਰ ਦਿੰਦੇ ਹਾਂ ਕਿ ਆ ਜੀ ਆਇਡੈਂਟੀ 1 ਮਿੰਟ 'ਚ ਬੰਦੇ ਹੀ ਦੱਸ ਦਿੰਦੇ ਆ। ਹਾਂ ਵੀ ਬੰਦੇ ਨੂੰ ਆਪ ਬ੍ਰਾਹਮਣਵਾਦੀ ਹੋ ਗਿਆ, ਤੁਹਾਡੀ ਆਇਡੈਂਟੀ ਤੁਹਾਨੂੰ ਨਾ ਪਤਾ ਹੋਵੇ, ਮੈਨੂੰ ਮੇਰੇ ਨਾਲ ਪਤਾ ਹੋਵੇ, ਬਾਹਰਲੇ 1 ਮਿੰਟ 'ਚ ਆਪਣਾ ਪੂਰਾ ਖਾਕਾ ਕਰਿਆ ਉਹ 1 ਮਿੰਟ ਦੱਸ ਦੇਣਗੇ। ਹੁਣ ਮੰਨ ਲਓ ਕਿ ਮਾਸਿਸ ਦੇ ਵਿੱਚ ਠੀਕ ਹੈ, ਇਹ ਵੀ ਗੱਲ ਹੋਊਗੀ, ਤੁਹਾਡੀ ਵਿਆਖਿਆ ਬਾਹਰ ਵਾਲੇ ਬੰਦੇ ਉਹਦੀ ਕਰਨਗੇ, ਤੁਹਾਡੇ ਕੋਲ ਆਪਦੀ ਵਿਆਖਿਆ 'ਚ ਨਾ ਹੋਵੇ। ਉਹਦੇ ਵਿੱਚ ਇਹ ਵੀ ਉਹ ਹੋਊਗਾ ਨਾ ਕਿ ਮੰਨ ਲਓ ਕਿ ਕੋਈ ਬੰਦਾ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਕਹਿੰਦਾ, ਕੋਈ ਬੰਦਾ ਹਰਿਮੰਦਰ ਸਾਹਿਬ ਕਹਿੰਦਾ। ਹੋ ਸਕਦਾ ਵੀ ਹਰਿਮੰਦਰ ਸਾਹਿਬ ਇਸਟੈਬਲਿਸ਼ ਕਰਨ ਦਾ ਕੋਈ ਸਪੈਸ਼ਲ ਏਜੰਡਾ ਹੋਵੇ, ਪਰ ਇੱਕ ਜਿਹੜਾ ਆਮ ਬੰਦਾ ਜਿਹਨੂੰ ਕੁਝ ਲੈਣਾ ਦੇਣਾ ਹੀ ਨਹੀਂ ਇਸ ਚੀਜ਼ ਨੂੰ, ਜੇ ਆਪਾਂ ਇਹ ਕਹਿ ਦਈਏ ਵੀ ਉਹ ਤੂੰ ਹਰਿਮੰਦਰ ਸਾਹਿਬ ਕਹਿੰਦਾ, ਤੂੰ ਸਿੱਖਣੀ ਹੈ, ਤੂੰ ਪੁਜਾਰੀ ਹੋ ਗਿਆ, ਤੂੰ ਸੰਘੀ ਹੋ ਗਿਆ, ਤੂੰ ਪੁਜਾਰੀ ਦਾ ਚਮਚਾ ਹੋ ਗਿਆ, ਤੂੰ ਹਿੰਦੂ ਤੂੰ ਸੰਘ ਦਾ ਬੰਦਾ ਇਸਟੈਬਲਿਸ਼ ਕਰਤਾ ਹੈ ਸਿੱਖਾਂ ਦੇ ਵਿੱਚ, ਤਾਂ ਮੈਨੂੰ ਲੱਗਦਾ ਵੀ ਇਹ ਸਾਡੀ ਤੰਗਦਿਲੀ ਹੋਊਗੀ। ਤਾਂ ਇਸੀ ਕਰਕੇ ਜਿਹੜੀ ਚੀਜ਼ ਹੈ ਨਾ, ਫਲੈਕਸੀਬਿਲਿਟੀ ਨਾਲ ਜਦ ਤੱਕ ਕਿਸੇ ਵੀ ਧਰਮ 'ਚ ਹੈ, ਉਹ ਚਾਹੇ ਹਿੰਦੂ ਧਰਮ ਦੇ ਵਿੱਚ ਵੀ ਤਾਂ ਹੁਣ ਜ਼ਿਆਦਾ ਵੱਡੀ ਜਿਹੜਾ ਸ਼ਰਿੰਕ ਆ ਰਿਹਾ ਵਾ, ਉਹਦੇ ਵਿੱਚੋਂ ਜਿਹੜੀ ਉਹਦੀ ਕੋਮਲਤਾ ਸੀਗੀ ਗਾਇਬ ਹੋ ਗਈ ਹੈ, ਮਹਾਰਾਜ ਵੇਲੇ ਗਾਇਬ ਹੋ ਚੁੱਕੀ ਸੀਗੀ। ਤਾਂ ਉਹ ਚੀਜ਼ ਜਿਹੜੀ ਹੈ ਤੁਹਾਡਾ ਦਾਇਰਾ ਛੋਟਾ ਕਰਦੀ ਹੈ, ਅਤੇ ਮੈਨੂੰ ਲੱਗਦਾ ਵੀ ਉਹ ਕਿਸੇ ਧਰਮ ਨੂੰ ਪਤਨ ਨਾਲ ਵੀ ਲੈ ਜਾਊਗੀ। ਉਹ ਕਿਸੇ ਜਿਹੜੀ ਆਈਡੀਓਲੋਜੀ ਹੈ, ਕਿਸੇ ਕੰਸੈਪਟ ਦੀ ਪਿਓਰਿਟੀ ਹੈ, ਉਹਨੂੰ ਖਾ ਜੂਗੀ। ਅਤੇ ਉਹਦੇ ਲਈ ਸਾਨੂੰ ਸਗੋਂ ਬਰੋਡ ਮਾਈਂਡਡ ਹੋ ਕੇ ਸੋਚਣਾ ਚਾਹੀਦਾ। ਅਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਚਿੰਤਨ ਆ ਰਿਹਾ ਨਾ, ਚਿੰਤਨ ਦੇ ਵਿੱਚ ਨਫ਼ਰਤ ਜ਼ਿਆਦਾ ਆ ਰਹੀ ਹੈ, ਉਹ ਚਾਹੇ ਲੈਫਟ ਦੀ ਹੈ, ਰਾਈਟ ਦੀ ਹੈ। ਆਪਾਂ ਸਾਰੇ ਬੰਦੇ ਇਹਦੇ ਵਿੱਚੋਂ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਚੀਜ਼ ਤੋਂ ਪਾਸੇ ਹਾਂ, ਮੈਂ ਵੀ ਕਿਤੇ ਨਾ ਕਿਤੇ ਹੋਊਂਗਾ, ਮੈਂ ਵੀ ਓਡਾ ਤੱਤਾ ਵੀ ਹੋਊਂਗਾ, ਕਿਉਂਕਿ ਸਧਾਰਨ ਬੰਦਾ। ਤਾਂ ਉਹ ਚੀਜ਼ ਦੇ ਵਿੱਚੋਂ ਜਿਹੜਾ ਵੱਡੇ ਚਿੰਤਨਸ਼ੀਲ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਸਹਿਜ ਰਚਿਓ ਖਾਲਸੇ ਵੱਲ ਨੂੰ ਜਾਣਾ ਹੈ ਜਾਂ ਅਸੀਂ ਕਿਸੇ ਨੂੰ ਬਾਹਰ ਸਿੱਟ ਦੇਣਾ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਤਾਂ ਨਹੀਂ ਕਿਹਾ ਵੀ ਤੂੰ ਭਾਈ ਕੁਛ ਬਣ ਜਾ, ਠੀਕ ਹੈ ਨਾ। ਨਬੀ ਖਾਂ ਗਨੀ ਖਾਨ ਨੂੰ ਗੁਰੂ ਸਾਹਿਬ ਨੇ ਤਾਂ ਨਹੀਂ ਕਿਹਾ ਵੀ ਤੂੰ ਕੁਛ ਬਣ ਜਾਓ। ਮਹਾਰਾਜ ਨਾਲ ਰਹੇ ਹੈ, ਪੀਰ ਬੁੱਧੂ ਸ਼ਾਹ ਰਹੇ ਹੈ, ਰਾਏ ਬੁੱਧੀ ਚੰਦ ਰਹੇ ਹੈ। ਹੁਣ ਮੈਂ ਤੁਹਾਨੂੰ ਦੱਸਦਾ ਸਾਡੇ ਇੱਥੇ ਕੀ ਹੋ ਗਿਆ। ਮੇਰੀ ਇੱਕ ਕੋਸ਼ਿਸ਼ ਚੱਲ ਰਹੀ ਹੈ ਵੀ ਸਾਡੇ ਇਤਿਹਾਸ ਜਦੋਂ ਕਰਦੇ ਹੈ, ਨਰੇਟ ਕਰਦੇ ਹੈ, ਹਾਏ ਡੋਗਰੇ ਖਾ ਗਏ, ਹਾਏ ਪਹਾੜੀ ਰਾਜੇ ਖਾ ਗਏ, ਤਾਂ ਕੁਛ ਪਹਾੜੀ ਰਾਜੇ ਇਹੋ ਜਿਹੇ ਸੀਗੇ ਜਿਹੜੇ ਮਹਾਰਾਜ ਨਾਲ ਰਹੇ ਵੀ ਆ। ਨਾਹਨ ਦਾ ਰਾਜਾ ਸੀਗਾ, ਇੱਥੇ ਦਾ ਭਪੌਰ ਸਾਹਿਬ ਦੀ ਰਿਆਸਤ ਸੀਗੀ ਮਹਾਰਾਜ ਨਾਲ, ਫਿਰ ਅੱਗੇ ਨੂਰਪੁਰ ਬੇਦੀ ਦੇ ਕੋਲ ਇੱਕ ਰਿਆਸਤ ਹੈ, ਅਤੇ ਇੱਦਾਂ ਰਾਏ ਬੁੱਧੀ ਚੰਦ ਵੀ ਉਹਨਾਂ 'ਚੋਂ ਹੀ ਸੀ, ਇੱਕ ਕਛਵਾਹੇ ਸੀ ਘੋੜਵਾਹੇ। ਅਤੇ ਉਹ ਬੰਦੇ ਜਦੋਂ ਚਮਕੌਰ ਸਾਹਿਬ ਦੀ ਸਭਾ ਹੁੰਦੀ ਸੀਗੀ, ਦੁਆਬੇ ਦੇ ਜਿਹੜੇ ਘੋੜਵਾਹੇ ਰਾਜਪੂਤ ਸੀਗੇ ਉਹ ਸਭਾ ਦਾ ਹਿੱਸਾ ਬਣਦੇ ਸਨ। ਅਤੇ ਮੈਨੂੰ ਲੱਗਦਾ ਵੀ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਤੋਂ ਬਾਅਦ ਇੱਕ ਜਿਹੜਾ ਆਈਡੈਂਟੀਟੀਆਂ ਵਾਲੀ ਗੱਲ ਤੁਸੀਂ ਕਹਿੰਦੇ ਸੀਗੇ ਫਰੇਮਿੰਗ 'ਚ, ਉਹ ਇਹੋ ਜਿਹਾ ਡਰ ਬਿਠਾਇਆ ਗਿਆ ਕਿ ਉਹ ਭਾਈਚਾਰਿਆਂ ਦੇ ਵਿੱਚ ਮਤਲਬ ਕਈ ਤਾਂ ਉਹ ਉਹਨਾਂ ਨੂੰ ਡਰਾਈਵ ਕਿਸੇ ਹੋਰ ਨੇ ਕੀਤਾ ਪਿੱਛੋਂ, ਜਿਹੜਾ ਉਹਨਾਂ 'ਤੇ ਉਹ ਹੁਣ ਜਦੋਂ ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਲੋਕਾਂ ਨੇ ਤਾਂ ਗਵਾਇਆ ਹੀ ਬਹੁਤ ਕੁਛ ਹੈ। ਉਹਨਾਂ ਨੂੰ ਮਤਲਬ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੂੰ ਇੱਕ ਕਿਹਾ ਵੀ ਲੰਬੜਦਾਰ ਵੀ ਤੁਹਾਨੂੰ ਬਣਾਵਾਂਗੇ ਅਸੀਂ, ਪਰ ਮੁੜ ਕੇ ਨਾ ਉਹਨਾਂ ਨੂੰ ਨਾ ਖੁਦਾ ਮਿਲਾ ਨਾ ਵਿਸਾਲੇ ਸਨਮ,
ਉਹ ਬੰਦੇ ਸੋਚਦੇ ਆ ਵੀ ਯਾਰ ਅਸੀਂ ਮੂਲ ਤੋਂ ਟੁੱਟ ਗਏ, ਵੀ ਸਾਡਾ ਤਾਂ ਸਿੱਖਾਂ ਨਾਲ ਕੋਈ ਰੋਲਾ ਹੀ ਨਹੀਂ ਹੈ। ਤਾਂ ਸਿੱਖਾਂ ਵੱਲੋਂ ਵੀ ਕੋਈ ਇਹੋ ਜਿਹੀ ਪਹਿਲ ਨਹੀਂ ਹੋਈ ਵੀ ਉਸ ਲੈਵਲ ਤੇ ਵੀ ਜਿਹੜੇ ਲੋਕ ਮਤਲਬ ਸਿੱਖੀ ਤੋਂ ਤੁਸੀਂ ਟੁੱਟੇ ਆ। ਕੋਸ਼ਿਸ਼ ਮਤਲਬ ਕਰ ਰਹੇ ਹੋ ਜਾਂ ਕਿਸੇ ਸੰਸਥਾ ਨੂੰ ਕਹਿ ਕੇ ਇਨੀਸ਼ੀਏਟ ਪਹਿਲ ਕਦਮੀ ਲਓ? ਨਹੀਂ, ਅਸੀਂ ਕਰ ਰਹੇ ਹਾਂ। ਉਹਨਾਂ ਲੋਕਾਂ ਕੋਲੇ ਜਾਓ ਜਿਨ੍ਹਾਂ ਨੂੰ ਨੇਗੇਟ ਕੀਤਾ, ਜਿਨ੍ਹਾਂ ਨੂੰ ਬਾਹਰ ਨਹੀਂ ਰੱਖਿਆ। ਕਰਨੀ ਚਾਹੀਦੀ ਹੈ, ਕਰ ਰਹੇ ਹਾਂ। ਇਹਨਾਂ ਸਾਰਿਆਂ ਨਾਲ ਵੀ ਤਾਂ ਗੱਲ ਹੋਣੀ ਚਾਹੀਦੀ ਹੈ। ਜਿਵੇਂ ਮੈਂ ਨਹੀਂ ਕਹਿੰਦਾ ਕੋਈ ਵਿਰੋਧ ਐ ਪਿਆ ਹੈਗਾ, ਕੋਈ ਯੁੱਧ ਲੱਗਿਆ ਪਿਆ, ਪਰ ਸਾਨੂੰ ਪਤਾ ਵੀ ਮਨਾਂ ਦੇ ਅੰਦਰ ਕਿਤੇ ਨਾ ਕਿਤੇ ਐ ਪਿਆ ਹੈਗਾ ਕਿ ਨਿਰਮਲਿਆਂ ਨੂੰ ਕਹਿ ਦੇਣਗੇ ਸੰਘੀ ਨੇ ਇਹ। ਇਹਨਾਂ ਨਾਲ ਵੀ ਤਾਂ ਇੱਕ ਇਹਨਾਂ ਨੂੰ ਵੀ ਸ਼ਾਮਲ ਕਰਨ ਦੀ ਜਿਹੜੀ ਪਰੰਪਰਾ ਆ ਗਈ ਹੈ ਨਾ, ਸੰਵਾਦ ਦੀ ਪਰੰਪਰਾ ਆ ਗਈ, ਗੋਸ਼ਟ ਦੀ ਪਰੰਪਰਾ ਆ ਗਈ, ਗਿਆਨ ਦੀ ਪਰੰਪਰਾ ਆ ਗਈ, ਉਹ ਸਭ ਨੂੰ ਸ਼ਾਮਲ ਕਰਕੇ ਗੱਲਬਾਤ ਉਹਨਾਂ ਨਾਲ ਹੋਵੇ ਕਿ ਆਪਣਾ। ਮੈਂ ਉਹੀ ਗੱਲ ਕਹਿ ਰਿਹਾ, ਸ਼ਾਮਲ ਕਿਸੇ ਨੇ ਕਿਸੇ ਧੜੇ ਨੂੰ ਨਹੀਂ ਕਰਨਾ। ਜਦ ਤੱਕ ਸ਼ਾਮਲ ਦਾ ਮਤਲਬ ਮਤਲਬ ਸ਼ਾਮਲ ਦਾ ਮਤਲਬ ਸ਼ਾਮਲ ਵੀ ਨਾ ਹੋਣਾ, ਸ਼ਾਮਲ ਹੋਣਾ ਵੀ ਆਇਡੈਂਟੀ ਖਤਮ। ਮੈਂ ਤੁਹਾਡੀ ਗੱਲ ਨੂੰ ਨਹੀਂ ਕਰ ਗੱਲ ਆ ਕਿ ਸਾਰੇ ਇੱਕ ਥਾਂ ਤੇ ਬਹਿ ਕੇ ਆਪੋ ਆਪਣਾ ਥਾਟ ਹੋਵੇ, ਪਰ ਸਾਰੇ ਕਹਿਣ ਵੀ ਭਾਈ ਅਸੀਂ ਸਾਡਾ ਕੰਮ ਐਵੇਂ ਚੱਲ ਰਿਹਾ, ਤੁਹਾਡਾ ਐਵੇਂ ਚੱਲ ਰਿਹਾ, ਐਸਜੀਪੀਸੀ ਆਪਣਾ ਕੰਮ ਦੱਸ ਰਹੀ ਹੈ, ਸਾਰਿਆਂ ਦੇ ਇੰਸਟੀਟਿਊਸ਼ਨਾਂ ਦੇ ਆਪਦੇ ਕੰਮ ਨੇ। ਹਾਂ ਬਿਲਕੁਲ, ਦੇਖੋ ਨਾ ਸਿੱਖਾਂ ਦੇ ਤਾਂ ਇੱਥੇ ਕ ਹੋਣੀ ਚਾਹੀਦੀ ਹੈ ਵੀ ਜੇ ਉਹਨਾਂ ਨੂੰ ਅੱਡੀ ਕਰ ਦੋਗੇ, ਉਹ ਅੱਡ ਮੰਨਣ ਲੱਗੇ, ਉਹ ਹੁਣ ਰਿਸ਼ਤੇ ਰੱਖਣੋਂ ਹਟ ਕੇ ਮੈਂ ਦੇਖਿਆ। ਬਿਲਕੁਲ, ਉਹਨਾਂ ਨਾਲ ਗੱਲ ਕਰੋ। ਉਹ ਮੈਨੂੰ ਕਿਸੇ ਨੇ ਕਿਹਾ ਕਿ ਕਿਉਂਕਿ ਨਿਰਮਲੇ ਵਾਲੀ ਤੁਹਾਨੂੰ ਪਤਾ ਸੰਸੀਚੇ ਵਾਲੀ ਜਿਹੜੀ ਸੰਸਥਾ ਉਹ ਨਿਰਮਲਿਆਂ ਦੀ ਹੈ ਨਾ, ਨਿਰਮਲੀ ਨੇ ਉਹ ਕਿਸੇ ਨੇ ਕਿਹਾ ਕਿ ਬਾਬਾ ਜੀ ਜਦੋਂ ਇੱਥੇ ਹੁੰਦੇ ਨੇ ਉਰੇ ਉਹਨਾਂ ਨੂੰ ਸੰਘੀ ਕਹੀ ਜਾਂਦੇ ਨੇ, RSS ਦਾ ਬੰਦਾ ਕਹੀ ਜਾਂਦੇ ਨੇ, ਕਿਉਂਕਿ ਉਹਨਾਂ ਦੇ ਭਗਵੇ ਪਾਏ ਹੋਏ ਨੇ। ਉਹ ਜਦੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਖਾਲਿਸਤਾਨੀ ਕਹੀ ਜਾਂਦੇ ਨੇ। ਸਮਝ ਗਏ ਨਾ? ਬਾਹਰ ਤਾਂ ਹਰ ਸਿੱਖ ਨੂੰ, ਬਾਹਰ ਤਾਂ ਵਿਚਾਰਾ ਕੋਈ ਵੀ, ਹੁਣ ਦਿੱਲੀ ਵਾਲਿਆਂ ਦਾ ਉਰੇ ਪੰਜਾਬ 'ਚ ਹੋ ਰਿਹਾ ਸੀ ਜੋ ਕੁਛ ਹੋ ਰਿਹਾ ਸੀ, ਦਿੱਲੀ ਵਾਲੇ ਜਦੋਂ ਮਾਰੇ, ਕਤਲੇਆਮ ਹੋਇਆ। ਇਹ ਦੇਖੋ ਇੱਕ ਹੋਰ ਵੀ ਗੱਲ ਹੈ, ਇਹ ਤਾਂ ਹੁਣ ਕ੍ਰਾਈਸਿਸ ਆ ਨਾ ਬੰਦੇ ਦਾ। ਇੱਕ ਬੰਦਾ ਭਗਵੇਂ ਤੋਂ ਹੋਰ ਗੱਲ ਚੇਤੇ ਆ ਗਈ। ਆਪਾਂ ਮਤਲਬ ਇਹ ਤੰਗਦਿਲੀ ਹੈ। ਹਥਿਆਰ ਉਹਦਾ ਹੁੰਦਾ ਹੈ, ਮਤਲਬ ਇਹ ਸ਼ਾਸਤਰ ਹੀ ਕਹਿੰਦਾ ਵੀ ਜਿਹੜਾ ਬੰਦਾ ਉਹਨੂੰ ਵਰਤ ਗਿਆ ਸਹੀ ਮਾਇਨੇ 'ਚ ਜਾਂ ਮੌਕੇ 'ਤੇ। ਹਥਿਆਰ ਇਹ ਨਹੀਂ ਹੁੰਦਾ ਵੀ ਆਹ ਤਰਸ਼ੂਲ ਹਿੰਦੂਆਂ ਦਾ ਹੋ ਗਿਆ, ਕਿਉਂਕਿ ਤਰਸ਼ੂਲ ਤੁਸੀਂ ਦੇਖੋਗੇ ਤਿੱਬਤ ਦੇ ਪੁਰਾਣੇ ਧਰਮ ਦੇ ਵਿੱਚ ਵੀ ਇਹ ਤਰਸ਼ੂਲ ਹੋਰ ਜਗ੍ਹਾ 'ਚ ਵੀ ਦੁਨੀਆ 'ਚ ਮਿਲ ਜਾਊਗਾ। ਤਲਵਾਰ ਵੀ ਕਿਸੇ ਮੁਹੰਮਦ ਸਾਹਿਬ ਨੇ ਵੀ ਚੱਕੀ ਸੀ, ਅਤੇ ਸਿੱਖਾਂ 'ਚ ਵੀ ਉਹ ਹੋਇਆ। ਤਾਂ ਨਾ ਤਾਂ ਕੋਈ ਰੰਗ ਕਿਸੇ ਧਰਮ ਦਾ ਜਾਂ ਕਿਸੇ ਜਾਤ ਬਰਾਦਰੀ ਦਾ, ਅਤੇ ਨਾ ਹੀ ਕੋਈ ਹਥਿਆਰ ਹੈ। ਪਰ ਸਾਡੇ ਤਾਂ ਇਹ ਵੀ ਗੱਲ ਹੋਣ ਲੱਗੀ ਵੀ ਆਹ ਜੀ ਕਿਸੇ ਨੇ ਤਰਸ਼ੂਲ ਚੱਕ ਲਿਆ, ਜਾਂ ਜੀ ਆਹ ਕਿਸੇ ਨੇ ਅਸ਼ਟਭੁਜਾ ਚੱਕ ਲਈ ਜੀ, ਇਹ ਸੰਘੀ ਹੋ ਗਿਆ। ਅਤੇ ਦਿੱਕਤ ਤਾਂ ਇੱਥੇ ਹੀ ਆ ਰਹੀ ਹੈ ਨਾ। ਸੋ ਇਸ ਕਰਕੇ ਮੈਂ ਕਹਿ ਰਿਹਾ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ ਵੀ, ਮੈਂ ਕਹਿ ਰਿਹਾ ਵੀ ਇੱਕ ਧੜਾ, ਸਪੈਸੀਫਿਕ ਧੜਾ ਇਹ ਨਹੀਂ ਤੈਅ ਕਰ ਸਕਦਾ ਵੀ ਤੂੰ ਸਿੱਖ ਹੈਗਾ ਜਾਂ ਨਹੀਂ ਹੈਗਾ। ਜਾਂ ਨਿਰਮਲ ਇਹ ਨਹੀਂ ਕਹਿ ਸਕਦੇ ਵੀ ਕੋਈ ਬੰਦਾ ਜਿਹੜਾ ਹੈ ਵੀ ਜਿਹੜਾ ਮੰਨ ਲਓ ਕਿ ਮਾਸ ਮੱਛੀ ਵਾਲਾ ਵੀ ਖਾ ਰਿਹਾ, ਜਾਂ ਕੁਛ ਹੋਰ ਵੀ ਉਹ ਹੈ, ਜਾਂ ਮਿਸ਼ਨਰੀ ਹੈ, ਵੀ ਉਹ ਤੂੰ ਸਿੱਖ ਨਹੀਂ ਹੈਗਾ, ਤੂੰ ਸਿੱਖਾਂ ਤੋਂ ਕੁਛ ਹੋਰ ਹੈ। ਇਹ ਕੋਈ ਮਤਲਬ ਕੋਈ ਇੱਕ ਧੜਾ ਦੂਜੇ ਦੀ ਆਈਡੈਂਟੀਟੀ ਨਹੀਂ ਉਹ ਕਰ ਸਕਦਾ। ਇਹ ਤਾਂ ਫਿਰ ਉਹੀ ਹੋ ਗਿਆ ਵੀ ਜਿੱਦਾਂ ਇਸਲਾਮ ਦੇ 72 ਫਿਰਕੇ ਆ, ਉਹ ਆਪਸ 'ਚ ਲੜੀ ਜਾ ਰਹੇ ਆ। ਸ਼ੀਆ ਸੁੰਨੀ ਦਾ 72 73 ਹੈ, ਤੇ ਉਹਨਾਂ ਵਿੱਚ ਹਾਲੇ ਤੱਕ ਕਲੈਸ਼ ਹੈ ਦੁਨੀਆ 'ਚ ਚੱਲ ਰਹੀ। ਤੇ ਤਾਂ ਕਰਕੇ ਸੋ ਫਿਰ ਇਹੀ ਮੈਂ ਤਾਂ ਹੀ ਨਹੀਂ, ਇਹੀ ਗੱਲਾਂ ਨੇ ਜਿਹੜੀਆਂ ਸਿੱਖਾਂ ਦੇ ਅੰਦਰ ਜਦੋਂ ਇੰਨੀਆਂ ਬਾਉਂਡਰੀਜ਼ ਉੱਚੀਆਂ ਹੋ ਜਾਂਦੀਆਂ ਨੇ ਕਿ ਸਿੱਖੀ ਨੂੰ ਵੀ ਤੁਸੀਂ ਸ਼ੀਆ ਸੁੰਨੀ ਵਾਲੇ ਪਾਸੇ ਲੈ ਜਾਓਗੇ, ਫਿਰ ਇਹੀ ਹੋਊਗਾ। ਹੋਰ ਕੀ ਹੋਊਗਾ? ਜਦੋਂ ਕੰਟਰਡਿਕਸ਼ਨ ਤਿੱਖੀਆਂ ਹੁੰਦੀਆਂ ਜਾਣਗੀਆਂ, ਫਾਲਟ ਲਾਈਨ ਤਿੱਖੀਆਂ ਹੁੰਦੀਆਂ ਜਾਣਗੀਆਂ, ਅਲਟੀਮੇਟਲੀ ਗੱਲ ਉੱਥੇ ਹੀ ਮੁੱਕਣੀ ਹੈਗੀ। ਕੋਈ ਬੰਦਾ ਬਾਹਰ ਹੋ ਜਾਊਗਾ, ਕੋਈ ਬੰਦਾ। ਦਿੱਕਤ ਹੀ ਇੱਥੇ ਆ ਰਹੀ ਹੈ, ਕਿਉਂਕਿ ਕੀ ਹੋ ਰਿਹਾ ਹੈ ਹੁਣ, ਆਪਾਂ ਸਿੱਖੀ ਨੂੰ ਸਿੱਖੀ ਦੇ ਲਿਹਾਜ਼ ਨਾਲ ਘੱਟ ਦੇਖਦੇ ਹਾਂ। ਉਹਨੂੰ ਆਪਾਂ ਜਾਂ ਤਾਂ ਇਸਲਾਮਿਕ ਥੋਟ ਨਾਲ ਦੇਖਦੇ ਹਾਂ, ਜਾਂ ਕਮਿਊਨਿਸਟ ਥੋਟ ਨਾਲ ਦੇਖਦੇ ਹਾਂ, ਜਾਂ ਈਸਾਈਵਾਦ ਦੇ ਮਾਡਰਨ ਥੋਟ ਨਾਲ ਦੇਖਦੇ ਹਾਂ, ਜਾਂ ਹਿੰਦੂਤਵ ਦੇ ਥੋਟ ਨਾਲ ਦੇਖਦੇ ਪਏ ਹਾਂ। ਦਿੱਕਤ ਤਾਂ ਇੱਥੇ ਹੀ ਆ ਰਹੀ ਹੈ। ਸਿੱਖੀ ਦੀ ਪਿਓਰਿਟੀ 'ਚੋਂ ਕਿਤੇ ਨਹੀਂ ਦੇਖ ਰਹੇ ਵੀ ਜਿੱਥੇ ਮਹਾਰਾਜ ਸੰਵਾਦ ਰਚਾ ਰਹੇ ਹੈ, ਜਾਂ ਜਿੱਥੇ ਮਲਿਕ ਭਾਗੋ ਨੂੰ ਵੀ ਉਹਨਾਂ ਨੇ ਬਖਸ਼ਿਆ ਜਾਂ ਲੈ ਕੇ ਆਏ ਹੈ, ਜਾਂ ਜਿੱਥੇ ਉਹ ਸਿੱਧਾਂ ਪੁਰਸ਼ਾਂ ਨਾਲ ਵੀ ਗੱਲ ਕਰਦੇ ਆ, ਜਾਂ ਜਿੱਥੇ ਉਹ ਮੱਕੇ ਜਾ ਕੇ ਗੱਲਬਾਤ ਕਰ ਰਹੇ ਆ, ਜਿੱਥੇ ਉਹ ਬਗਦਾਦ ਜਾ ਰਹੇ ਆ, ਤਾਂ ਉਹ ਸਾਰਿਆਂ ਨੂੰ ਨਾਲ ਹੀ ਲੈ ਕੇ ਆਏ ਆ। ਤੁਸੀਂ ਇਹ ਦੇਖੋ ਵੀ ਮੁਲਤਾਨ ਜਿਹੜਾ ਹੈ, ਜਦੋਂ ਮਹਾਰਾਜ ਨੇ ਮਾਛੀਵਾੜੇ ਦੇ ਜੰਗਲਾਂ 'ਚੋਂ ਨਿਕਲੇ ਆ, ਅਤੇ ਉਹਨਾਂ ਨੇ ਉੱਚ ਦਾ ਪੀਰ ਕਿਹਾ। ਉੱਚ ਦਾ ਪੀਰ ਸਿਲਸਿਲਾ ਉਹੀ ਹੈ ਵੀ ਜਿੱਥੇ ਜਾ ਕੇ ਮਤਲਬ ਮੁਲਤਾਨ ਦੇ ਕੋਲ ਮਹਾਰਾਜ ਦੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ ਸੂਫੀਆਂ ਨਾਲ। ਸੋ ਉਹਨਾਂ ਨਾਲ ਤਾਂ ਪੁਰਾਣਾ ਹੀ ਰਿਸ਼ਤਾ ਜੁੜਿਆ ਆ ਰਿਹਾ ਸੀਗਾ, ਤੇ ਮਹਾਰਾਜ ਨੇ ਕੋਈ ਝੂਠ ਗੱਲ ਥੋੜ੍ਹਾ ਕਹੀ ਸੀਗੀ ਉਦੋਂ ਵੀ। ਸੋ ਉਹਨਾਂ ਨੂੰ ਅਸੀਂ ਕਹਿਣ ਲੱਗੇ ਤਾਂ ਜੀ ਦਰਗਾਹਾਂ ਦੇ, ਤੁਹਾਨੂੰ ਪਤਾ ਪਿਛਲੇ ਦੌਰ 'ਚ ਇੱਕ ਥਾਂ 'ਤੇ ਇੱਕ ਦਰਗਾਹ ਨੂੰ ਵੀ ਟਾਰਗੇਟ ਕੀਤਾ ਗਿਆ ਸੀਗਾ ਮਾਝੇ ਦੇ ਅੰਦਰ। ਦੇਖੋ ਇਹ ਤੋੜਨ ਤੱਕ ਦੀ ਨੌਬਤ ਆ ਗਈ ਸੀਗੀ। ਉਹ ਬਾਅਦ 'ਚੋਂ ਪ੍ਰਸ਼ਾਸਨ ਨੇ ਵਿੱਚ ਪੈ ਕੇ ਉਸ ਗੱਲ ਨੂੰ ਰੁਕਵਾਇਆ ਸੀਗਾ
ਕੁਝ ਤੋੜ ਵੀ ਦਿੱਤੀ ਸੀ ਮੈਨੂੰ ਲੱਗਦਾ। ਦੇਖੋ ਦੁਨੀਆ 'ਚ ਹੀ ਹੋ ਰਿਹਾ ਨਾ, ਤੁਸੀਂ ਇਹ ਦੇਖੋ ਵੀ ਇਹ ਦੁਨੀਆ ਨਾਲ ਗੰਗਵੀਰ ਇਸ ਗੱਲ ਤੋਂ ਮੁਕਤ ਥੋੜੀ ਹੋ ਸਕਦੀ। ਮੈਂ ਉਹੀ ਕਹਿ ਰਿਹਾ, ਹੁਣ ਸਾਰੀ ਗੱਲ ਦੁਨੀਆ ਤੇ ਸਿੱਟਣੀ ਆ, ਕਾਮਰੇਡਾਂ ਦੀ ਸਿੱਟਣੀ ਆ, ਪਰ ਸਿੱਟੀ ਚਲੋ, ਮੈਂ ਉਹੀ ਫਿਰ ਕਹਿ ਆਪਾਂ ਰਿਹਾ ਕਹਦਾ ਸੰਵਾਦ ਕਰਾਂਗੇ। ਅਸੀਂ ਆਪਦੇ ਨਾਲ ਗੱਲਾਂ ਕਰ ਰਹੇ ਹਾਂ, ਸਾਡੀ ਆਪਦੀ ਕੌਮ ਦੀਆਂ ਕਰ ਰਹੇ ਹਾਂ, ਕਿਸੇ ਹੋਰ ਨਾਲ ਤਾਂ ਕਰ ਨਹੀਂ ਰਹੇ। ਸਮਝੇ ਨਹੀਂ ਮੈਂ ਕੀ ਕਹਿਣਾ ਚਾਹ ਰਿਹਾ, ਆਪਾਂ ਦੋ ਪੰਜਾਬੀ ਬੈਠੇ ਇਹ ਵੀ ਗੱਲ ਸਮਝੋ ਨਾ, ਮੈਂ ਕਹਿ ਰਿਹਾ ਵੀ ਉਹ ਤੋੜ ਰਹੇ ਆ। ਉਹ ਕਾਰਨ ਕੀ ਹੈ ਕਿ ਉਹ ਸਿੱਖੀ ਨੂੰ ਬੜੇ ਹੋਰ ਹਿਸਾਬ ਨਾਲ ਦੇਖ ਰਹੇ ਆ। ਉਹ ਸਿੱਖੀ ਨੂੰ ਸਿੱਖੀ ਦੇ ਪ੍ਰੋਸਪੈਕਟ ਤੋਂ ਨਹੀਂ ਦੇਖ ਰਹੇ। ਦਿੱਕਤ ਉੱਥੇ ਹੈ, ਤੁਸੀਂ ਕਿਸੇ ਬੰਦੇ ਨੂੰ ਅੰਦਰ ਲੈ ਕੇ ਆਉਣ ਦੀ ਥਾਂ ਪਹਿਲੀ ਬਾਹਰ ਕਰ ਰਹੇ ਹੋ, ਐਕਸਕਲੂਡ ਕਰਕੇ ਕਰ ਰਹੇ ਹੋ, ਇਨਕਲੂਡ ਕਰਨ ਦੀ ਥਾਂ। ਦਿੱਕਤ ਉੱਥੇ ਹੈ। ਉਹਦਾ ਸਾਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਜਾਂ ਇੱਕ ਵੱਡਾ ਨੁਕਸਾਨ ਹੋ ਰਿਹਾ, ਕਿਉਂਕਿ ਮੈਨੂੰ ਲੱਗਦਾ ਹੈ ਜਿਹੜੀ ਸਿੱਖਾਂ ਦੇ ਖਿਲਾਫ ਕਈ ਪਾਸਿਓਂ ਲਾਮਬੰਦੀ ਹੋ ਰਹੀ ਹੈ ਜਾਂ ਸਿੱਖਾਂ ਨੂੰ ਇੱਕ ਸੌਫਟ ਟਾਰਗੇਟ ਬਣਾ ਲਿਆ ਜਾਂਦਾ ਹੈ। ਸਾਡੇ ਮਸਲੇ ਤਾਂ ਕਿਤੇ ਹੋਰ ਪਏ ਆ, ਅਸੀਂ ਲੜ ਕਿੱਥੇ ਰਹੇ ਹਾਂ। ਕੋਈ ਅੱਧਾ ਮੂਲ ਮੰਤਰ ਕਰ ਰਿਹਾ, ਕੋਈ ਪੂਰਾ ਕਰ ਰਿਹਾ, ਕੋਈ ਕੁਛ ਕਰ ਰਿਹਾ। ਦਸਮ ਗ੍ਰੰਥ ਦਾ ਮਸਲਾ, ਕਿਤੇ ਦੇਖੋ ਇਹ ਮਸਲੇ ਮਿਸ਼ਨਰੀਆਂ ਦਾ ਮਸਲਾ, ਕਿਤੇ ਅਪਗ੍ਰੇਡਾਂ ਦਾ ਮਸਲਾ, ਕਿਤੇ ਕੁਛ ਆ, ਕਿਤੇ ਕੁਛ। ਕਿਉਂਕਿ ਦੇਖੋ ਸਾਫ਼ ਜੀ ਗੱਲ ਹੈ ਵੀ ਗੁਰੂ ਸਾਹਿਬ ਨੇ ਗੁਰਤਾ ਗੱਦੀ ਤਾਂ ਇਹ ਗੱਲ ਤਾਂ ਸਪਸ਼ਟ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਹੋਰ ਗ੍ਰੰਥ ਤਾਂ ਹੈ ਨਹੀਂ ਗਾ ਵੀ ਹਾਜ਼ਰ ਨਾਜ਼ਰ ਗੁਰੂ ਤਾਂ ਇਸ ਟਾਈਮ ਉਹੀ ਹੈ। ਠੀਕ ਹੈ ਨਾ, ਇਹ ਤਾਂ ਸਾਫ਼ ਹੈ। ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਵਿੱਚ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਇਹਨੂੰ ਬਿਲਕੁਲ ਹੀ ਰਿਜੈਕਟ ਕਰ ਦਿਓ ਜਾਂ ਬਿਲਕੁਲ ਹੀ ਉਹ ਕਰ ਦਿਓ। ਠੀਕ ਹੈ ਵੀ ਜਿਹੜੀ ਚੀਜ਼ ਤੁਸੀਂ ਰੱਖਣਾ ਚਾਹੁੰਦੇ ਆ ਸਹਿ ਹੋਣ ਤਾਂ ਹੋਣੀ ਚਾਹੀਦੀ ਹੈ ਨਾ। ਇਹਦਾ ਇਹ ਮਤਲਬ ਇਹ ਤਾਂ ਨਹੀਂ ਹੋਣਾ ਚਾਹੀਦਾ ਵੀ ਸਿੱਖ ਹੀ ਸਿੱਖ ਦਾ ਦੁਸ਼ਮਣ ਹੋ ਰਿਹਾ। ਵੀ ਸਿੱਖ ਹੀ ਹੁਣ ਮੈਂ ਜੇ ਮੋਨਾ ਵੈ ਜਾਂ ਮੈਂ ਕਹਿ ਲਓ ਕਿ ਮੈਂ ਨਾਨਕ ਪੰਥੀ ਹਾਂ, ਕੱਲ੍ਹ ਨੂੰ ਕੋਈ ਉੱਠ ਕੇ ਕਹਿ ਦੇ ਵੀ ਤੂੰ ਕੌਣ ਹੈਗਾ ਸਿੱਖੀ ਦੇ ਬਾਰੇ ਬੋਲਣ ਵਾਲਾ। ਤੁਸੀਂ ਆਪਣੇ ਆਪ ਨੂੰ ਨਾਨਕ ਪੰਥੀ ਮੰਨਦੇ ਹੋ? ਬਿਲਕੁਲ ਹਾਂ, ਕਿਉਂਕਿ ਸਾਡੀ ਪ੍ਰੈਕਟਿਸ ਹੈ। ਮੈਂ ਤੁਹਾਨੂੰ ਸਾਡੇ ਰਾਹੋਂ ਦੇ ਵਿੱਚ ਪਹਿਲਾ ਗੁਰਦੁਆਰਾ ਸਾਡਾ ਹੀ ਹੈ, ਸਾਡੇ ਫੈਮਿਲੀ ਦਾ ਹੀ ਹੈ, ਸਾਡੇ ਕਬੀਲੇ ਦਾ ਹੈ ਗੁਰਦੁਆਰਾ 1891 'ਚ। ਉਹ ਤੋਂ ਪਹਿਲਾਂ ਉਹ ਸਾਡੇ ਨਾ ਧਰਮਸਾਲ ਸੀਗੀ, ਤਾਂ ਉਹ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਹੀ ਹੈ। ਅਤੇ ਉਹ ਕਿਉਂਕਿ ਬਜ਼ੁਰਗਾਂ ਦੀ ਸ਼ਰਧਾ ਸੀਗੀ ਉਹਦੇ ਵਿੱਚ, ਅਤੇ ਉਹ ਜੋ ਵੀ ਸਾਡੇ ਫੈਮਿਲੀ ਪ੍ਰੈਕਟਿਸ ਦੇ ਵਿੱਚ ਕੁਛ ਵੀ ਹੁੰਦਾ ਸੀ, ਵਿਆਹ ਹੁੰਦਾ ਸੀਗਾ, ਕੁਛ ਵੀ ਉਹ ਹੁੰਦੀ ਸੀ, ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੁੰਦੀ ਸੀ ਉੱਥੋਂ ਹੀ। ਅਤੇ ਉਹ ਹੁਣ ਗੁਰੂ ਨਾਨਕ ਸਾਹਿਬ ਤੋਂ ਹੀ ਹੁੰਦੀ ਸੀ। ਅਤੇ ਕੁਛ ਜੇ ਘਰ 'ਚ ਕੋਈ ਨਵੀਂ ਚੀਜ਼ ਵੀ ਆਈ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਅੱਗੇ ਉਹ ਹੈ। ਤਾਂ ਉਸ ਕਰਕੇ ਸਾਡਾ ਤਾਂ ਉਹ ਰਿਸ਼ਤਾ ਹੈਗਾ। ਹੁਣ ਉਹਦੇ ਨਾਲ ਇਹ ਮਸਲਾ ਥੋੜ੍ਹਾ ਵੀ ਮੈਂ ਕਿਸੇ ਨੂੰ ਦਿਖਾਉਣ ਨੂੰ ਥੋੜ੍ਹਾ ਉਹ ਬਣਨਾ। ਮੇਰੀ ਪਛਾਣ ਕੀ ਆ ਉਹ ਮੈਂ ਤੈਅ ਕਰੂੰਗਾ ਜਾਂ ਕੋਈ ਹੋਰ ਕਰ ਲੂਗਾ। ਮੈਂ ਇਹੀ ਕਹਿ ਰਿਹਾ, ਪਛਾਣ ਦੀ ਰਾਜਨੀਤੀ ਦੇ ਪਿਛਲੇ ਦੌਰ 'ਚ ਕੀ ਹੋ ਰਿਹਾ? ਸਿੱਖ ਕਹਿੰਦੇ ਸਾਡੀ ਹੋਂਦ ਨੂੰ ਖਤਰਾ ਹੈਗਾ, ਸਾਨੂੰ ਜਜ਼ਬ ਕੀਤਾ ਜਾ ਰਿਹਾ। ਅਸਿਮੀਲੇਸ਼ਨ ਆਫ ਸਿੱਖਸ ਟਰਮ ਆ ਗਈ ਪ੍ਰੋਪਰ, ਸਿੱਖਾਂ ਨੂੰ ਅਸਿਮੀਲੇਟ ਕੀਤਾ ਜਾ ਰਿਹਾ ਹੈਗਾ। ਅਤੇ ਅਸੀਂ ਆਪ ਜਿਹੜਾ ਸਾਡੇ ਅੰਦਰ ਚੀਜ਼ਾਂ ਪਈਆਂ ਨੇ, ਜਿਸ ਗੱਲ ਲਈ ਅਸੀਂ ਲੜ ਰਹੇ ਹਾਂ ਕਿਸੇ ਨਾਲ, ਹੈ ਨਾ, ਸਿੱਖਾਂ ਦੇ ਅੰਦਰ ਇੱਕ ਕਲੇਮ ਆ ਕਿ ਐਂ ਕੀਤਾ ਜਾ ਰਿਹਾ ਹੈਗਾ, ਅਤੇ ਜਿਹੜੇ ਸਾਡੇ ਅੰਦਰ ਨੇ ਅਸੀਂ ਉਹਨਾਂ ਨੂੰ ਜਜ਼ਬ ਕਰਨ 'ਤੇ ਲੱਗਿਆ ਜਾਂ ਕੀ ਕਹੋਗੇ ਉਹਨੂੰ ਨਗੇਟ ਕਰਨ ਦੇ ਉੱਤੇ ਲੱਗੇ ਹੋਏ ਹਾਂ। ਉਸੇ ਪੋਲੀਟਿਕਸ ਦਾ ਅਸੀਂ ਖੁਦ ਸ਼ਿਕਾਰ ਹਾਂ। ਦੇਖੋ ਅਸਲ 'ਚ ਇਸ ਪੂਰੀ ਉਹਦੇ ਸਟੇਟਮੈਂਟ ਦੇ ਵਿੱਚ ਦੋ ਚੀਜ਼ਾਂ ਵੀ ਹੈ। ਜਿੱਥੇ ਸਿੱਖਾਂ ਦੀ ਅਸਿਮੀਲੇਸ਼ਨ ਦੀ ਹੋ ਰਹੀ ਹੈ, ਉਹ ਹੋ ਵੀ ਰਹੀ ਹੈ ਕਿਸੇ ਹੱਦ ਤੱਕ। ਹੁਣ ਸਿੱਖਾਂ ਦੀ ਵਿਆਖਿਆ, ਉਹ ਤਾਂ ਠੀਕ ਆ, ਸਿੱਖਾਂ ਦੀ ਵਿਆਖਿਆ ਕੋਈ ਮਤਲਬ ਸਰਕਾਰ ਥੋੜ੍ਹਾ ਕਰੂਗੀ, ਮਤਲਬ ਦਿੱਲੀ ਦਰਬਾਰ ਥੋੜ੍ਹਾ ਕਰੂਗਾ, ਜਾਂ ਮਤਲਬ ਕਿ ਹਿੰਦੂ ਥੋੜ੍ਹਾ ਕਰੂਗੇ, ਜਾਂ ਕੋਈ ਆਰਿਆ ਸਮਾਜੀ ਉੱਠ ਕੇ ਥੋੜ੍ਹਾ ਕਰੂਗਾ। ਈਵਨ ਹਿੰਦੂਆਂ ਦੀ ਵੀ ਵਿਆਖਿਆ ਇਹ ਨਹੀਂ ਕਰ ਸਕਦੇ, ਈਵਨ ਇੱਦਾਂ ਅਸੀਂ ਮੁਸਲਮਾਨਾਂ ਦੀ ਨਹੀਂ ਕਰ ਸਕਦੇ। ਸੋ ਇਹ ਤਾਂ ਉਹਨਾਂ ਦੀ ਹੋ ਗਈ ਜਿਸ ਚੀਜ਼ 'ਤੇ ਉਹਨਾਂ ਨੂੰ ਬਾਹਰ ਖਤਰਾ ਹੈਗਾ, ਉਹ ਮੰਨਦੇ ਵੀ ਹੈ। ਅੰਦਰੂਨੀ ਜਿਸ ਚੀਜ਼ ਨੂੰ ਸਮੱਸਿਆ ਨੂੰ ਸੁਲਝਾਉਣਾ ਚਾਹੀਦਾ ਬੈਠ ਕੇ, ਆਪਦੀ ਹੋਂਦ ਨੂੰ ਖਤਮ ਲੱਗੇ ਹੋਏ ਹੋ। ਹਾਂ, ਉਹਦੇ ਵਿੱਚ ਡਿਫਰੈਂਸਿਸ ਜਿਹੜੇ ਬਣ ਜਾਣੇ ਆ ਉਹ ਲਾਮਬੰਦੀਆਂ ਮੈਨੂੰ ਇੱਦਾਂ ਆ ਵੀ ਜਿੱਦਾਂ ਫਿਰ ਬਾਕੀ ਫਿਰਕੇ ਇਕੱਠੇ ਹੁੰਦੇ ਆ ਦੁਨੀਆ ਦੇ ਵਿੱਚ ਜਦੋਂ ਕਲੈਸ਼ ਹੁੰਦਾ ਹੈ, ਅਤੇ ਮਤਲਬ ਉਸੀ ਪੈਟਰਨ 'ਤੇ ਅਸੀਂ ਚੱਲਦੇ ਪਏ ਹਾਂ। ਮੈਨੂੰ ਲੱਗਦਾ ਵੀ ਇਹ ਚੀਜ਼ ਨੂੰ ਮਤਲਬ ਤੁਹਾਡੇ ਖਿਲਾਫ ਵੀ ਕਦੋਂ ਕੋਈ ਵਰਤ ਸਕਦਾ ਉਹਨਾਂ ਫਿਰਕਿਆਂ ਨੂੰ? ਹਾਂ, ਤਾਂ ਹੋਊਗਾ, ਇਹੀ ਹੁੰਦਾ ਹੈ। ਅਤੇ ਉਹਨਾਂ ਫਿਰਕਿਆਂ ਦੇ ਨਾਲ ਤੁਹਾਡਾ ਕੋਈ ਵਜ੍ਹਾ ਰਿਲੇਸ਼ਨ ਨਹੀਂ ਹੈਗਾ ਤੁਸੀਂ? ਹਾਂ, ਇਸੀ ਕਰਕੇ ਮੈਂ ਕਹਿੰਦਾ ਵੀ ਜਿਹੜਾ ਹੁਣ ਜਿੱਦਾਂ ਪੰਜਾਬ ਦੱਖਣ ਦੇ ਸਿੱਖਾਂ ਨੂੰ ਮੈਂ ਮਿਲਿਆ, ਅਤੇ ਉਹ ਜਿੰਨੇ ਕੁ ਬੰਦੇ ਕਹਿੰਦੇ ਉਹਨਾਂ ਦਾ, ਈਵਨ ਤੁਸੀਂ ਬਿਜਨੌਰ ਵੱਲ ਚਲੇ ਜਾਓ, ਉੱਥੇ ਪੁਰਾਣੀ ਪਿੰਡ ਹੈ ਸਿੱਖਾਂ ਦੇ, ਅਤੇ 50 ਕੁ ਪਿੰਡ ਹੈਗੇ ਆ ਪੁਰਾਣੇ ਹੀ ਆ, ਅਤੇ ਗੁਰੂ ਨਾਨਕ ਸਾਹਿਬ ਵੇਲੇ ਦੇ ਆ, ਅਤੇ ਉਹ ਹੈ ਵੀ ਉੱਧਰ ਦੇ ਹੀ ਸਿੱਖ ਹੈ ਜਾਂ ਦੱਖਣ ਦੇ। ਹੁਣ ਪੰਜਾਬ 'ਚ ਜਾ ਕੇ ਕਹਿ ਦਿੰਦਾ ਵੀ ਤੁਸੀਂ ਅੱਛਾ ਸਿੱਖ ਹੋ, ਤੁਸੀਂ ਆਹ ਕਰਦੇ ਹੋ ਜਾਂ ਉਹ ਕਰਦੇ ਹੋ। ਉਹਨਾਂ ਦੇ ਕੁਛ ਲੋਕਲ ਕਸਟਮ ਵੀ ਹੋਣਗੇ, ਕਿਉਂਕਿ ਬੰਦੇ ਦੁਨੀਆ ਡਾਈਵਰਸ ਹੈ। ਹੁਣ ਆਪਾਂ ਉਹਨਾਂ ਨੂੰ ਸੋਚੀਏ ਵੀ ਤੁਹਾਡੀ ਸਿੱਖੀ ਅਸੀਂ ਤੈਅ ਕਰੀਏ ਯੂਪੀ ਵਾਲਿਆਂ ਦੀ ਜਾਂ ਰਾਜਸਥਾਨ ਵਾਲਿਆਂ ਦੀ ਜਾਂ ਦੱਖਣ ਵਾਲਿਆਂ ਦੀ, ਤਾਂ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦੀ ਸਾਨੂੰ। ਪੰਜਾਬ 'ਚ ਕੋਈ ਹੋਰ ਥੋਟ ਹੈ ਥੋੜ੍ਹਾ ਜਿਹਾ,
ਉੱਥੇ ਥੋੜ੍ਹਾ ਜਿਹਾ ਕਲਚਰਲ ਅਸਰ ਸਥਾਨਕ ਕਲਚਰ ਦਾ ਹੋਊਗਾ ਹੀ ਹੋਊਗਾ, ਦੁਨੀਆ 'ਚ ਹੀ ਹੈ। ਸੋ ਜਿੱਦਾਂ ਅਸੀਂ ਮਤਲਬ ਸਾਡਾ ਈਵਨ ਇੱਕ ਰੋਲ ਹੈ ਵੀ ਜੇ ਆਪਾਂ ਇਸਲਾਮ ਦੀ ਵੀ ਵਿਆਖਿਆ ਹੈ ਵੀ ਜਿਹੜਾ ਅਰਬ ਦੇ ਮੁਤਾਬਿਕ ਥੋੜ੍ਹਾ ਦੇਖ ਸਕਦੇ ਹਾਂ ਵੀ ਇੱਥੇ ਦੇ ਵੀ ਲੋਕਲ ਕਲਚਰ 'ਚ ਹੀ ਆਇਆ, ਸੂਫੀਜ਼ਮ ਜਿਹੜਾ ਆਇਆ ਉਸੀ ਉਹਦੇ ਵਿੱਚੋਂ ਆਇਆ, ਫਲੈਕਸੀਬਿਲਿਟੀ ਆਈ ਹੈ ਨਾ। ਅਤੇ ਇਸੇ ਤਰ੍ਹਾਂ ਦੁਨੀਆ 'ਚ ਹੀ ਹੋਊਗਾ। ਜੇ ਕੱਲ੍ਹ ਨੂੰ ਮੰਨ ਲਓ ਕਿ ਮੰਗੋਲੀਆ ਜਾਂ ਅਮਰੀਕਾ 'ਚ ਸਿੱਖਾਂ ਦਾ ਇੱਕ ਕਲਚਰ ਪੈਦਾ ਹੋਊਗਾ, ਉਹਨਾਂ ਦੇ ਵਿੱਚ ਮਾਡਰਨ ਆਪਦੇ ਸਥਾਨਕ ਖਿੱਤੇ ਦੀ ਵੀ ਕੋਈ ਨਾ ਕੋਈ ਵਿਸ਼ੇਸ਼ਤਾ ਹੋਊਗੀ। ਇੱਥੇ ਜਿਵੇਂ ਡੇਰਿਆਂ ਵਾਲੇ ਵੀ ਮੈਂ ਤਾਂ ਕਹਿਣਾ ਨਾ, ਪੰਜਾਬ ਛੋਟੇ ਵੱਡੇ ਕਹਿੰਦੇ 8-10 ਹਜ਼ਾਰ 10,000 ਦੇ ਕਰੀਬ ਡੇਰਾ ਪੰਜਾਬ 'ਚ, 8,000 ਦੀ ਫਿਗਰ ਤਾਂ ਨਾ ਉਦੋਂ ਬਾਅਦ ਚਲੋ ਹੋਰ ਵੀ ਆ ਗਏ ਹੋਣਗੇ। ਹੁਣ ਡੇਰਿਆਂ ਦਾ ਕਲਚਰ ਵੀ ਗੁਰੂ ਸਾਹਿਬ ਦੇ ਟਾਈਮ ਦਾ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਬੜੇ ਆਰਗੈਨਿਕ ਨੇ ਅਤੇ ਜਿਹੜੇ ਬੜੇ ਰॉ ਨੇ, ਹੈ ਨਾ। ਸੂਫੀਆਂ ਦੇ ਨੇ ਬਹੁਤ ਸਾਰੇ ਜਿਹੜੇ ਉਦੋਂ ਦੇ ਚੱਲੇ ਆ ਰਹੇ, ਉਹਨਾਂ ਨੂੰ ਵੀ ਜਦੋਂ ਡੇਰਾਵਾਦ ਸ਼ਬਦ ਬਣ ਗਿਆ ਉਸੇ ਕੈਟਾਗਰੀ 'ਚ ਪਾ ਲਿਆ ਗਿਆ। ਜੋ ਡੇਰਾਵਾਦ ਸ਼ਬਦ ਬਣਿਆ, ਕੋਈ 4 ਡੇਰੇ ਕੰਟਰੋਵਰਸ਼ੀਅਲ ਹੋਣਗੇ ਆਪਾਂ ਨੂੰ ਪਤਾ ਜਿਹੜੇ ਹੈਗੇ ਨੇ, ਉਹ ਬਾਕੀਆਂ ਨੂੰ ਵੀ ਸਿੱਖ ਨੇ ਜਿਹੜੇ ਆਮ ਸਿੱਖ ਆ ਉਹ ਤਾਂ ਉਵੇਂ ਰਿਸੀਵ ਕਰ ਰਹੇ ਨਾ ਘਰੇ ਬੈਠਾ। ਜਦੋਂ ਸਾਡੇ ਪ੍ਰਚਾਰਕ ਬੋਲਦੇ ਨੇ ਤਿੱਖਾ ਉਹ ਬਾਕੀ ਡੇਰਿਆਂ ਨੂੰ ਮੈਂ ਦੇਖ ਰਹੇ ਨੇ ਪਿੰਡਾਂ 'ਚ ਜਿਨ੍ਹਾਂ 'ਚ ਬੜੀ ਸ਼ਰਧਾ, ਜਿਨ੍ਹਾਂ 'ਚ ਬੜਾ ਪਿਆਰ ਸਤਿਕਾਰ ਉਹ ਹੁੰਦਾ ਸੀਗਾ, ਉੱਥੇ ਮੈਂ ਦੇਖ ਰਿਹਾ ਹੁਣ ਹੋਰ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ, ਖਾਸ ਤੌਰ 'ਤੇ ਸ਼ਹਿਰਾਂ 'ਚ। ਪਿੰਡਾਂ 'ਚ ਤਾਂ ਜੀ ਘੱਟ ਆ, ਹੈ ਨਾ। ਉਹ ਜਿਹੜੀ ਇੱਕ ਲੋਕ ਧਾਰਾ ਦਾ ਸਾਰਾ ਤੁਰਿਆ ਆਉਂਦਾ ਸੀਗਾ ਕਲਚਰ, ਉਹ ਜਿਹੜੀ ਡਿਵਰਸਿਟੀ ਸੀਗੀ ਉਹ ਗੜਬੜ ਹੋ ਰਹੀ ਹੈ। ਦਿੱਕਤ ਤਾਂ ਉਹੀ ਹੈ ਵੀ ਜੇ ਆਪਾਂ ਕਹਦੇ ਕਿ ਨਿੰਦਦੇ ਤੁਸੀਂ ਉਹ ਡੇਰੇ 4 ਹੋਣਗੇ ਜਿਹੜੇ ਕੰਟਰੋਵਰਸ਼ੀਅਲ ਨੇ, 5 ਹੋਣਗੇ 10 ਹੋਣਗੇ, ਤੁਸੀਂ ਬਾਕੀ ਸਾਰਿਆਂ ਨੂੰ 8,000 ਦੇ 10,000 ਦੇ ਡੇਰਿਆਂ ਨੂੰ ਉਸੇ ਕੈਟਾਗਰੀ 'ਚ ਪਾਤਾ। ਤਾਂ ਡੇਰੇ ਤਾਂ ਉਦੋਂ ਤੋਂ ਚੱਲੇ ਆ ਰਹੇ ਨੇ, ਉਹਨਾਂ ਦਾ ਇੱਕ ਆਪਣੇ ਮਾਨਤਾਵਾਂ ਨੇ, ਉਹਨਾਂ ਦਾ ਇੱਕ ਆਪਣਾ ਮੰਨਣਾ। ਗੁਰੂ ਸਾਹਿਬ ਨੇ ਵੀ ਕਿਸੇ ਨੂੰ ਧੱਕੇ ਨਾਲ ਤਾਂ ਨਹੀਂ ਮਨਾਇਆ, ਜਦੋਂ ਕਨਵਿੰਸ ਕੀਤਾ। ਸਿੱਧ ਗੋਸ਼ਟ ਹੋਏ, ਜਿੰਨੀਆਂ ਵੀ ਗੋਸ਼ਟੀਆਂ ਨੇ ਸਿੱਧਾਂ ਨਾਲ ਹੋਰਾਂ ਨਾਲ, ਉਹਦੇ 'ਚ ਉਹ ਪਾਵਰ ਸੀ। ਗੁਰੂ ਸਾਹਿਬ ਨੇ ਆਪਦੀ ਗੱਲ ਰੱਖੀ ਟਿਕਾ ਕੇ, ਅਤੇ ਉਹ ਧਾਰਾ ਵੱਡੀ ਸੀ ਉਦੋਂ ਆਪਾਂ ਨੂੰ ਪਤਾ। ਉਹ ਧਾਰਾ ਛੋਟੀ ਹੁੰਦੀ ਗਈ ਅਤੇ ਗੁਰੂ ਸਾਹਿਬ ਨਾਲ ਲੋਕ ਜੁੜਦੇ ਗਏ। ਉਹ ਗੁਰੂ ਸਾਹਿਬ ਕੋਲ ਗੱਲ ਸੀਗੀ। ਅਸਲ 'ਚ ਇਹੀ ਤਾਂ ਦਿੱਕਤ ਆ ਰਹੀ ਹੈ ਕਿ ਜਿਹੜਾ ਸਿੱਖਾਂ ਦੇ ਵਿੱਚ ਇੱਕ ਵੱਡਾ ਜਿਹੜਾ ਐਗਰੈਸ਼ਨ ਦਾ ਜਿਹੜਾ ਆ ਰਿਹਾ ਹੈ, ਉਹ ਉਹਨਾਂ ਗੱਲਾਂ 'ਤੇ ਆ ਰਿਹਾ ਜਿਹੜੇ ਵੱਡੇ ਕੋਈ ਮਸਲੇ ਨਹੀਂ ਹੋਣੇ ਚਾਹੀਦੇ। ਜਿੱਦਾਂ ਹੁਣ ਆਪਾਂ ਐਡੀ ਵੱਡੀ ਧਰਤੀ ਨੂੰ ਬੇਦਾਵਾ ਦੇ ਕੇ ਜਾ ਰਹੇ ਹਾਂ, ਇਹਦੇ ਬਾਰੇ ਸਾਡੇ ਮਨ 'ਚ ਐਗਰੈਸ਼ਨ ਨਹੀਂ ਹੋ ਰਿਹਾ। ਜਿੱਥੇ ਕਿ ਮੈਨੂੰ ਲੱਗਦਾ ਨਹੀਂ ਕਹਿ ਰਿਹਾ ਤੁਸੀਂ ਇੱਕ ਪਾਸੇ ਕਰੇ ਹੋਣ ਨੂੰ ਖਤਰਾ, ਇੱਕ ਪਾਸੇ ਜਿੱਥੇ ਤੁਸੀਂ ਮੈਜੋਰਿਟੀ ਉਹ ਛੱਡ ਕੇ ਜਾ ਰਹੇ। ਮਤਲਬ ਮੰਨ ਲਓ ਕਿ ਇਹ ਤੁਸੀਂ ਵੱਖਰੇ ਛੱਡੋ ਵੀ ਜਿਹੜੀ ਸਿੱਖ ਈਲੀਟ ਹੈ, ਜਿਹੜੀ ਪੋਲੀਟੀਕਲ ਕਲਾਸ ਹੈ, ਜਿਹਨੂੰ ਦੇਖਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਡੈਮੋਗ੍ਰਾਫੀ ਸਾਡੇ ਚੇਂਜ ਹੋ ਰਹੀ ਹੈ, ਉਹਨਾਂ ਦੇ ਆਪਦੇ ਬੱਚੇ ਬਾਹਰ ਹੈ, ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ, ਉਹਨਾਂ ਦਾ ਕੰਸਰਨ ਇਹ ਨਹੀਂ ਹੈ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਸਿੱਖ ਹੋਮਲੈਂਡ ਦਾ ਉਹ ਹੈ ਵੀ ਈਵਨ ਜਦੋਂ ਸਿੱਖ ਹੋਮਲੈਂਡ ਦਾ ਮਸਲਾ ਵੀ ਗੱਲ ਹੋ ਜਾਂਦੀ ਹੈ ਤਾਂ ਉੱਥੇ ਵੀ ਕੋਈ ਬੰਦਾ ਕਹਿ ਦਿੰਦਾ ਜੀ ਫਿਰ ਬਾਕੀ ਕਿੱਥੇ ਜਾਊਗੇ। ਇਹ ਕੋਈ ਇਹੋ ਜਿਹਾ ਮਸਲਾ ਥੋੜ੍ਹਾ। ਇੱਕ ਥਾਂ ਹੈ, ਜਿੱਦਾਂ ਆਪਾਂ ਕਹਿ ਲਈਏ ਕਿ ਜੰਗਲ ਹੈ, ਆਪਾਂ ਕਹਿੰਦੇ ਹਾਂ ਵੀ ਆਦੀਵਾਸੀ ਕਲਚਰ ਉੱਥੇ ਪ੍ਰੀਜ਼ਰਵ ਹੁੰਦਾ ਹੈ। ਹੁਣ ਪੂਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਬਹੁਤਾਤ ਇੱਥੇ ਹੈ ਅਤੇ ਇੱਕ ਮਾਈਨੋਰਟੀ ਹੈ ਜਿਹੜੀ 2% ਹੈ ਤੁਹਾਡੀ। ਜੇ ਉਹ ਉੱਥੇ ਵੀ ਪ੍ਰੀਜ਼ਰਵ ਨਹੀਂ ਹੋਊਗੀ, ਉਹਨਾਂ ਦੇ ਕੁਛ ਸਪੈਸ਼ਲ ਰਾਈਟ ਨਹੀਂ ਹੋਗੇ ਉਸ ਜ਼ਮੀਨ 'ਤੇ, ਜੇ ਉਹ ਉੱਥੇ ਉਸ ਡੈਮੋਗ੍ਰਾਫੀ 'ਤੇ ਉਹਦਾ ਰਾਈਟ ਨਹੀਂ ਹੋਊਗੇ, ਤਾਂ ਇਹ ਵੀ ਤਾਂ ਇੱਕ ਡਾਈਵਰਸਿਟੀ ਨੂੰ ਖ਼ਤਮ ਕਰਨ ਵਾਲਾ ਹੀ ਮਸਲਾ ਹੋਊਗਾ ਨਾ। ਤਾਂ ਮਤਲਬ ਉਸ ਪੱਖ ਤੋਂ ਕੋਈ ਬੰਦੇ ਬਰਦਾਸ਼ਤ ਵੀ ਨਹੀਂ ਕਰ ਪਾ ਰਹੇ ਵੀ ਜੇ ਆਪਾਂ ਗੱਲ ਆਪਾਂ ਇੰਨੀ ਕੁ ਗੱਲ ਹੀ ਕਰਦੀ ਵੀ। ਪਰ ਬਾਹਰ ਜਾਣ ਵਾਲਾ ਮਸਲਾ ਤੁਸੀਂ ਕਹਿ ਰਹੇ ਸੀ, ਉਹਦੀ ਬਾਹਰ ਜਾਣ ਵਾਲਾ ਵੀ ਫਿਰ ਉਹ ਉਹਦੇ ਕੋਈ ਉਹਦੇ 'ਚ ਤਾਂ ਕੋਈ ਰੀਥਿੰਕ ਹੀ ਨਹੀਂ ਕਰ ਰਿਹਾ, ਨਹੀਂ ਕਰ ਰਿਹਾ। ਈਵਨ ਇਹਦੇ ਵਿੱਚ ਤਾਂ ਪੋਲੀਟੀਕਲ ਕਲਾਸ ਨੂੰ ਉਹ ਹੋਣਾ ਚਾਹੀਦਾ। ਹੁਣ ਆਪਾਂ ਜਿਹੜੀ ਅਰਦਾਸ ਕਰਦੇ ਹਾਂ, ਮੇਰਾ ਅਰਦਾਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਆਪਾਂ 15 ਅਗਸਤ ਦੀ ਜਾਂ ਵੰਡ ਦੀ ਅਰਦਾਸ ਕਰਦੇ ਹਾਂ ਵੀ ਸਿਰਫ ਅਕੀਰ ਨੇ ਪਾਈ ਜਾਣੇ ਜਾਂ ਹਜੇ 10 ਲੱਖ। ਮੇਰਾ ਉਹਦੇ ਵਿੱਚ ਭਾਵਨਾ ਇਹ ਵੀ ਹੈ ਵੀ ਅਸੀਂ ਜਿਹੜਾ ਪੰਜਾਬ ਦਾ ਜਿਹੜਾ ਫਿਊਚਰ ਹੈ ਇਸ ਖਿੱਤੇ ਦਾ, ਸਾਡਾ ਇੱਥੋਂ ਵਪਾਰ ਖੁੱਲ੍ਹੇ ਜਾਂ ਵੈਸਟ ਨਾਲ ਜਿਹੜਾ ਸਾਡਾ, ਕਿਉਂਕਿ ਵੈਸਟ ਇੱਧਰ ਸਾਡੇ ਈਸਟ ਹੈ, ਹਿਮਾਲਿਆ ਹੈ, ਇੱਕ ਤਰ੍ਹਾਂ ਸਾਡੇ ਕੰਧ ਹੈ, ਸਾਡਾ ਰਸਤਾ ਵੈਸਟ ਨਾਲ ਹੀ ਜੁੜਦਾ, ਸਾਡੇ ਦਰਿਆ ਵੀ ਉੱਧਰ ਨੂੰ ਚੱਲਦੇ ਹੈ ਅਤੇ ਵੈਸਟ ਨਾਲ ਸਾਡਾ ਵਪਾਰ ਖੁੱਲ੍ਹਣਾ ਹੀ ਖੁੱਲ੍ਹਣਾ ਕਿਸੇ ਨਾ ਕਿਸੇ ਦਿਨ। ਅਤੇ ਮੈਂ ਚਾਹੁੰਦਾ ਹੈ ਕਿ ਉਹ ਜਿਹੜਾ ਵਪਾਰ ਦੇ ਵਿੱਚ ਜਿਹੜੀ ਹਿੱਸੇਦਾਰੀ ਹੈ ਉਹ ਕੋਈ ਦਿੱਲੀ ਜਾਂ ਬੰਬੇ ਵਾਲੀ ਵਪਾਰੀ ਲੋਬੀ ਨਾ ਹੋਵੇ। ਉਹ ਇੱਥੇ ਦੇ ਲੋਕਾਂ ਨੂੰ, ਇੱਥੇ ਦੇ ਮਜ਼ਦੂਰ ਨੂੰ ਕੰਮ ਮਿਲੇ, ਇੱਥੇ ਦੇ ਵਪਾਰੀ ਨੂੰ ਕੰਮ ਮਿਲੇ, ਇੱਥੇ ਦੇ ਕਿਸਾਨ ਨੂੰ ਕੰਮ ਮਿਲੇ, ਤਾਂ ਕਿ ਉਹਨੂੰ ਇਸ ਧਰਤੀ 'ਚੋਂ ਆਸ ਜਾਗੇ, ਸਾਡੇ ਬੱਚਿਆਂ ਕੋਲ ਰੁਜ਼ਗਾਰ ਹੋਊਗਾ, ਉਹਦਾ ਜੀਵਨ ਪੱਧਰ ਉੱਚਾ ਹੋਊਗਾ, ਤਾਂ ਇਸ ਧਰਤੀ 'ਤੇ ਦਾਅਵੇਦਾਰੀ ਉਹਨਾਂ ਦੀ ਆਪ ਹੀ ਟਿਕੀ ਰਹਿਣੀ ਹੈ। ਤਾਂ ਉਹਨੂੰ ਦੁਨੀਆ 'ਚ ਧੱਕੇ ਖਾਣ ਦੀ ਲੋੜ ਨਹੀਂ ਹੈ। ਦੂਸਰਾ, ਮੈਂ ਪ੍ਰਵਾਸ ਦੇ ਮੈਂ ਐਂਟੀ ਵੀ ਨਹੀਂ ਹੈ, ਇਹ ਦੁਨੀਆ 'ਚ ਹੁੰਦਾ ਆ ਰਿਹਾ। ਸਵਰਾਜ ਸਿੰਘ ਕਹਿੰਦੇ ਨੇ ਕਿ ਜਦੋਂ ਵੰਡ ਤੋਂ ਕਿਸੇ ਦੌਰ ਦੀ ਉਹ ਗੱਲ ਕਰਦੇ ਨੇ ਕਿ ਇੱਥੇ ਜਿਹਦਾ ਮਤਲਬ ਸਾਡੇ ਰੁਪਇਆ ਜ਼ਿਆਦਾ ਉਹ ਸੀਗਾ, ਉਹਨਾਂ ਦਾ ਡਾਲਰ ਘੱਟ ਸੀ, ਪਾਉਂਡ ਘੱਟ ਸੀਗਾ, ਉਦੋਂ ਸਾਰੇ ਲੋਕ ਇੱਥੇ ਨੇ ਤਰਜੀਹ ਦਿੰਦੇ ਸੀ ਲੋਕਾਂ ਨੂੰ। ਅੱਜ ਵੀ ਜੇ ਰੁਪਇਆ ਡਾਲਰ ਤੋਂ ਉੱਪਰ ਹੋ ਜੇ ਤਾਂ ਦੁਨੀਆ ਇੱਥੇ ਆਉਣ ਲੱਗ ਜੂਗੀ।
ਦੇਖੋ ਇਹ ਰੁਪਈਆ ਹੋਵੇ ਨਾ ਹੋਵੇ, ਮਸਲਾ ਤਾਂ ਇਹ ਹੈ ਵੀ ਸਾਡੇ ਕੋਲ ਦੁਨੀਆ ਦੇ ਵਿੱਚ ਦੇਖੋ ਪੈਟਰੋਲ ਮੁੱਕ ਸਕਦਾ, ਠੀਕ ਹੈ, ਟੈਕਨੋਲੋਜੀ ਫੇਲ ਹੋ ਜੂਗੀ। ਇਹਨਾਂ ਚੀਜ਼ਾਂ ਤੋਂ, ਬੱਸਾਂ ਤੋਂ ਬਿਨਾਂ, ਗੱਡੀਆਂ ਤੋਂ ਬਿਨਾਂ, ਟੈਕਨੋਲੋਜੀ ਤੋਂ ਬਿਨਾਂ ਵੀ ਬੰਦਾ ਜੀ ਸਕਦਾ ਹੈ। ਪਰ ਤੁਹਾਡੇ ਕੋਲ ਜੇ ਖਾਣ ਨੂੰ ਰੋਟੀ ਨਹੀਂ ਹੈਗੀ, ਪੀਣ ਨੂੰ ਪਾਣੀ ਨਹੀਂ ਹੈਗਾ, ਤੁਸੀਂ ਜ਼ਿਆਦਾ ਦੇਰ ਸਰਵਾਈਵ ਨਹੀਂ ਕਰ ਸਕਦੇ। ਸਾਡੇ ਕੋਲ ਦੋ ਮੁੱਢਲੀਆਂ ਚੀਜ਼ਾਂ ਹੈਗੀਆਂ। ਪੀਣ ਵਾਲਾ ਪਾਣੀ ਆਪਣਾ ਬਹੁਤ ਥੱਲੇ ਜਾ ਰਿਹਾ। ਸਾਡੇ ਕੋਲ ਦਰਿਆ ਹੈ, ਦਰਿਆ 'ਤੇ ਗੱਲ ਨਹੀਂ ਹੋ ਰਹੀ। ਔਰ ਜਿਸ ਜਮਾਤ ਨੂੰ, ਜਿਨ੍ਹਾਂ ਨੇ ਰੀਪ੍ਰੈਜ਼ੈਂਟੇਟਿਵਸ ਨੇ ਗੱਲ ਕਰਨੀ ਆ, ਉਹ ਭੱਜ ਰਹੇ। ਉਹ ਇਸ ਗੱਲ ਨੂੰ, ਉਹ ਸਾਡੇ ਮਸਲਿਆਂ ਨੂੰ ਆਟਾ ਦਾਲ ਜਾਂ ਹੋਰ ਤਰ੍ਹਾਂ ਦੀ ਗੱਲ ਉਹ ਕਰ ਰਹੇ ਆ। ਅੱਛਾ, ਇੱਕ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਪੰਜਾਬੀ ਸੂਬੇ ਨੇ ਵੀ ਇਸ ਫਾਲਟ ਲਾਈਨ ਨੂੰ ਤਿੱਖਾ ਕੀਤਾ, ਇੱਕ ਨਵਾਂ ਐਂਗਲ ਤੁਸੀਂ ਲੈ ਕੇ ਆਏ ਕਿ ਜਿਵੇਂ ਜਿਹੜੇ ਉੱਥੋਂ ਦੇ ਸੀ, ਜਿਹੜੇ ਹਿਮਾਚਲ ਦੇ ਸੀ, ਜਿਹੜੇ ਇੱਥੇ ਆਉਂਦੇ ਸੀਗੇ, ਸਰਹੰਦ ਜਦੋਂ ਸਭਾ ਲੱਗਦੀ ਹੈ ਉਹ ਆਉਣੋਂ ਹਟ ਗਏ ਨਾ। ਤਾਂ ਪੰਜਾਬੀ ਸੂਬੇ ਦੀ ਪੋਲਿਟਿਕਸ ਵੀ ਇੱਕ ਆਇਡੈਂਟੀਟੀ ਦੀ ਪੋਲਿਟਿਕਸ ਸੀਗੀ, ਹੈ ਨਾ, ਆਪਾਂ ਨੂੰ ਪਤਾ ਹੈਗਾ। ਉਹ ਕੋਈ ਉਹਦੇ 'ਤੇ ਬਹੁਤ ਸਾਰੇ ਵਿਚਾਰ ਨੇ, ਜਿਵੇਂ ਕੈਪਟਨ ਅਮਰਿੰਦਰ ਸਿੰਘ ਬੜਾ ਖੁੱਲ੍ਹ ਕੇ ਕਹਿੰਦੇ ਕਿ ਅਸੀਂ ਸੂਬੇ ਨੂੰ ਸੂਬੀ ਬਣਾ ਲਿਆ, ਹੈ ਨਾ, ਸਾਡੀ ਡਿਵਰਸਿਟੀ ਸੀ, ਉਹ ਸਾਡਾ ਕਲੇਮ ਸੀਗਾ, ਸਾਡਾ ਕਲੇਮ ਉੱਥੋਂ ਤੱਕ ਜਾਂਦਾ ਸੀ, ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਾਰਾ ਸੀ। ਚਲੋ ਦੂਜਾ ਥਾਟ ਇਹ ਹੈ ਕਿ ਨਹੀਂ, ਸਿੱਖਾਂ ਕੋਲ ਇੱਕ ਆਪਦਾ ਰਾਜ ਕਰਨ ਦਾ, ਜਾਂ ਕੁਛ ਰਾਜ ਕਰਨ ਵਾਲੇ ਲੋਕਾਂ ਨੇ ਸੋਚੋ ਤੇ 10 ਤਰ੍ਹਾਂ ਦੇ ਵਿਚਾਰ ਨੇ ਪਹੁੰਚਣਾ ਚਾਹੀਏ। ਉਹ ਫਿਰ ਡਿਬੇਟ ਹੋਰ ਪਾਸੇ ਚੱਲ ਪੂਗੀ, ਉਹ ਕਦੇ ਫੇਰ ਕਰ ਲਾਂਗੇ ਕਿ ਉਹਦੀ ਪੰਜਾਬੀ ਸੂਬਾ ਦੀ ਪੋਲਿਟਿਕਸ ਕੀ ਸੀਗੀ। ਤਾਂ ਉਸ ਪੰਜਾਬੀ ਸੂਬੇ ਦੇ ਦੌਰ 'ਚ ਵੀ ਇਹ ਫਾਲਟ ਲਾਈਨ ਤਿੱਖੀ ਹੋਈ, ਜਿਹੜੀਆਂ ਬਾਕੀ ਆਇਡੈਂਟੀਟੀ ਸਪਰੈਸ ਹੋਈਆਂ ਸਿੱਖਾਂ ਦੇ ਅੰਦਰ ਹੀ, ਜਾਂ ਜਿਹੜੇ ਸਿੱਖਾਂ ਦੇ ਨਾਲ ਜੁੜੇ ਹੋਏ ਲੋਕ ਸੀਗੇ। ਦੇਖੋ ਇਸ ਗੱਲ ਨੂੰ ਨਾ, ਇਸ ਗੱਲ ਦੇ ਦੋਸ਼ੀ ਸਿੱਖ ਨਹੀਂ ਹੈਗੇ। ਮੈਂ ਤੁਹਾਨੂੰ ਸਾਫ਼ ਜੀ ਗੱਲ ਕਹਾਂ, ਤੁਸੀਂ ਪੰਜਾਬੀ ਸੂਬੇ ਮੂਵਮੈਂਟ ਦੇ ਵੇਲੇ ਸਿੱਖਾਂ ਦਾ ਜਿਹੜੀ ਕਲੇਮਿੰਗ ਟੈਰੀਟਰੀ ਆ ਉਹ ਦੇਖੋ। ਉਸ ਹਿਸਾਬ ਨਾਲ ਜਿਹੜਾ ਕਿ ਮਤਲਬ ਇੱਕ ਸਿੱਖਾਂ ਖਿਲਾਫ ਪ੍ਰੋਪੇਗੈਂਡਾ ਹੋਇਆ। ਤੁਸੀਂ ਕਿਹਾ ਨਾ ਪੰਜਾਬੀ ਸੂਬੇ ਤੋਂ ਪਹਿਲਾਂ ਆਉਂਦੇ ਸੀ, ਉਹਨੂੰ ਹਟ ਗਏ। ਮੈਂ ਤੁਹਾਨੂੰ ਨਹੀਂ ਪੰਜਾਬੀ ਸੂਬਾ, ਤੁਸੀਂ ਮੇਰੀ ਗੱਲ ਨੂੰ ਉਹ ਕਰ ਗਏ। ਉਹ 60-70 ਤੱਕ ਆ ਰਹੇ ਸੀ, ਫਿਰ ਵਿੱਚ ਕਲੈਸ਼ ਹੋਇਆ, ਪੰਜਾਬ 'ਚ ਮਾਹੌਲ ਵਿਗੜਿਆ, ਉਹਦੇ ਨਾਲ ਥੋੜ੍ਹਾ ਜਿਹਾ, ਕਿਉਂਕਿ ਪੋਲਰਾਈਜੇਸ਼ਨ, ਜਿਹੜੀਆਂ ਕੌਮੀਅਤਾਂ ਦੀਆਂ ਪੋਲਰਾਈਜੇਸ਼ਨਸ ਹੋਈਆਂ, ਮਸਲਾ ਉਹ ਹੈ। ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨੂੰ ਹਟ ਗਏ, ਉਹ ਤੋਂ ਪਹਿਲਾਂ ਹੀ ਹਟ ਗਏ। ਉਹ ਤੋਂ ਪਹਿਲਾਂ ਹੀ ਉਹ ਹੋ ਗਿਆ ਵੀ ਜਦੋਂ ਤੁਹਾਡੀ ਬੋਲੀ ਉਹ ਹਿੰਦੀ ਹੋ ਗਈ ਹੈ ਜਾਂ ਕੁਛ ਹੈ। ਹੁਣ ਪੰਜਾਬੀ ਆਪਣੇ ਆਪ ਨੂੰ ਪੰਜਾਬੀ ਉਹ ਨਾ ਮੰਨੇ, ਮੁਨਕਰ ਹੋ ਜਾਵੇ, ਤਾਂ ਆਪਾਂ ਕੀ ਕਵਾਂਗੇ? ਪੰਜਾਬੀ ਸੂਬੇ ਦੇ ਵਿੱਚ ਤਾਂ ਗੰਗਾ ਨਗਰ ਮੰਗਿਆ, ਚੰਬਾ ਵੀ ਮੰਗਿਆ ਹੋਇਆ, ਜਿਹੜਾ ਊਨਾ ਵੈ, ਹਮੀਰਪੁਰ ਹੈ ਮੰਗਿਆ ਹੋਇਆ, ਅੰਬਾਲਾ ਮੰਗਿਆ ਗਿਆ, ਕਰਨਾਲ ਮੰਗਿਆ ਗਿਆ ਵੈ। ਮਤਲਬ ਉਹਨਾਂ ਕੁ ਏਰੀਆ ਜਿਹੜਾ ਮੰਨਿਆ ਗਿਆ, ਉਹ ਤਾਂ ਕਿਸੇ ਇੱਕ ਧਾਰਮਿਕ ਜਿਹੜੀ ਗਿਣਤੀ ਆ ਉਹ ਤਾਂ ਬਣਦਾ ਹੀ ਨਹੀਂ ਆ। ਰਾਜੀਵ ਲੋਂਗੋਵਾਲ ਸਮਝੌਤੇ 'ਚ ਵੀ ਕੁਛ ਚੀਜ਼ਾਂ ਮੰਨ ਲਈਆਂ ਸੀਗੀਆਂ, ਆਪਾਂ ਨੂੰ ਪਤਾ। ਜਿਵੇਂ ਆ ਜਿਹੜਾ ਇੱਧਰ ਕਿੱਧਰ ਆਪਾਂ ਜਦੋਂ ਕਸੌਲੀ ਨੂੰ ਜਾਂਦੇ ਹਾਂ, ਸ਼ਿਮਲੇ ਨੂੰ ਜਾਂਦੇ ਹਾਂ, ਪਹਿਲਾਂ ਕਿਹੜਾ ਹੁੰਦਾ ਗਾ, ਪਰਵਾਨੂੰ ਆ ਗਿਆ, ਜਿਹੜਾ ਇੱਥੋਂ ਵੜਦੇ ਨੂੰ ਕਾਲਕਾ ਤੋਂ ਪੰਜੌਰ ਵਾਲਾ ਏਰੀਆ ਦੇਣ ਨੂੰ ਮੰਨ ਗਏ ਸੀ। ਉਹ ਜਸਟਿਸ ਆਪਣੇ ਵਕੀਲ ਨੇ ਬਹੁਤ ਵੱਡੇ ਹਾਈ ਕੋਰਟ ਦੇ, ਖਹਿਰਾ ਸਾਹਿਬ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਂ ਰੀਪ੍ਰੈਜ਼ੈਂਟੇਸ਼ਨ ਦਿੱਤੀ ਸੀ, ਤੁਸੀਂ ਬੋਲੀ ਦਾ ਬਣਾ ਰਹੇ ਹੋ, ਬੋਲੀ ਦੇਖ ਲਓ ਇਹਨਾਂ ਦੀ। ਮਤਲਬ ਉਸ ਗੱਲ ਨੂੰ ਅਸਲ 'ਚ ਕੀ ਸੀਗਾ, ਉਸ ਦੌਰ ਦੇ ਵਿੱਚ ਸਿੱਖਾਂ ਕੋਲ ਮੀਡੀਆ ਸੋਰਸਿਸ ਨਹੀਂ ਸੀਗੇ, ਇਹਨਾਂ ਦੀ ਗੱਲਾਂ ਉਹ ਨਹੀਂ ਸੀਗੀਆਂ, ਅਤੇ ਉਹ ਜਿਹਦਾ ਵੱਡਾ ਪ੍ਰੋਪੇਗੈਂਡਾ ਹੁੰਦਾ ਉਹ ਪ੍ਰੋਪੇਗੈਂਡਾ ਖੜਾ ਕਰਦਾ। TV ਰੇਡੀਓ 'ਤੇ ਜੋ ਪ੍ਰੋਪੇਗੈਂਡਾ ਹੋਇਆ ਹੈ, ਉਸ ਚੀਜ਼ ਨੇ ਮਤਲਬ ਫਾਲਟ ਲਾਈਨ ਕ੍ਰੀਏਟ ਕੀਤੀ ਹੈ। ਤੁਸੀਂ, ਮੈਂ ਲਾਸਟ ਸਵਾਲ ਕਰਨ ਲੱਗਿਆ, ਤੁਸੀਂ ਇਸ ਗੱਲ ਦੇ ਲਈ ਆਸਮੰਦ ਹੋ ਕਿ ਇਹ ਜਿਹੜੀਆਂ ਇੰਨੀਆਂ ਬਾਊਂਡਰੀਜ਼ ਜਿਹੜੀਆਂ ਅਸੀਂ ਦੇਖ ਰਹੇ ਹਾਂ, ਜਿਹੜਾ ਇੱਕ ਰॉ ਕਲਚਰ ਸੀ ਪੰਜਾਬ ਦਾ, ਸਿੱਖਿਜ਼ਮ ਦਾ, ਹੈ ਨਾ, ਇਹਦੇ 'ਤੇ ਸੈਂਸਿਟਾਈਜੇਸ਼ਨ ਹੋ ਸਕਦੀ ਹੈ? ਮਤਲਬ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਆਪਾਂ ਦੋਵੇਂ ਤਾਂ ਕਰ ਰਹੇ ਹਾਂ, ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਚੱਲ ਸਕਦੀ ਹੈ, ਇਹਦੇ 'ਤੇ ਉਹ ਇੰਨਾ ਸੈਂਸਿਟਿਵ ਹੋ ਸਕਦੇ ਆ? ਮਸਲਾ ਤਾਂ ਇਹੀ ਹੁੰਦਾ ਨਾ, ਮਸਲੇ ਤਾਂ ਹਜ਼ਾਰ ਹੁੰਦੇ ਨੇ, ਉਹ 'ਚੋਂ ਕੋਈ ਵੀ ਸਮਾਜ, ਕੋਈ ਵੀ ਧਰਮ, ਕੋਈ ਪੰਜ ਚੱਕ ਕੇ ਉਹਨਾਂ ਨੂੰ ਬਹੁਤ ਸੈਂਸਿਟਿਵ ਹੋ ਜਾਂਦਾ ਉਹਨਾਂ 'ਤੇ, ਕਿ ਨਹੀਂ ਯਾਰ ਇਹ ਮੇਰੇ ਦਿਲ ਦੇ ਮਸਲੇ ਨੇ, ਸਾਡੇ ਮਸਲੇ ਨੇ, ਹੈ ਨਾ। ਕਦੇ ਇਹ ਮਸਲਾ ਵੀ ਇੰਨਾ ਸੈਂਸਿਟਾਈਜ਼ ਹੋ ਸਕਦਾ ਗਾ ਕਿ ਯਾਰ ਅਸੀਂ ਆਪਦੀ ਆਇਡੈਂਟੀਟੀ ਦੀ ਪੋਲਿਟਿਕਸ ਲਈ ਤਾਂ ਲੜ ਰਹੇ ਹਾਂਗੇ, ਪਛਾਣ ਦੀ ਗੱਲ ਤਾਂ ਦੁਨੀਆ 'ਚ ਕਰ ਰਹੇ ਹਾਂ, ਸਾਡੀ ਹੋਂਦ ਦੇ ਖਤਰੇ ਦੀ ਗੱਲ ਕਰ ਰਹੇ ਹਾਂ, ਜੋ ਸਾਡੇ ਵਿਦਨ ਪਛਾਣਾਂ ਨੂੰ ਅਸੀਂ ਨਗੇਟ ਕੀਤਾ ਜਾਂ ਸਪਰੈਸ ਕੀਤਾ, ਜਾਂ ਉਹਨਾਂ ਦੇ ਨਾਲ ਕੋਈ ਡਾਇਲੋਗ 'ਚ ਨਹੀਂ ਆ, ਜਾਂ ਜਿਹੜੇ ਸਾਡਾ ਹੀ ਹਿੱਸਾ ਸੀ ਉਹਨਾਂ ਨੂੰ ਅਸੀਂ ਐਂ ਮੰਨ ਰਹੇ ਜਿਵੇਂ ਬਾਹਰੀ ਹੁੰਦੇ ਨੇਗੇ। ਦੇਖੋ ਇਹ ਕੋਸ਼ਿਸ਼ਾਂ ਵੀ ਹੋ ਰਹੀਆਂ, ਅਤੇ ਦੇਖੋ ਸਿੱਖਾਂ ਦੀ ਇੱਕ, ਜਿੱਦਾਂ ਮਰਜ਼ੀ ਆਪਾਂ ਗੱਲ ਕਰ ਲਈਏ, ਸਿੱਖਾਂ ਦੀ ਇੱਕ ਖਾਸੀਅਤ ਹੈ, ਮਾੜੇ ਦੌਰ ਦੇ ਤੋਂ ਬਾਅਦ ਫਿਰ ਇਹ ਲਾਮਬੰਦ ਜ਼ਰੂਰ ਹੋ ਜਾਂਦੇ ਆ, ਅਤੇ ਮਤਲਬ ਢਹਿੰਦੇ ਵੀ ਹੈ, ਫਿਰ ਖੜ੍ਹੇ ਹੋ ਜਾਂਦੇ ਆ। ਉਹ ਜਿਹੜਾ ਸਪਿਰਿਟ ਹੈ ਨਾ, ਇੱਕ ਸਮੂਹਕਤਾ ਦੇ ਵਿੱਚ ਉਹ ਕਿਤੇ ਨਾ ਕਿਤੇ ਐਲੀਮੈਂਟ ਹੈਗਾ। ਮੈਨੂੰ ਲੱਗਦਾ ਵੀ ਮੁੜ ਕੇ ਗੱਲ ਹੋਊਗੀ। ਅਸਲ 'ਚ ਤਾਂ ਗੱਲ ਕਿੱਥੇ ਹੋ ਰਹੀ ਹੈ ਵੀ ਇਸ ਟਾਈਮ ਜਿਹੜੇ ਸਿੱਖ ਮਹਿਸੂਸ ਕਰ ਰਹੇ ਉਹ ਲੀਡਰਲੈਸ ਆਪਣੇ ਆਪ ਨੂੰ ਜ਼ਿਆਦਾ ਮਹਿਸੂਸ ਕਰ ਰਹੇ ਆ, ਅਤੇ ਉਹਦੇ ਚੱਕਰ 'ਚ ਹੀ ਉਹ ਕਦੀ ਪੋਲੀਟੀਕਲੀ ਉਹ ਕੁਛ ਹੋਰ ਦੇਖਦੇ ਆ, ਜਾਂ ਕੋਈ ਐਕਸਪੈਰੀਮੈਂਟ ਕਰਦੇ। ਜਿਹੜੇ ਲੀਡਰ ਆਉਂਦੇ ਵੀ ਨੇ, ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਜਿਹੜੇ ਵੀ ਲੀਡਰ ਆਉਂਦੇ ਨੇਗੇ,
ਉਹਨਾਂ ਦਾ ਵਿਜ਼ਨ ਵੀ ਤਾਂ ਇਹ ਨਹੀਂ ਹੈਗਾ। ਗੰਗਵੀਰ ਆਪਾਂ ਪਿਛਲੇ 2-3 ਦਹਾਕਿਆਂ ਦੀ ਆਪਾਂ ਵੰਡ ਤੋਂ ਬਾਅਦ ਦੀ ਗੱਲ ਕਰ ਲਈਏ ਜਾਂ ਖਾਸ ਤੌਰ 'ਤੇ 66 ਤੋਂ ਬਾਅਦ ਦੀ ਗੱਲ ਕਰ ਲਈਏ, ਚਾਹੇ ਉਹ ਮੇਨ ਸਟ੍ਰੀਮ ਲੀਡਰ ਹੋਣ, ਚਾਹੇ ਉਹ ਕਿਸੇ ਮੂਵਮੈਂਟ ਦੇ ਹੋਣ, ਉਹਨਾਂ 'ਚ ਕੀ ਇਹ ਸੈਂਸਿਟਾਈਜੇਸ਼ਨ ਹੈ ਸੀ ਇਸ ਲੈਵਲ ਤੱਕ? ਮੈਂ ਤਾਂ ਕਿਤੇ ਦੇਖਿਆ ਨਹੀਂ ਉਹ ਇਹਨਾਂ ਗੱਲਾਂ ਪ੍ਰਤੀ ਸੈਂਸਿਟਿਵ ਨੇ। ਕਿਉਂਕਿ ਕਈਆਂ ਨੇ ਇਸ ਗੱਲ ਦੇ ਬਿਲਕੁਲ ਉਲਟੇ ਜਾ ਕੇ ਸਟੈਂਡ ਲਿਆ ਜਿਹੜੀਆਂ ਆਪਾਂ ਗੱਲਾਂ ਕਰ ਰਹੇ, ਉਹਨਾਂ ਨੇ ਇਸ ਗੱਲ ਨੂੰ ਹੋਰ ਬ੍ਰੇਕ ਕੀਤਾ। ਅਸਲ 'ਚ ਦਿੱਕਤ ਹੁਣ ਤੱਕ ਦੀ ਗੱਲ ਕਰ ਰਿਹਾ ਮੈਂ ਇਹਨਾਂ ਦਿਨ ਦੱਸ ਰਿਹਾ ਦਿੱਕਤ ਕੀ ਆ ਰਹੀ ਹੈ ਪੰਜਾਬ ਨੂੰ, ਜਿਹੜਾ ਮੈਂ ਸਮਝਣ ਦੀ ਕੋਸ਼ਿਸ਼ ਕਰਦਾ। ਪੰਜਾਬ 'ਚ ਦਿੱਕਤ ਆ ਰਹੀ ਹੈ, ਪੋਲੀਟੀਕਲ ਥੋਟ ਪ੍ਰੋਸੈਸ ਮਰ ਗਿਆ ਹੈ। ਇੱਕ ਯੂਨੀਵਰਸਿਟੀ ਤੋਂ, ਸਕੂਲ ਤੋਂ ਲੀਡਰਸ਼ਿਪ ਆਉਣੀ ਸੀਗੀ, ਮਾਸਟਰਸ 'ਚੋਂ ਨੌਜਵਾਨੀ ਦੀ ਲੀਡਰਸ਼ਿਪ ਆਉਣੀ ਸੀ, ਉਹ ਬਿਲਕੁਲ ਆਉਣੀ ਬੰਦ ਹੋ ਗਈ। ਉਹਦੇ ਨਾਲ ਫਿਰ ਸਾਨੂੰ ਜੋ ਕੁਝ ਮਿਲ ਰਿਹਾ, ਉਹ ਸਾਰੇ +2 ਵਾਲੇ ਆਈਲੈਟਸ ਕਰਕੇ ਬਾਹਰ ਨੂੰ ਜਾ ਰਹੇ ਨੇ। ਉਹ ਕਿਉਂਕਿ ਸਾਡਾ ਬ੍ਰੇਨ ਡਰੇਨ ਹੋ ਰਿਹਾ। ਹੁਣ ਜਿੰਨੇ ਦਾ ਇੱਥੇ ਆ ਕੇ ਰਾਜ ਕਰਨਾ ਸੀਗਾ, ਰੋਟੀ ਦੀ ਲਾਲੇ ਪਏ ਨੇ, ਉਹ ਵਿਚਾਰਾ ਕਿੰਨਾ ਕੁ ਪੜੂ, ਕਿੰਨਾ ਜਿਹੜਾ ਥੋੜਾ ਸਮਰੱਥ ਸੀਗਾ ਉਹ ਸਾਰਾ ਬਾਹਰ ਤੁਰਿਆ ਜਾ ਰਿਹਾ। ਉਹ ਸਮਰੱਥ ਨਹੀਂ ਵਿਹਲੇ ਹੋ ਕੇ ਕੋਈ PhD ਕਰਨੀ ਸੀ, ਕੋਈ ਪੜ੍ਹਨਾ। ਚਲੋ ਆਪਾਂ, ਮੈਂ ਨਹੀਂ ਕਹਿੰਦਾ PhD ਕਰਨ ਨਾਲ ਕੋਈ ਗਿਆਨੀ ਹੋ ਜਾਂਦਾ, ਹਨਾ, PhD ਤੋਂ ਬਿਨਾਂ ਵੀ ਗਿਆਨੀ ਹੋ ਸਕਦਾ ਕੋਈ ਰॉ ਬੰਦਾ। ਪਰ ਉਹ ਜਿਹੜਾ ਸਮਾਂ, ਜੇ ਮੈਂ ਕਹਾਂ ਜਿਹੜਾ ਸਮਾਂ ਦੇਣਾ ਗਾ ਕਿ 8-10 ਸਾਲ ਤੁਸੀਂ ਆਪਦੇ ਆਪ ਨੂੰ ਤਿਆਰ ਕਰਨ ਲਈ ਦਿੰਦੇ ਹੋ। ਜਿਵੇਂ ਕੋਈ ਵੀ ਬੰਦਾ, ਕੋਈ ਚੰਗਾ ਜਰਨਲਿਸਟ ਆ, ਕੋਈ ਚੰਗਾ ਵਿਦਵਾਨ ਆ, ਉਹ ਆਪਦੀ ਲਾਈਫ ਦੇ 10-15 ਸਾਲ ਦਿੰਦਾ ਉਹਦੇ ਆਪ ਨੂੰ। ਉਹ ਐਂ ਨਹੀਂ ਖੜਾ ਹੋ ਜਾਂਦਾ ਹਵਾ 'ਚ। ਜਦੋਂ ਖੜਾ ਹੋ ਜਾਂਦਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਇਹ ਕਿਵੇਂ ਖੜਾ ਹੋ ਗਿਆ, ਪਰ ਉਹਨੇ ਕਿਤੇ ਨਾ ਕਿਤੇ ਉਹ ਹਾਰਡ ਵਰਕ, ਕਿਤੇ ਮੁਸ਼ੱਕਤ, ਗਿਆਨ ਦੀ ਕਿਸੇ ਵੀ ਗੱਲ ਦੀ ਕੀਤੀ ਹੁੰਦੀ ਹੈਗੀ। ਉਹ ਮੈਨੂੰ ਲੱਗਦਾ ਨਹੀਂ ਰਿਹਾ ਹੁਣ। ਅਸਲ 'ਚ ਉਹੀ ਤਾਂ ਕਹਿ ਰਹੇ ਵੀ ਉਹ ਜਿਹੜਾ ਇੱਕ ਲੀਡਰਸ਼ਿਪ ਯੂਨੀਵਰਸਿਟੀਆਂ 'ਚੋਂ ਨਿਕਲ ਕੇ ਆਉਣਾ ਸੀ, ਯੂਥ ਲੀਡਰਸ਼ਿਪ ਆਉਣਾ ਸੀ, ਨਾ ਤਾਂ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਲੈ ਕੇ ਆ ਰਹੀਆਂ, ਉਹ ਸਾਰੀਆਂ ਮੂਵਮੈਂਟਸ ਦਾ ਕ੍ਰਾਈਸਿਸ ਆ ਰਿਹਾ। ਹੁਣ ਉਹਦੇ ਵਿੱਚੋਂ ਹੀ ਤਾਂ ਕਿਉਂਕਿ ਕੁਛ ਸਿਰਜਣਾ ਸੀਗਾ, ਯੂਥ ਨਹੀਂ ਆ ਕੇ ਸਭ ਕੁਝ ਉਹ ਹੋਣਾ ਸੀ। ਹੁਣ ਯੂਥ ਹੀ ਵਿਦਾਵਾ ਦੇ ਕੇ ਚਲਾ ਗਿਆ, ਜਾਂ ਉਹ ਦਿਸ਼ਾਹੀਨ ਹੋ ਗਿਆ, ਜਾਂ ਇਸ ਧਰਤੀ ਤੋਂ ਆਸੀਨ ਹੋ ਕੇ ਚਲਾ ਜਾ ਰਿਹਾ ਹੈ। ਉਹ ਇਹ ਨਹੀਂ ਹੈ ਕਿ ਉਹ ਸ਼ੌਂਕ ਨਾਲ ਜਾ ਰਿਹਾ, ਉਹਨੂੰ ਅਹਿਸਾਸ ਹੋ ਗਿਆ। ਔਰ ਦੂਸਰੀ ਗੱਲ ਇਹ ਹੈ ਵੀ ਇਹਦੇ ਵਿੱਚ ਸਾਡਾ ਜਿਹੜਾ ਲੀਡਰ ਹੈ ਬੈਠੇ ਜਮਾਤ 'ਤੇ, ਉਹ ਚਾਹੇ ਮਤਲਬ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਕਹਿ ਰਹੇ ਕਿਉਂਕਿ ਉਹ ਦਾਅਵੇਦਾਰ ਹੈ, ਸਿੱਖਾਂ ਦੇ ਦਾਅਵੇਦਾਰ ਹੈ, ਕਲੇਮ ਰਿਹਾ ਉਹਨਾਂ। ਹਾਂ, ਉਹਨਾਂ ਦੇ ਵਿੱਚ ਥੋਟ ਦੇ ਲੈਵਲ 'ਤੇ ਮਤਲਬ ਬਹੁਤ ਵੱਡਾ ਨੁਕਸਾਨ ਹੋਇਆ। ਉਹਨਾਂ ਦੇ ਥੋਟ 'ਚੋਂ ਇਹ ਚੀਜ਼ਾਂ ਨਹੀਂ ਆ ਰਹੀਆਂ। ਪੰਜਾਬ ਦੀ ਦਾਅਵੇਦਾਰੀ, ਮੈਂ ਕਿਸੇ ਨਾ 2-3 ਦਿਨ ਪਹਿਲਾਂ ਇੱਕ ਅਕਾਲੀ ਦਲ ਦੇ ਪੋਲੀਟੀਸ਼ੀਅਨ ਨੂੰ ਹੀ ਮਿਲਣ ਦਾ ਮੌਕਾ ਮਿਲਿਆ। ਬਹੁਤ ਵੱਡਾ ਘਰ ਹੈ ਉਹਨਾਂ ਦਾ, ਬੱਚਾ ਬਾਹਰ ਹੈ ਅਤੇ ਬਿਜ਼ਨਸ ਹੈ ਉਹਨਾਂ ਦਾ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰਦਾਰ ਸਾਹਿਬ, ਮੈਂ ਗੱਲ ਕਹਿੰਦੇ ਚੰਗਾ ਨਹੀਂ ਲੱਗਦਾ ਵੀ ਤੁਸੀਂ, ਮੈਂ ਕਿਹਾ ਮੈਂ ਤੁਹਾਨੂੰ ਇਹ ਸਵਾਲ ਇਸ ਕਰਕੇ ਕਰ ਰਿਹਾ ਵੀ ਤੁਸੀਂ ਅਕਾਲੀ ਦਲ ਨਾਲ ਜੁੜੇ ਹੋਏ ਹੋ। ਇਹ ਪੰਜਾਬ ਦੀ ਜਿਹੜੀ ਆਹ ਜ਼ਮੀਨ ਹੈ, ਪੰਜਾਬ ਦੀ ਜਾਇਦਾਦ ਹੈ, ਇਹਨੂੰ ਆ ਕੇ ਸਾਂਭੂਗਾ ਕੌਣ? ਬੱਚੇ ਤਾਂ ਸਾਰਿਆਂ ਦੇ ਬਾਹਰ ਜਾ ਰਹੇ ਆ। ਅਤੇ ਇਹ ਫਿਰ ਅੱਗੇ ਗੱਲ ਇਹ ਹੈ, ਮੈਂ ਕਿਹਾ ਜਾਇਦਾਦ ਤਾਂ ਪਾਸੇ ਹੈ, ਇਲੈਕਸ਼ਨ ਕਿੰਨੇ ਲੜਨੇ ਆ ਕੇ? ਜੇ ਸਿੱਖਾਂ ਦੇ ਵਿੱਚੋਂ ਹੀ ਇਹ ਚੀਜ਼ ਹੋ ਗਈ ਵੀ ਲੀਡਰ ਕੌਣ ਆ ਕੇ ਬਣੂਗਾ, ਜੇ ਸਾਰੇ ਸਿੱਖ ਹੀ ਬਾਹਰ ਚਲੇ ਗਏ ਤਾਂ ਇੱਥੇ ਕੌਣ? ਪੰਥ ਪ੍ਰਕਾਸ਼ 'ਚ ਇਹੀ ਜ਼ਿਕਰ ਹੈ ਵੀ ਜਦੋਂ ਸਿੱਖਾਂ ਨੇ ਰਾਜ ਮੰਗਿਆ ਸੀ ਤਾਂ ਕਿਹਾ ਸੀ ਜੀ ਵਾਰ-ਵਾਰ ਰਾਜ ਇਹੀ ਮੰਗਿਆ। ਉਹ ਮਹਾਰਾਜ ਕਹਿੰਦੇ ਦੁਨੀਆ ਦਾ ਰਾਜ ਦੇਣਾ, ਉਹ ਕਹਿੰਦੇ ਮਹਾਰਾਜ ਸਾਨੂੰ ਤਾਂ ਪੰਜਾਬ ਦਾ ਦੇ ਦਿਓ। ਜੇ ਹੁਣ ਇਹ ਵੀ ਦਾਅਵੇਦਾਰੀ ਸਾਡੇ ਕੋਲੋਂ ਜਾਂਦੀ ਰਹੀ ਤਾਂ ਇੱਥੇ ਰਾਜ ਕੌਣ ਕਰੂਗਾ? ਸੋ ਇਹ ਸੋਚਣਾ ਪਊਗਾ। ਜਿਹਨੇ ਜਿਹੜੀ ਉੱਥੇ ਜਾਂਦਾ, ਜਿਹੜਾ ਉੱਥੇ ਜੰਮਦਾ, ਉਹ ਤਾਂ ਆਉਂਦਾ ਨਹੀਂ ਇੱਥੇ, ਨਾ ਉਹਦਾ ਕੋਈ ਕਨੈਕਸ਼ਨ ਹੈ ਇੱਥੇ। ਦੇਖੋ ਆਇਆ ਵੀ ਨਹੀਂ ਜਾਂਦਾ। ਤੁਸੀਂ ਇਹ ਦੇਖ ਲਓ, ਮੈਂ ਦੇਖ ਕੇ ਆਇਆ ਕੋਈ ਉਹਨਾਂ ਦਾ ਇੱਕ ਚੀਜ਼ ਹੈ, ਪ੍ਰਵਾਸ ਸਿੱਖਣੀ, ਥੋੜਾ ਧਰਮ ਜਾਣ ਲੈਣਾ ਬਸ ਦਾ ਮਾਡਲ ਹੈ। ਆਪਾਂ ਹੁਣ ਦੇਖੀਏ ਕਿ ਤੁਸੀਂ ਪਿੰਡ ਤੋਂ ਆ ਕੇ ਇੱਥੇ ਬੈਠੇ, ਚੰਡੀਗੜ੍ਹ 'ਚ ਐਸਟੈਬਲਿਸ਼ ਹੋ ਕੇ ਬੈਠੇ ਆ, ਜੇ ਤੁਹਾਨੂੰ ਲੱਗੇ, ਮੰਨ ਲਓ ਕਿ ਤੁਹਾਡੇ ਬੱਚੇ ਕੱਲ੍ਹ ਨੂੰ ਇੱਥੋਂ, ਉਹਦਾ ਮੁੜ ਕੇ ਪਿੰਡ 'ਚ ਜਾ ਕੇ ਬਹਿਣਾ ਮੁਸ਼ਕਿਲ ਹੋਊਗਾ। ਸੋ ਬੰਦੇ ਨੂੰ ਪ੍ਰਵਾਸ ਇਸ ਜੋਗਾ ਛੱਡਦਾ ਹੀ ਨਹੀਂ। ਜੇ ਉਹ ਭਾਵੇਂ ਸੋਚੇ ਕਿ ਮੈਂ ਪਿੰਡ ਜਾਣਾ, ਉਹ ਘਰ ਵੀ ਬਣਾਊਗਾ ਜਾਂ ਬਿਹਤਰ, ਪਰ ਉਹਦੀ ਦੂਜੀ ਜਾਂ ਤੀਜੀ ਪੀੜ੍ਹੀ ਲਈ ਉਹ ਉਸ ਚੀਜ਼ ਨਾਲ ਉਹ ਮੋਹ ਨਹੀਂ ਰਹੂਗਾ। ਮੈਂ ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਪ੍ਰਵਾਸ ਦੀ ਗੱਲ ਹੁੰਦੀ ਹੈ ਕਿ ਤੁਹਾਡੀਆਂ ਕੁੱਲਾਂ ਚੱਲੀਆਂ ਆ ਰਹੀਆਂ ਸਦੀਆਂ, ਜਿਹੜੀ ਤੁਸੀਂ ਗੱਲ ਕੀਤੀ, ਜਮਾਂ ਤੁਸੀਂ ਮੇਰੇ ਦਿਲ ਦੀ ਗੱਲ ਕੀਤੀ। ਕਿ ਮੈਂ ਜਦੋਂ ਐਂ ਸੋਚਦਾ, ਮੇਰੇ ਕੋਲ ਬਹੁਤ ਮੌਕੇ ਸੀਗੇ ਬਾਹਰ ਜਾਣ ਦੇ, ਅੱਜ ਤੋਂ 10-12 ਸਾਲ ਪਹਿਲਾਂ ਵੀ, 15 ਸਾਲ ਪਹਿਲਾਂ ਵੀ, ਅਤੇ ਮੈਂ ਮਤਲਬ ਮੂਡ ਵੀ ਬਣਾਇਆ ਜਾਣ ਦਾ ਇੱਕ ਵਾਰ, ਅਤੇ ਪੂਰਾ ਐਂ ਸਾਰਾ ਤਿਆਰੀ ਵੀ ਹੋ ਗਈ ਜਮਾਂ। ਮੈਂ ਐਂਡ 'ਤੇ ਜਾ ਕੇ ਕਿਹਾ, ਮਤਲਬ ਕਿਰਪਾ ਹੋ ਗਈ ਪਰਮਾਤਮਾ ਦੀ, ਮੈਂ ਨਹੀਂ ਗਿਆ, ਜਿਹੜਾ ਮੈਨੂੰ ਬਾਅਦ 'ਚੋਂ ਲੱਗਦਾ ਬਹੁਤ ਵਧੀਆ ਮੇਰਾ ਫੈਸਲਾ ਸੀਗਾ। ਜੇ ਮੈਂ ਚਲਾ ਜਾਂਦਾ, ਮੈਂ ਆਪਦੇ ਆਪ ਨੂੰ ਐਂ ਨਾ ਦੇਖਦਾ ਜਿਵੇਂ ਮੈਂ ਹੁਣ ਦੇਖਦਾ ਗਾ, ਅਤੇ ਇੱਕ ਇੰਟਰਨੈਸ਼ਨਲ ਮਾਰਕੀਟ ਦੀ ਮੈਂ ਲੇਬਰ ਬਣ ਕੇ ਰਹਿ ਜਾਂਦਾ। ਜੇ ਮੈਂ ਕਹਾਂ ਇੰਟਰਨੈਸ਼ਨਲ ਮਾਰਕੀਟ ਦੀ ਲੇਬਰ ਜ਼ਿਆਦਾਤਰ ਲੋਕ ਨੇ ਉੱਥੇ, ਅਤੇ ਉਹ ਮੈਂ ਦੇਖਦਾ, ਮੇਰੇ ਮਨ 'ਚ ਇੱਕੋ ਗੱਲ ਜ਼ਿਆਦਾ ਆਉਂਦੀ ਹੁੰਦੀ ਸੀ, ਜਦੋਂ ਜਮਾਂ ਇੱਕ ਵਾਰ ਤਿਆਰੀ ਹੋ ਗਈ, ਮਤਲਬ ਵੀਜ਼ਾ ਆਉਣਾ ਅਤੇ ਮੈਂ ਜਾਣਾ ਹੈਗਾ, ਹੈ ਨਾ। ਅਤੇ ਮੈਂ ਇੱਕੋ ਗੱਲ ਇਮੋਸ਼ਨਲ ਹੁੰਦਾ ਸੀਗਾ ਵੀ ਮੇਰਾ ਦਾਦਾ, ਪੜਦਾਦਾ, ਹੈ ਨਾ, ਸਾਡੀਆਂ ਕਿੰਨੀਆਂ ਕੁੱਲਾਂ ਦਾ ਜ਼ਿਕਰ ਅਸੀਂ 1000 ਵਾਰ ਕਰਦੇ ਆਂਗੇ।
ਮੈਂ ਉਹ ਕੁੱਲਾਂ ਦੇ ਖਾਤਮੇ ਦੀ ਕਹਾਣੀ ਲਿਖੂੰ। ਹਾਂ। ਮੇਰੀ ਅਗਲੀ ਪੀੜ੍ਹੀ ਲਿਖ ਦੂ, ਮੈਂ ਜਿਉਂਦਾ ਨਹੀਂ ਹੂੰ, ਅਲੱਗ ਗੱਲ ਆ। ਮੈਥੋਂ ਨਹੀਂ ਲਿਖੀ ਜਾਣੀ ਉਹ ਨਾ, ਮੇਰੀਆਂ ਕੁੱਲਾਂ ਦੇ ਖਾਤਮੇ ਦੀ ਕਹਾਣੀ। ਉਹ ਮੈਨੂੰ ਜਿਨ੍ਹਾਂ ਨੂੰ ਅਸੀਂ ਉਹ ਪੰਚਨਾਮਾ ਕਢਾ ਕੇ ਲਿਆਉਂਦੇ ਨਾ, ਆਪਾਂ ਹਰਿਦੁਆਰ ਤੋਂ ਕਢਾ ਕੇ ਲਿਆਉਂਦੇ ਹਾਂ, ਉਹ ਸਾਰਾ ਅਸੀਂ ਕਢਾਇਆ ਹੋਇਆ ਹੈਗਾ, ਹੈ ਨਾ, ਵੀ ਸਾਡਾ ਪਹਿਲਾ ਕੌਣ ਸੀ ਬਾਬਾ, ਫਿਰ ਹੈ ਨਾ ਸਾਰੇ ਉਹ, ਹੈ ਨਾ, ਬਾਬਾ ਮਤਲਬ ਦਾਦਾ ਜੈਬ ਸਿੰਘ, ਕਰਮ ਸਿੰਘ, ਫਿਰ ਉਹ ਸਾਰਾ ਲਾਣਾ, ਹੈ ਨਾ, ਅਤੇ ਵੀ ਅਸੀਂ ਗੱਲਾਂ ਉਹ ਸਾਰੀਆਂ, ਅਤੇ ਇੱਥੇ ਉਹ ਮੈਨੂੰ ਲੱਗਦਾ ਹੁੰਦਾ ਜਿਹੜੀ ਕੁੱਲ ਜਿਹੜਾ ਬਾਹਰ ਚਲਾ ਜਾਂਦਾ ਬੰਦਾ, ਉਹਦੀ ਕੁੱਲ ਖਤਮ ਹੋ ਜਾਂਦੀ ਹੈ ਇੱਕ ਤਰ੍ਹਾਂ। ਹਾਂ, ਹੁਣ ਸਾਡੇ ਨਾ ਪਿੰਡ ਤੋਂ ਜਿਹੜੇ ਮੁਸਲਮਾਨ ਉੱਥੇ ਹੁਣ ਅਲੱਗ ਗੱਲ ਆ, ਜਿਹੜੀਆਂ ਇੱਥੇ ਜੜ੍ਹਾਂ ਨੇ, ਇੱਥੇ ਜਿਹੜਾ ਇੱਕ ਇੰਨਾ ਵੱਡਾ ਇੱਕ ਹਿਸਟਰੀ ਹੈ, ਹਾਂ, ਉਹ ਸਾਰੀ ਖਤਮ ਹੋ ਗਈ। ਸਾਡੇ ਨਾ ਪਿੰਡ ਦੇ ਜਿਹੜੇ ਚੌਧਰੀ ਸੀ ਇੱਥੇ ਦੇ ਮੁਸਲਮਾਨ ਰਾਜਪੂਤ ਘੋੜਵਾਹੇ, ਉਹ ਪਾਕਿਸਤਾਨ ਬੈਠੇ ਆ, ਜਾਂ ਪਾਕਿਸਤਾਨ ਤੋਂ ਅਮਰੀਕਾ ਵੀ ਚਲੇ ਗਏ ਆ। ਉਹ ਬੰਦੇ 11ਵੀਂ ਸਦੀ 'ਚ ਆਏ ਸੀ ਜੈਪੁਰ ਤੋਂ, ਕੱਛਵਾਹੇ ਸੀਗੇ, ਘੋੜਵਾਹੇ, ਅਤੇ ਉਹਨਾਂ ਦੀ 1000 ਸਾਲ ਦੀ ਹਿਸਟਰੀ ਸਾਡੇ ਰਾਹੋਂ ਨਾਲ ਹੈ ਜੁੜੀ ਹੋਈ। ਉਹ 100 ਸਾਲ ਦੇ ਜਾਂ 75 ਸਾਲ ਦੇ ਵਕਫੇ ਨੂੰ ਉਹ ਦੇਖਦੇ ਆ ਵੀ ਅਸੀਂ ਤਾਂ ਹੈ, ਵੀ ਸਾਡੇ ਬਜ਼ੁਰਗ ਇਹੀ ਕਹਿੰਦੇ ਰਹੇ ਵੀ ਦੇਸ਼ ਤਾਂ ਉਹ ਹੈ। ਹੁਣ ਇੱਕ ਬੀਬੀ ਪਿਛਲੇ ਸਾਲ ਡੈਥ ਹੋ ਗਈ 95-96 ਸਾਲ ਦੀ, ਵੀ ਦੇਸ਼ ਤਾਂ ਉਹ ਹੈ, ਮੈਨੂੰ ਤਾਂ ਗਲੀਆਂ ਚੇਤੇ ਆ ਕਹਿੰਦੀ ਦੇਸ਼ ਦੀਆਂ। ਤਾਂ ਮਤਲਬ ਤੁਹਾਡਾ ਜਦੋਂ ਇਹੋ ਜਿਹੇ ਲੋਕਾਂ ਨਾਲ ਉਹ ਹੁੰਦਾ ਤਾਂ ਕਿਤੋਂ ਨਾ ਕਿਤੋਂ ਤੁਹਾਡੀ ਸੈਂਸਿਟੀਵਿਟੀ ਵੀ ਜਾਗਦੀ ਹੈ, ਵੀ ਉਹ ਦੇਖਦੇ ਆ ਵੀ ਕਹਿੰਦੇ ਵੀ ਸਾਡੇ ਤਾਂ ਜਿਹੜੀ ਇਸ ਧਰਤੀ ਦੀ ਮਿੱਟੀ ਬਣੇ ਆ ਜਿਹੜੇ ਬਜ਼ੁਰਗ ਆ, ਵੀ 1000 ਸਾਲ ਤੋਂ ਇੱਥੇ ਹੀ ਪਏ ਆ, ਵੀ ਸਾਡਾ ਮੁਲਕ ਦੇਸਾਂ ਦਾ ਸੀ, ਮਾਲਵੇ ਨੂੰ ਦੇਸ਼ ਨਾ, ਉਹ ਦੁਆਬੇ ਬਾਰੇ ਹੈਗਾ ਕਿ ਛੱਡ ਕੇ ਦੇਸ਼ ਦੁਆਬਾ ਅੰਬੀਆਂ ਨੂੰ ਤਰਸੇ। ਉਹ ਐਵੇਂ ਥੋੜੀ ਬਣੀਆਂ ਨੇ ਉਹ। ਬਿਲਕੁਲ, ਬੰਦਾ ਕੁਛ ਨਾ ਕੁਛ ਤਾਂ ਆਪਦੇ ਪਿੱਛੋਂ ਦੇਖੂਗਾ ਵੀ ਬੰਦਾ ਬੂਟਾ ਕਿੱਥੇ ਦਾ। ਹੁਣ ਕਹਿੰਦੇ ਆ ਨਾ ਵੀ ਉਹ ਵੀ ਜਿਹੜੇ ਉਹ ਤੇਂਦੂਏ ਲੈ ਕੇ ਆਏ ਸੀਗੇ ਉੱਥੋਂ ਜਾਂ ਚੀਤੇ, ਵਿਚਾਰੇ ਚਲੇ ਗਏ, ਕਿਉਂਕਿ ਉਹਨਾਂ ਦੀ ਬਲੱਡ ਲਾਈਨ ਵੀ ਇਹ ਸਮੱਸਿਆ ਆ ਰਹੀ ਹੈ ਗੰਭੀਰ। ਤੁਸੀਂ ਦੇਖੋ ਉੱਥੇ ਆਪਣਾ ਟ੍ਰੈਡੀਸ਼ਨ, ਆਪਾਂ ਇੰਨੀ ਬਰਫ਼ 'ਚ ਰਹਿਣ ਵਾਲੇ ਲੋਕ ਨਹੀਂ ਹੈਗੇ। ਹੁਣ ਬਹੁਤ ਸਾਰੀਆਂ ਥਾਵਾਂ ਜਿੱਥੇ ਲੋਕ ਜਾ ਰਹੇ ਨੇ, ਯੂਰਪ 'ਚ, ਵੈਸਟ 'ਚ, ਉੱਥੇ ਬਰਫ਼ ਹੀ ਬਰਫ਼ ਆ। ਮੈਨੂੰ ਤਾਂ ਭਾਸ਼ਾ ਐਂ ਲੱਗਦਾ, ਜਦੋਂ ਮੈਂ ਦਿੱਲੀ ਹੁੰਦਾ ਸੀ, ਤੁਹਾਡੇ ਆਲੇ ਦੁਆਲੇ ਕੰਨਾਂ 'ਚ ਹਿੰਦੀ ਪਈ ਜਾਂਦੀ ਹੈ, ਬੜੇ ਬੇਗਾਨਗੀ ਦਾ ਅਹਿਸਾਸ ਹੁੰਦਾ ਸੀ। ਦਿੱਲੀ ਮੂਲ ਤੱਤ ਜਿਹੜਾ ਇੱਥੇ ਦਾ, ਉੱਥੇ ਤੁਹਾਡੇ ਕੰਨਾਂ 'ਚ ਜਦੋਂ ਚਲੋ ਕਈ ਥਾਵਾਂ 'ਤੇ ਪੰਜਾਬੀ ਜ਼ਿਆਦਾ ਹੋ ਗਏ, ਪਰ ਤੁਹਾਨੂੰ ਇੱਕ ਉੱਥੋਂ ਦੇ ਮੌਸਮ 'ਚ, ਉੱਥੋਂ ਦੇ ਮਾਹੌਲ 'ਚ ਬੇਗਾਨਗੀ ਆ। ਹਾਂ, ਮੈਂ ਉਹੀ ਕਹਿ ਰਿਹਾ ਵੀ ਇਸ ਧਰਤੀ ਦੀ ਜਿਹੜਾ ਬੰਦਾ ਸੈਂਸਿਟਿਵ ਆ, ਮੈਨੂੰ ਲੱਗਦਾ ਉਹਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ। ਮਤਲਬ ਇਸ ਧਰਤੀ ਦਾ ਜਿਹੜਾ ਪਾਣੀ ਪੀਤਾ ਹੈ, ਘਰੋਂ ਨਿਕਲਿਆ ਡੱਬਾ ਲੈ ਕੇ ਰੋਟੀ ਵਾਲਾ, ਬੈਠਿਆ ਕਿਸੇ ਚੀਜ਼ ਦੇ ਤੇ ਸਾਰਾ ਲਾ ਗਿਆ, ਜਿਹੜਾ ਬੰਦਾ ਸੋਚਦਾ ਸਮਝਦਾ ਉਹਨੂੰ ਉਹਦਾ ਅਹਿਸਾਸ ਹੁੰਦਾ। ਹਾਂ, ਵੀ ਆਪਾਂ ਇੱਥੇ ਤਾਂ ਪਾਣੀ ਪੀਤਾ ਹੈ, ਜਾਂ ਇਸ ਧਰਤੀ ਦੀ ਰੋਟੀ ਖਾਧੀ ਹੈ, ਤੇ ਸਾਨੂੰ ਲੱਗਦਾ ਵੀ ਇਸ ਧਰਤੀ ਨਾਲ ਜਿਹੜਾ ਮੂਲ ਸਾਡਾ ਉਹ ਜੁੜਿਆ। ਹੁਣ ਉਹ DNA ਵਾਲੀ ਰੇਸ ਦੀ ਪਿਓਰਟੀ ਨਹੀਂ, ਅਸਲ 'ਚ ਤਾਂ ਸਾਡਾ ਜਿਹੜਾ ਰਿਸ਼ਤਾ ਇਸ ਪੌਣ ਪਾਣੀ ਨਾਲ ਹੈ, ਇਸ ਧਰਤੀ ਦੀ ਅਸੀਂ ਰੋਟੀ ਖਾਂਦੇ ਹਾਂ ਜਾਂ ਮਿੱਟੀ ਨਾਲ ਉਹ ਹੈ, ਉਹ ਜੁੜਦਾ। ਉਹ ਸਾਨੂੰ ਕਦੀ ਦੁਨੀਆ ਦੀ ਹੋਰ ਥਾਂ ਨਹੀਂ ਦੇ ਸਕਦੀ, ਉਹ ਇਹੀ ਹੈ। ਉਹ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਮੈਂ ਪੰਜਾਬ ਬਾਰੇ ਸੋਚਦਾ ਹੁੰਦਾ ਵੀ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਦੁਆਬਾ ਤਾਂ ਗੜ੍ਹ ਰਹੇ ਆ ਨਾ, ਵੀ 100 ਸਾਲ ਪਹਿਲਾਂ ਤੋਂ ਹੀ ਮਾਈਗ੍ਰੇਸ਼ਨ ਹੈ, ਵੀ ਐਡੇ ਐਡੇ ਹਵੇਲੀਆਂ ਦੇਖਦਾ ਪੁਰਾਣੀਆਂ ਹੀ, ਰੋਣਾ ਹੁੰਦਾ ਉਹਨਾਂ ਨੂੰ ਵੀ ਉਹ ਦੇਖ ਕੇ ਨਹੀਂ ਵੀ ਇਹ ਬੰਦੇ ਦੇ ਨਾ ਘਰ, ਕਿਉਂਕਿ ਹਰੇਕ ਦਾ ਸੁਪਨਾ ਹੁੰਦਾ, ਉਹ ਆਖਰੀ ਉਹ ਵੱਡਾ ਹੁੰਦਾ ਵੀ ਘਰ ਕਿੱਡੀ ਰੀਝ ਨਾਲ ਬਣਦਾ। ਵੀ ਜਦ ਉਸ ਘਰ ਦਾ ਵਾਰਿਸ ਹੀ ਨਹੀਂ ਹੋਊਗਾ, ਕੋਈ ਸੰਭੂਗਾ ਨਹੀਂ, ਉਹ ਕਲਰ ਹੀ ਹੈ। ਘਰ ਬੰਦਾ ਬੰਦਿਆਂ ਨਾਲ, ਬੰਦੇ ਨਹੀਂ ਰਹੂਗੇ, ਜ਼ਮੀਨ ਤਾਂ ਚਲੋ ਫਿਰ ਵੀ ਉਹੀ ਰਹਿਣੀ ਹੈ, ਕੋਈ ਨਾ ਕੋਈ ਤਾਂ ਸਾਡੀ ਥਾਂ ਇੱਥੇ ਮੱਲੂਗਾ ਹੀ ਆ ਕੇ, ਪਰ ਮਸਲਾ ਤਾਂ ਬੰਦਿਆਂ ਨਾਲ ਹੀ ਹੈ। ਵੀ ਜਿਹੜੇ ਤੁਸੀਂ ਰੀਝਾਂ ਨਾਲ ਘਰ ਬਣਾਏ ਸੀਗੇ, ਜੋ ਇੱਥੇ ਥਾਵਾਂ ਤੁਸੀਂ ਮੱਲੀਆਂ ਸੀਗੀਆਂ, ਜਾਂ ਜਿੱਥੇ ਤੁਸੀਂ ਰਾਜ ਕਰਨਾ ਸੀਗਾ, ਤੁਹਾਡੇ ਰਾਜ ਦਾ ਸੁਪਨਾ ਸੀਗਾ, ਵੀ ਉੱਥੇ ਕੋਈ ਦਿਖਣਾ ਨਹੀਂ ਹੈ। ਮਸਲਾ ਇਹੀ ਹੈ। ਉਹ ਜਿਵੇਂ ਦਲਜੀਤ ਵਾਲੀ ਫਿਲਮ 'ਚ ਵੀ ਉਹ ਗਾਣਾ ਨਾ, ਰਾਜ ਰਣਜੋਧ ਨੇ ਲਿਖਿਆ, ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ, ਮੈਟਾਫੋਰਿਕਲੀ ਮੈਨੂੰ ਬਹੁਤ ਵੱਡਾ ਗਾਣਾ ਲੱਗਦਾ ਹੈਗਾ ਉਹ। ਬਿਲਕੁਲ, ਉਹ ਕਿੱਡਾ ਮਤਲਬ ਤੁਸੀਂ ਇਹ ਦੇਖ ਲਓ ਵੀ ਮਤਲਬ ਰੌਲਾ ਵੀ ਹੈ ਵੀ ਜਿੱਦਾਂ ਅਵਤਾਰ ਸਿੰਘ ਖੰਡੇ ਯਾਰੇ, ਪਤਾ ਨਹੀਂ ਹੁਣ ਕੀ ਉਹ ਹੈ ਵੀ ਉਹਨਾਂ ਦੀ ਬੋਡੀ ਲਿਆਉਣ ਦੀ ਵੀ ਉਹ ਨਹੀਂ ਮਿਲੀ। ਹੁਣ ਮੰਨ ਲਓ ਕਿ ਉੱਥੇ ਮਤਲਬ ਜੋ ਓਬਜੈਕਸ਼ਨ ਦਾ ਮੈਨੂੰ ਲੱਗਿਆ ਵੀ ਰੌਲਾ ਕੀ ਹੈ ਵੀ ਜੀ ਇਹ ਇੱਥੇ ਦੇ ਸਿਟੀਜ਼ਨ ਨਹੀਂ ਹੈ ਜਾਂ ਨਹੀਂ ਹੈ, ਇਹ ਬਾਅਦ ਦੀ ਗੱਲ ਹੈ। ਪਰ ਮੰਨ ਲਓ ਕਿ ਤੁਸੀਂ ਮੰਨ ਲਓ ਕਿ ਤੁਹਾਡੇ ਪੁੱਤ ਪੁੱਤੇ ਉੱਥੇ ਦੇ ਸਿਟੀਜ਼ਨ ਬਣ ਗਏ, ਤਾਂ ਕੱਲ੍ਹ ਨੂੰ ਤੁਹਾਡੇ ਖੇਤਾਂ ਨੂੰ ਹੀ ਉਹਨਾਂ ਨੇ ਖੋਹ ਲੈਣਾ, ਕੱਲ੍ਹ ਨੂੰ ਤੁਹਾਡੇ ਘਰਾਂ ਨੂੰ ਕਹਿ ਲੈਣਾ ਵੀ ਤੁਸੀਂ ਤਾਂ ਸਿਟੀਜ਼ਨ ਨਹੀਂ ਹੈ, ਭੱਜੋ। ਸੋ ਇਹੀ ਆਪਣੇ ਆਪ ਤੋਂ ਟੁੱਟਣ ਦਾ ਉਹ ਹੈ। ਠੀਕ ਹੈ ਵੀ ਤੁਹਾਡੇ ਪੁੱਤ ਉੱਥੇ ਵੀ, ਮੈਂ ਕਹਿੰਦਾ ਵੀ ਜਿੱਥੇ ਵੀ ਰੋਟੀ ਖਾਣ, ਮਹਾਰਾਜ ਨੇ ਕੁਛ ਚੋਗ ਵੀ ਖਿਲਾਰੀ ਹੋਈ ਹੈ, ਪਰ ਫਿਰ ਵੀ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਪੰਜਾਬ ਦੀ ਧਰਤੀ ਲੈਵਲ 'ਤੇ ਜਿਹੜਾ ਹੋ ਰਿਹਾ ਦਾਅਵੇਦਾਰੀ ਹੈ ਜਿਹੜੀ, ਉਹ ਹਮੇਸ਼ਾ ਬਰਕਰਾਰ ਕਰਨੀ ਚਾਹੀਦੀ ਹੈ। ਅਤੇ ਉਹਦੇ ਲਈ ਸੈਂਸਿਟਿਵ ਹੋਣਾ, ਆਮ ਲੋਕਾਂ ਨਾਲੋਂ ਪੋਲੀਟੀਕਲ ਲੋਕਾਂ ਦਾ, ਰਹਿਨੁਮਾਵਾਂ ਦਾ ਹੋਣਾ ਜ਼ਰੂਰੀ ਹੈ, ਉਹ ਚਾਹੇ ਜਿਹੜੀ ਮਰਜ਼ੀ ਪਾਰਟੀ 'ਚ ਬੈਠਾ। ਧੰਨਵਾਦ ਗੰਗਵੀਰ, ਬਹੁਤ ਧੰਨਵਾਦ, ਗੱਲਬਾਤ ਹੋਈ ਆਪਣੀ, ਔਰ ਪਰਮਾਤਮਾ ਸੁੱਖ ਰੱਖੇ ਤੁਸੀਂ ਤੇ ਮੈਂ ਇੱਥੋਂ ਦੇ ਸਿਵਿਆਂ 'ਚ ਹੀ ਪੂਰੇ ਹੋਈਏ। ਧੰਨਵਾਦ ਜੀ। ਕੋਈ ਇਹੋ ਜਿਹਾ ਹਾਲਾਤ ਨਾ ਬਣਨ, ਮੈਂ ਹਮੇਸ਼ਾ ਸੋਚਦਾ ਹੁੰਦਾ ਯਾਰ ਅਸੀਂ ਤਾਂ ਇੱਥੇ ਹੀ ਰਹੀਏ, ਕਦੇ ਕੋਈ ਹਾਲਾਤ ਇਹੋ ਜਿਹੇ ਨਾ ਬਣਨੇ ਧਰਤੀ। ਹਾਂ, ਇਹ ਗੱਲ ਹੀ ਇਹੀ ਹੈ ਵੀ ਮਹਾਰਾਜ ਨੇ ਲਿਖੀ, ਪਤਾ ਨਹੀਂ ਕੀ ਉਹ ਹੈ,
ਇਹ ਮੇਰਾ ਆਪ ਦਾ ਥੋਟ ਹੈ। ਹੋ ਸਕਦਾ ਗੱਲ ਬੰਦੇ ਦੀ ਪੂਰੀ ਹੋਵੇ ਨਾ ਹੋਵੇ, ਕੱਲ੍ਹ ਨੂੰ ਕਹੇ ਨਾ ਵੀ ਇਹ ਤਾਂ ਭੱਜ ਗਿਆ। ਸਹੀ ਗੱਲ ਆ। ਹਾਂ, ਮੈਂ ਉਹੀ ਕਹਿਣਾ ਬੰਦਾ ਤਾਂ ਕਮਜ਼ੋਰ, ਮੈਂ ਕਹਿੰਦਾ ਵੀ ਮੈਂ ਤਾਂ ਇੱਕ ਸਧਾਰਨ ਬੰਦਾ ਕਮਜ਼ੋਰ ਹੈ ਜੀ ਹੁੰਦੇ ਆ, ਤੁਸੀਂ ਮਤਲਬ ਨਾ ਚਾਹ ਕੇ ਵੀ ਕਈ ਵਾਰ ਕੋਈ ਤੁਹਾਨੂੰ ਹੁਣ ਜਿਹੜੇ ਬੰਦੇ ਇੱਥੋਂ ਉਜੜੇ ਸੀ ਉਹਨਾਂ ਦੀ ਕਿਹੜਾ ਮਰਜ਼ੀ ਵੇਲੇ। ਹਾਂ, ਨਹੀਂ ਕਿਹਾ ਵੀ ਜਾਂਦਾ ਹੈਗਾ ਕਿ ਸ਼ਾਇਦ ਸਾਡਾ ਪ੍ਰਵਾਸ ਜਿਹੜਾ ਮਾਸ ਲੈਵਲ ਤੇ ਹੋ ਰਿਹਾ ਹੈਗਾ ਇਸ ਕਰਕੇ ਵੀ ਹੈਗਾ ਕਿ ਸਾਨੂੰ ਕੋਈ ਆਪਦਾ ਘਰ ਨਹੀਂ ਲੱਗਦਾ। ਹਾਂ, ਅਸੀਂ ਬਹੁਤ ਵਾਰ ਉਜੜੇ। ਮੈਂ ਉਹੀ ਤਾਂ ਕਹਿ ਰਿਹਾ। ਉਹ ਅਨਕੌਂਸ਼ੀਅਸ ਮਾਈਂਡ 'ਚ ਇਹ ਪਿਆ ਕਿ ਜਦੋਂ ਕਿਸੇ ਘਰੇ ਬੈਠੇ ਬੰਦੇ ਨੂੰ 50 ਸਾਲ ਦੇ ਨੂੰ 50 ਸਾਲ ਜੋ ਕਿਸੇ ਘਰ 'ਚ ਰਿਹਾ ਉਹਨੂੰ ਕਿਹਾ ਜਾਵੇ ਇਹ ਤੇਰਾ ਘਰ ਨਹੀਂ ਹੈਗਾ। ਹਾਂ, ਤਾਂ ਕਿਤੇ ਨਾ ਕਿਤੇ ਸਾਡੇ ਪਾਰਟੀਸ਼ਨ ਦੇ ਜਿਹੜੇ ਪਾਰਟੀਸ਼ਨ ਦਾ ਟਰੋਮਾ ਹੈਗਾ ਉਹ ਬੜਾ ਜ਼ਬਰਦਸਤ ਹੈਗਾ। ਹੁਣ ਨਨਕਾਣਾ ਸਾਹਿਬ ਦੀ ਧਰਤੀ ਨੂੰ ਜੇ ਕੋਈ ਕਹੇ ਵੀ ਸਿੱਖਾਂ ਦੇ ਦੁਸ਼ਮਣ ਦੇਸ਼ ਦੀ ਧਰਤੀ ਹੈ, ਮੈਂ ਤਾਂ ਨਹੀਂ ਮੰਨੂਗਾ। ਠੀਕ ਹੈ ਨਾ, ਲਾਹੌਰ 'ਤੇ ਰਾਜ ਕੀਤਾ ਹੈ। ਲਾਹੌਰ ਜਦੋਂ ਆਪਾਂ ਸੁਣਦੇ ਹਾਂ ਤਾਂ ਦਿਲ 'ਚ ਲਹਿਰ ਉੱਠਦੀ ਹੈ। ਮੈਂ ਤਾਂ ਦੁਸ਼ਮਣ ਭਾਵ ਨਾਲ ਤਾਂ ਕਿਸੇ ਨੂੰ ਨਹੀਂ ਦੇਖਦਾ। ਦੇਖਣਾ ਵੀ ਨਹੀਂ ਚਾਹੀਦਾ। ਕੋਈ ਧਰਮ ਵੀ ਨਹੀਂ ਸਿਖਾਉਂਦਾ, ਕੋਈ ਫਲਸਫਾ ਨਹੀਂ ਸਿਖਾਉਂਦਾ। ਹਮੇਸ਼ਾ ਮਤਲਬ ਹਰ ਧਰਮ ਦੇ ਅੰਦਰ, ਹਿੰਦੂਇਜ਼ਮ ਦੇ ਅੰਦਰ ਵਾਸੂਦੇਵ ਕੁਟੁੰਬਮ ਦੀ ਗੱਲ ਹੁੰਦੀ ਹੈਗੀ, ਸਿੱਖ ਧਰਮ ਦੇ ਅੰਦਰ ਜਿਹੜੀ ਗੱਲ ਹੁੰਦੀ ਹੈ ਸਰਬੱਤ ਦੇ ਭਲੇ ਦੀ, ਉਹ ਇਸੇ ਕਰਕੇ ਹੁੰਦੀ ਹੈ ਨਾ ਕਿ ਸਾਰੀ ਦੁਨੀਆ ਨੂੰ ਪਿਆਰ। ਜਦੋਂ 2017 'ਚ ਅਸੀਂ ਅਰਦਾਸ ਸੀਗੀ ਰੱਖੀ ਤਾਂ ਅਸੀਂ ਉਸ ਵੇਲੇ ਇੱਕੋ ਮਸਲਾ ਸੀਗਾ ਵੀ ਯੂਰਪ 2 ਜੰਗਾਂ ਲੜ ਕੇ ਇੱਕ ਹੋ ਗਿਆ। ਇਹ ਗੱਲ ਬਾਅਦ 'ਚ ਇਮਰਾਨ ਖਾਨ ਉਹਨਾਂ ਨੇ ਵੀ ਕਹੀ ਸੀ ਕਰਤਾਰ। ਈਸਟ ਜਰਮਨੀ, ਵੈਸਟ ਜਰਮਨੀ ਆਪਾਂ ਕੰਧਾਂ ਢਹਿੰਦੀਆਂ ਦੇਖੀਆਂ ਨੇ। ਤੇ ਤੁਸੀਂ ਇਹ ਦੇਖ ਲਓ ਵੀ ਯੂਰਪੀਅਨ ਜਿਹੜਾ ਮਾਡਲ ਹੈ ਯੂਰਪੀਅਨ ਯੂਨੀਅਨ ਦਾ, ਹੁਣ ਸਾਡੀ ਸਾਊਥ ਏਸ਼ੀਆ 'ਚ ਇਹੋ ਜਿਹਾ ਮਾਡਲ ਕਿਉਂ ਨਹੀਂ ਹੋ ਸਕਦਾ? ਸਾਨੂੰ ਦੇਖਣਾ ਪੈਣਾ ਅਸੀਂ ਕਿਉਂ ਵਾਰ ਇਕਨੋਮੀ ਦਾ ਹਿੱਸਾ ਬਣ ਰਹੇ ਹਾਂ। ਜੀ, ਤਾਂ ਧੰਨਵਾਦ। ਇਹ ਗੱਲਾਂ ਬਾਤਾਂ ਬਹੁਤ ਨੇ, ਕਦੇ ਫੇਰ ਬਾਕੀ ਟੌਪਿਕਾਂ 'ਤੇ ਕਰਾਂਗੇ। ਤੁਹਾਡਾ ਬਹੁਤ ਧੰਨਵਾਦ ਟਾਈਮ ਦੇਣ ਲਈ। ਧੰਨਵਾਦ ਜੀ। ਤਾਂ ਇਸੇ ਆਸ ਨਾਲ ਕਿ ਅਸੀਂ ਸਾਰੇ ਜਦੋਂ ਆਪਣੇ ਬਾਰੇ ਗੱਲਾਂ ਕਰਦੇ ਆਂਗੇ, ਅਸੀਂ ਦੁਨੀਆ ਬਾਰੇ ਗੱਲਾਂ ਕਰਦੇ ਆਂਗੇ ਔਰ ਸਮਾਜ ਬਾਰੇ ਗੱਲਾਂ ਕਰਦੇ ਆਂਗੇ, ਅਸੀਂ ਆਪਣੇ ਨਾਲ ਜਿਹੜੀਆਂ ਚਾਹੇ ਕੌਮਾਂ ਦੀ ਆਪਣੇ ਨਾਲ ਗੱਲ ਕਰਨੀ ਬੜੀ ਜ਼ਰੂਰੀ ਆ। ਔਰ ਇਹ ਜਿਹੜਾ ਕਿਸੇ ਵੀ ਧਰਮ ਦੇ ਅੰਦਰ ਸਿੱਖੀਜ਼ਮ, ਕਿਉਂਕਿ ਅਸੀਂ ਪੰਜਾਬ ਦੀ ਧਰਤੀ 'ਤੇ ਬੈਠੇ ਇਸ ਕਰਕੇ ਅੱਜ ਡਿਸਕਸ ਕੀਤਾ ਕਿ ਕਿੱਡੀ ਵੱਡੀ ਧਾਰਾ, ਕਿੱਡੀ ਵੱਡੀ ਵਿਸ਼ਾਲ ਡਾਇਵਰਸਿਟੀ ਹੈਗੀ, ਵਿਭਿੰਨਤਾ ਹੈਗੀ। ਉਹ ਵਿਭਿੰਨਤਾ ਸੈਲੀਬ੍ਰੇਟ ਹੁੰਦੀ ਰਹੀ ਹੈਗੀ। ਉਹ ਵਿਭਿੰਨਤਾ ਸੈਲੀਬ੍ਰੇਟ ਹੋਣੀ ਚਾਹੀਦੀ ਹੈ। ਉਹ ਇੰਨੀਆਂ ਵਿਆਖਿਆਵਾਂ 'ਚ ਨਹੀਂ ਵੱਧ ਜਾਣੀ ਚਾਹੀਦੀ। ਕੋਈ ਇੱਕ ਕਹੇ ਮੇਰੀ ਵਿਆਖਿਆ ਇਹ ਆ, ਹੁਣ ਮੇਰੀ ਵਿਆਖਿਆ ਨਾਲ ਹੀ ਸਹਿਮਤ ਹੋ। ਉਹਦੀਆਂ 1000 ਵਿਆਖਿਆਵਾਂ ਹੋਣੀਆਂ ਚਾਹੀਦੀਆਂ ਨੇ, ਪਰ ਉਹਦੀ ਮੁੱਖ ਚੀਜ਼ ਆ ਜੋ ਸਿਧਾਂਤਕ ਤੌਰ ਦੇ ਉੱਤੇ ਜਾਂ ਜੋ ਉਹਦੀ ਵਿਆਖਿਆ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਹਾਂ, ਸਾਰੇ ਲੋਕ ਮਿਲ ਜੁਲ ਕੇ ਰਹਿਣ। ਸਾਰੇ ਲੋਕਾਂ ਜੋ ਸੰਦੇਸ਼ ਆ ਕੋਮਲਤਾ ਦਾ, ਜੋ ਸੰਦੇਸ਼ ਆ ਤਿਆਗ ਦਾ, ਪਿਆਰ ਦਾ, ਭਾਈਚਾਰੇ ਦਾ, ਸਾਂਝੀਵਾਲਤਾ ਦਾ, ਉਹ ਬਣਿਆ ਰਹੇ।